ठीक है जी। हाँ ठीक है जी, मेहरबानी। वाहिगुरू जी का खालसा, वाहिगुरू जी की फतेह। स्वागत है जी ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਗੁਰਮਤ ਕਲਾਸ ਵਿੱਚ। ਸਾਰਿਆਂ ਨੂੰ ਬੜੇ ਸਤਿਕਾਰ ਨਾਲ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਵਾਸਤੇ ਕੁਝ ਸਿੱਖਣ ਦਾ ਯਤਨ ਕਰ ਰਹੇ ਹਾਂ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮਨੁੱਖ ਨੂੰ ਸਚਿਆਰ ਹੋਣ ਦੀ ਪ੍ਰੇਰਨਾ ਹੈ। ਸਚਿਆਰ ਹੋਣਾ ਸਾਡੇ ਵਾਸਤੇ ਗੋਲ ਹੈ, ਕਿਉਂਕਿ ਸਚਿਆਰ ਹੋਣ ਵਿੱਚ ਹੀ ਸਾਡੇ ਜੀਵਨ ਦਾ ਭਲਾ ਹੈ। ਸਚਿਆਰ ਹੋਣ ਵਿੱਚ ਹੀ ਸਾਡੇ ਜੀਵਨ ਵਿੱਚ ਖੁਸ਼ੀਆਂ ਹਨ। ਸਚਿਆਰਤਾ ਦੇ ਅੰਦਰ ਹੀ ਇਹ ਸੰਸਾਰ ਔਰ ਸਮਾਜ ਦਾ ਭਲਾ ਹੈ। ਜੇ ਹਰ ਮਨੁੱਖ ਸਚਿਆਰ ਹੁੰਦਾ ਹੈ ਤਾਂ ਸਾਡਾ ਇਹ ਸੰਸਾਰ, ਸਾਡਾ ਘਰ, ਸਾਡਾ ਪਰਿਵਾਰ ਇਹ ਸਵਰਗ ਬਣ ਸਕਦਾ ਹੈ। ਤੇ ਸਚਿਆਰ ਹੋਣ ਵਾਸਤੇ ਕਿਸੇ ਕਰਮ ਕਾਂਡ ਦੀ ਜ਼ਰੂਰਤ ਨਹੀਂ। ਸਚਿਆਰ ਹੋਣ ਵਾਸਤੇ ਇੱਕੋ ਇੱਕ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਕੱਲ ਤੱਕ ਅਸੀਂ 28 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਕੱਲ ਅਸੀਂ ਵਿਚਾਰਿਆ ਸੀ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ, ਯਾਨੀ ਸੰਸਾਰ ਨੂੰ ਛੱਡ ਕੇ ਔਰ ਜੰਗਲਾਂ ਵਿੱਚ ਚਲੇ ਜਾਣਾ, ਜਪ ਤਪ ਸੰਜਮ ਸਾਧਨੇ ਜਾਂ ਹੋਰ ਕਰਮ ਕਰਨ ਦੇ ਨਾਲ ਕਦੇ ਵੀ ਮਨੁੱਖ ਸਚਿਆਰ ਨਹੀਂ ਹੁੰਦਾ। ਇਸ ਲਈ ਗੁਰਦੇਵ ਪਾਤਸ਼ਾਹ ਨੇ ਜੋਗੀਆਂ ਨੂੰ ਵੀ ਔਰ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਕੀਤਾ ਹੈ ਕਿ ਮਨੁੱਖ ਰੱਬੀ ਗੁਣਾਂ ਦਾ ਧਾਰਨੀ ਹੋਵੇ ਤਾਂ ਮਨੁੱਖ ਜਿਹੜਾ ਹੈ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਕਿਸੇ ਮਨੁੱਖ ਨੂੰ ਨਮਸਕਾਰ ਕਰਨ ਦੀ ਬਜਾਏ, ਪੂਜਾ ਕਰਨ ਦੀ ਬਜਾਏ ਸਾਨੂੰ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਅੰਦਰ ਨਮਸਕਾਰ ਕਰਨੀ ਚਾਹੀਦੀ ਹੈ। ਭਾਵ ਪ੍ਰਭੂ ਦੇ ਅੱਗੇ ਸਮਰਪਣ ਕਰਨਾ ਚਾਹੀਦਾ ਹੈ। ਮਨੁੱਖ ਮਾਤਰ ਦਾ ਅਸਾਂ ਆਦਰ ਔਰ ਸਤਿਕਾਰ ਕਰਨਾ ਹੈ, ਇੱਕ ਦੂਜੇ ਨਾਲ ਪਿਆਰ ਕਰਨਾ ਹੈ, ਇੱਕ ਦੂਜੇ ਦਾ ਸਹਿਯੋਗ ਕਰਨਾ ਹੈ, ਇੱਕ ਦੂਜੇ ਦੇ ਅਸੀਂ ਸੁੱਖਾਂ ਦੁੱਖਾਂ ਦੇ ਸਾਂਝੀਵਾਲ ਭਾਈਵਾਲ ਬਣਨਾ ਹੈ, ਲੇਕਿਨ ਪੂਜਾ ਅਕਾਲ। ਤਾਂ ਅਗਲੀ ਪੌੜੀ ਦੇ ਨਾਲ ਆਓ ਅਸੀਂ ਜੁੜਨ ਦਾ ਯਤਨ ਕਰੀਏ। ਅੱਜ 29 ਨੰਬਰ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਹੁਣ ਗੁਰਦੇਵ ਪਾਤਸ਼ਾਹ ਇਸ ਪਾਵਨ ਪੌੜੀ ਵਿੱਚ ਬਚਨ ਕਰਦੇ ਹਨ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਜੋ ਜੋਗੀ ਨੇ ਸੰਸਾਰ ਨੂੰ ਤਿਆਗ ਜੰਗਲਾਂ ਵਿੱਚ ਜਾਂਦੇ ਹਨ, ਫਿਰ ਉਹਨਾਂ ਨੂੰ ਖਾਣ ਪੀਣ ਦੀ ਜ਼ਰੂਰਤ ਪੈਂਦੀ ਹੈ ਤਾਂ ਇੱਕ ਚੂਰਮਾ ਬਣਾਉਂਦੇ ਹਨ ਔਰ ਜਦੋਂ ਉਹਨਾਂ ਦਾ ਚੂਰਮਾ ਤਿਆਰ ਹੁੰਦਾ ਹੈ, ਭੋਜਨ ਤਿਆਰ ਹੁੰਦਾ ਹੈ, ਤਾਂ ਉੱਥੇ ਵਰਤਾਉਣ ਵਾਸਤੇ ਵਰਤਾਵਾ ਹੈ ਜੋ ਸਾਰਿਆਂ ਨੂੰ ਵਰਤਾ ਰਿਹਾ ਹੈ ਭੋਜਨ, ਔਰ ਨਾਲ ਇੱਕ ਨਾਦੀ ਵਜਾਉਂਦੇ ਨੇ ਜੋ ਉਹਨਾਂ ਨੇ ਗਲੇ ਵਿੱਚ ਪਾਈ ਹੁੰਦੀ ਹੈ। ਉਹਨਾਂ ਦਾ ਆਪਣਾ ਇੱਕ ਨਾਥ ਹੈ, ਵੱਡਾ ਜੋਗੀ ਹੈ, ਜਿਸ ਨੂੰ ਸਾਰੇ ਪੂਜਦੇ ਨੇ, ਨਤਮਸਤਕ ਹੁੰਦੇ ਨੇ ਔਰ ਉਹ ਜਿਹੜੇ ਨੇ ਰਿੱਧੀਆਂ ਔਰ ਸਿੱਧੀਆਂ ਹਾਸਲ ਕਰਨਾ ਚਾਹੁੰਦੇ ਨੇ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਪੌੜੀ ਰਾਹੀਂ ਸਾਨੂੰ ਇੱਕ ਐਸਾ ਗਿਆਨ ਦਿੱਤਾ ਹੈ, ਐਸਾ ਇੱਕ ਰਾਸਤਾ ਦਿੱਤਾ ਹੈ ਕਿ ਹਰ ਮਨੁੱਖ ਪ੍ਰਭੂ ਦੇ ਨਾਲ ਜੁੜ ਸਕੇ, ਹਰ ਮਨੁੱਖ ਸਚਿਆਰ ਹੋ ਸਕੇ ਔਰ ਨਾਲ ਉਹਨਾਂ ਸਾਧਨਾਂ ਦਾ ਖੰਡਨ ਕੀਤਾ ਹੈ ਕਿ ਇਹ ਸਾਧਨ ਸਰਵਮਾਨਯ ਨਹੀਂ ਹਨ। ਇਹ ਕੋਈ ਯੂਨੀਵਰਸਲ ਟਰੁਥ ਨਹੀਂ ਹੈ, ਇਹ ਬ੍ਰਹਿਮੰਡੀ ਸੱਚ ਨਹੀਂ ਹੈ, ਇਹ ਰੱਬੀ ਜੋ ਨਿਯਮਾਵਲੀ ਹੈ, ਕੁਦਰਤ ਦੇ ਜੋ ਨਿਯਮ ਨੇ, ਉਹਦੇ ਤੇ ਸਾਰੀਆਂ ਚੀਜ਼ਾਂ ਪੂਰੀਆਂ ਨਹੀਂ ਉਤਰਦੀਆਂ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਭੁਗਤ ਗਿਆਨ। ਹੁਣ ਤ੍ਰਿਪਤੀ ਕਾਹਦੇ ਨਾਲ ਹੋਏਗੀ? ਜੇ ਤਾਂ ਕੇਵਲ ਚੂਰਮੇ ਖਾਣ ਦੇ ਨਾਲ, ਪਦਾਰਥ ਖਾਣ ਦੇ ਨਾਲ ਤ੍ਰਿਪਤੀ ਹੁੰਦੀ ਹੋਵੇ ਔਰ ਸ਼ਾਂਤੀ ਆਉਂਦੀ ਹੋਵੇ, ਜਾਂ ਬੰਦਾ ਸਚਿਆਰ ਹੁੰਦਾ ਹੋਵੇ, ਤਾਂ ਫਿਰ ਛਕਣ ਵਾਸਤੇ ਪਦਾਰਥ ਤਾਂ ਅੱਜ ਹਰ ਮਨੁੱਖ ਦੇ ਕੋਲ ਬਹੁਤ ਨੇ ਔਰ ਚੂਰਮਾ ਆਦਿਕ ਬਣਾਉਣਾ ਕੋਈ ਬਹੁਤਾ ਔਖਾ ਨਹੀਂ ਹੈ। ਚੂਰੀਆਂ ਕੁੱਟ-ਕੁੱਟ ਸਾਰੇ ਹੀ ਲੋਕ ਖਾਂਦੇ ਹਨ। ਅੱਜ ਤਾਂ ਖਾਣਿਆਂ ਦਾ ਅੰਤ ਹੀ ਨਹੀਂ ਹੈ ਨਾ। ਸਾਡੇ ਵਰਗਿਆਂ ਨੂੰ ਤੇ ਨਾਮ ਵੀ ਨਹੀਂ ਆਉਂਦੇ, ਆਈਟਮਾਂ ਬੜੀਆਂ ਹੁਣ ਨਾ ਵਿਆਹ ਸ਼ਾਦੀ ਤੇ ਪਤਾ ਨਹੀਂ ਕਿਹੜੀ ਆਈਟਮ ਨੂੰ ਕੀ ਕਹਿੰਦੇ ਨੇ,
ਇੰਨਾ ਕੁਝ ਖਾਣ ਵਾਸਤੇ ਹੈ। ਲੇਕਿਨ ਇਸ ਚੂਰਮੇ ਦੇ ਨਾਲ, ਖੁਰਾਕ ਦੇ ਨਾਲ, ਚੰਗੇ ਪਦਾਰਥ ਖਾਣ ਦੇ ਨਾਲ ਬੰਦੇ ਦੀ ਮੈਂਟੈਲਿਟੀ ਤਾਂ ਚੇਂਜ ਨਹੀਂ ਹੋਏਗੀ, ਸੋਚ ਤਾਂ ਮਹਾਨ ਨਹੀਂ ਹੋਏਗੀ। ਇਹਦੇ ਨਾਲ ਬੰਦਾ ਮਨ, ਬਚਨ, ਕਰਮ ਕਰਕੇ ਸੱਚਾ ਤੇ ਨਹੀਂ ਨਾ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਜੇ ਆਪਣੇ ਜੀਵਨ ਦਾ ਭਲਾ ਚਾਹੁੰਦੇ ਹੋ, ਜੇ ਸਮਾਜ ਦਾ ਭਲਾ ਚਾਹੁੰਦੇ ਹੋ, ਜੋ ਕੂੜ ਦੀ ਦੀਵਾਰ ਸਾਡੇ ਔਰ ਪ੍ਰਭੂ ਦੇ ਦਰਮਿਆਨ ਬਣੀ ਹੋਈ ਹੈ, ਜੇ ਉਸ ਦੀਵਾਰ ਨੂੰ ਤੋੜ ਕੇ ਰੱਬ ਵਰਗੇ ਹੋਣਾ ਹੈ, ਤਾਂ ਉਹਦੇ ਵਾਸਤੇ ਭੋਜਨ ਚਾਹੀਦਾ ਹੈ ਗਿਆਨ ਦਾ, ਭੁਗਤ ਗਿਆਨ, ਵਿਗਿਆਨ ਦਾ ਚੂਰਮਾ, ਗਿਆਨ ਦਾ ਭੋਜਨ। ਗਿਆਨ ਰਾਹੀਂ ਤ੍ਰਿਪਤੀ ਹੋਵੇਗੀ। ਗੁਰਦੇਵ ਨੇ ਬਾਣੀ ਵਿੱਚ ਥਾਂ ਪਰ ਥਾਂ ਬਚਨ ਕੀਤਾ ਹੈ ਨਾ, ਅੱਗੇ ਚੱਲ ਕੇ ਅਸੀਂ ਜਪਜੀ ਸਾਹਿਬ ਵਿੱਚ ਵੀ ਪੜਾਂਗੇ, ਅਹਰਣ ਮਤ ਵੇਦ ਹਥਿਆਰ, ਕਿ ਸਾਡੀ ਮਤ ਜਿਹੜੀ ਹੈ ਉਹ ਜ਼ਰੂਰ ਕੰਮ ਕਰੇ, ਅਕਲ ਤੋਂ ਬੰਦਾ ਕੰਮ ਲਵੇ। ਜੇ ਬੰਦਾ ਅਕਲ ਤੋਂ ਕੰਮ ਨਹੀਂ ਲਏਗਾ, ਗਿਆਨ ਦੀ ਸਹੀ ਵਰਤੋਂ ਨਹੀਂ ਕਰੇਗਾ, ਤਾਂ ਉਹਨੂੰ ਜੀਵਨ ਦੇ ਵਿੱਚ ਕਿੰਨੇ ਵੀ ਪਦਾਰਥ ਮਿਲ ਜਾਣ, ਉਹ ਸੁਖੀ ਔਰ ਸ਼ਾਂਤ ਨਹੀਂ ਰਹਿ ਸਕਦਾ। ਸਾਡੇ ਕੋਲ ਖਾਣ ਪੀਣ ਦੇ ਪਦਾਰਥਾਂ ਦੀ ਹੀ ਬਹੁਤਾਤ ਹੋਵੇ, ਔਰ ਜੇ ਸਾਨੂੰ ਇਹ ਨਹੀਂ ਪਤਾ ਕਿ ਕਿਹੜਾ ਪਦਾਰਥ ਖਾਣ ਦੇ ਨਾਲ ਸਾਡਾ ਨੁਕਸਾਨ ਹੋਣਾ ਹੈ, ਕਿਹੜਾ ਪਦਾਰਥ ਖਾਣਾ ਸਾਡੇ ਵਾਸਤੇ ਲਾਹੇਵੰਦ ਹੈ, ਤਾਂ ਬੰਦਾ ਜੋ ਮਰਜ਼ੀ ਖਾਈ ਜਾਏਗਾ, ਸਰੀਰ ਦਾ ਵੀ ਨੁਕਸਾਨ ਕਰ ਲਵੇਗਾ ਨਾ। ਇਸ ਲਈ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਜੀ ਨੇ ਬਚਨ ਕੀਤਾ ਹੈ, ਅਕਲੀ ਸਾਹਿਬ ਸੇਵੀਐ, ਅਕਲੀ ਕੀਤੇ ਦਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਪਾਈਐ ਮਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਇਸ ਸੰਸਾਰ ਨੂੰ ਛੱਡ ਕੇ ਦੌੜਨ ਦੀ ਲੋੜ ਨਹੀਂ, ਇਸ ਸੰਸਾਰ ਦੇ ਅੰਦਰ ਕਿਵੇਂ ਜੀਣਾ ਹੈ, ਇਸ ਬਾਰੇ ਸੱਚਾ ਗਿਆਨ ਹਾਸਲ ਕਰਨ ਦੀ ਲੋੜ ਹੈ। ਸਮਾਜ ਨਾਲ ਨਾਤਾ ਤੋੜਨ ਦੀ ਲੋੜ ਨਹੀਂ ਹੈ, ਸਮਾਜ ਦੇ ਨਾਲ ਬਣਾ ਕੇ ਕਿਵੇਂ ਰੱਖਣੀ ਹੈ, ਸਮਾਜ ਦੇ ਨਾਲ ਪ੍ਰੀਤ ਕਿਵੇਂ ਪਾਣੀ ਹੈ, ਜ਼ਿੰਦਗੀ ਅੰਦਰ ਸੁੱਖ ਹਾਸਲ ਕਿਵੇਂ ਕਰਨੇ ਨੇ। ਪਦਾਰਥਾਂ ਨੂੰ ਛੱਡਣ ਦੀ ਲੋੜ ਨਹੀਂ, ਇਹਨਾਂ ਪਦਾਰਥਾਂ ਦੀ ਵਰਤੋਂ ਕਿਵੇਂ ਕਰਨੀ ਹੈ। ਸੁੱਖ ਔਰ ਦੁੱਖ ਸਾਡੀ ਵਰਤੋਂ ਤੇ ਡਿਪੈਂਡ ਕਰਦਾ ਹੈ। ਜਿਵੇਂ ਅੱਗ ਕਿੰਨੀ ਚੰਗੀ ਹੈ ਨਾ, ਅੱਗ ਦੇ ਨਾਲ 36 ਕਿਸਮ ਦੇ ਭੋਜਨ ਪਦਾਰਥ ਤਿਆਰ ਹੁੰਦੇ ਹਨ, ਪਰ ਜੇ ਅੱਗ ਕਿਸੇ ਦੇ ਗਲ ਵਿੱਚ ਟਾਇਰ ਪਾ ਕੇ ਲਾਈ ਜਾਏ ਤਾਂ ਕਿਤਨੀ ਮਾੜੀ ਹੈ ਨਾ। ਇਹਦਾ ਮਤਲਬ ਅੱਗ ਚੰਗੀ ਜਾਂ ਮਾੜੀ ਨਹੀਂ, ਅੱਗ ਦੀ ਵਰਤੋਂ ਉਹਨੂੰ ਚੰਗਿਆ ਜਾਂ ਮਾੜਿਆਂ ਬਣਾਏਗੀ। ਪੈਸਾ ਨਾ ਚੰਗਾ ਹੈ ਨਾ ਮਾੜਾ ਹੈ, ਇਹਦੀ ਵਰਤੋਂ ਅਸੀਂ ਕਿਵੇਂ ਕਰਾਂਗੇ। ਜੇ ਅਸੀਂ ਇਹ ਪੈਸਾ ਕਮਾਉਂਦੇ ਹਾਂ ਦਸਾਂ ਨੌਵਾਂ ਦੀ ਸੱਚੀ ਕਿਰਤ ਕਰਕੇ, ਉਸ ਪੈਸੇ ਨਾਲ ਆਪਣੇ ਬੱਚੇ ਪੜ੍ਹਾਉਂਦੇ ਹਾਂ, ਆਪਣਾ ਜੀਵਨ ਨਿਰਵਾਹ ਚੰਗਾ ਕਰਦੇ ਹਾਂ, ਤੇ ਜੇ ਸਾਡੇ ਕੋਲ ਗੁੰਜਾਇਸ਼ ਹੈ ਤਾਂ ਕਿਸੇ ਲੋੜਵੰਦ ਦਾ ਸਹਿਯੋਗ ਕਰਦੇ ਹਾਂ, ਉਹ ਪੈਸਾ ਚੰਗਾ ਹੈ। ਉਸ ਪੈਸੇ ਨਾਲ ਚੰਗੀਆਂ ਕਿਤਾਬਾਂ ਖਰੀਦਦੇ ਹਾਂ, ਗੁਰਬਾਣੀ ਦਾ ਟੀਕਾ ਲੈਂਦੇ ਹਾਂ, ਇਤਿਹਾਸ ਦੀਆਂ ਕਿਤਾਬਾਂ, ਜਨਰਲ ਨੌਲੇਜ ਦੀਆਂ ਪੁਸਤਕਾਂ, ਹੋਰ ਮੋਟੀਵੇਸ਼ਨਲ ਕਿਤਾਬਾਂ ਨੇ, ਜੇ ਅਸੀਂ ਇਹਦੇ ਵਾਸਤੇ ਪੈਸਾ ਖਰਚ ਕਰਦੇ ਹਾਂ ਤਾਂ ਇਹ ਪੈਸਾ ਚੰਗਾ ਹੈ। ਪਰ ਇਸੇ ਪੈਸੇ ਨਾਲ ਜੇ ਕੋਈ ਨਸ਼ੇ ਵਰਤੇ, ਰਿਸ਼ਵਤ ਦੇ ਕੇ ਕਿਸੇ ਦਾ ਹੱਕ ਮਾਰ ਲਵੇ, ਤਾਂ ਪੈਸਾ ਮਾੜਾ ਹੋ ਗਿਆ। ਇਸ ਲਈ ਸੱਚੇ ਗਿਆਨ ਦੀ ਲੋੜ ਹੈ, ਕੀ ਚੰਗਾ ਹੈ, ਕੀ ਮਾੜਾ ਹੈ, ਕੀ ਹਾਨੀ ਹੈ, ਕੀ ਲਾਭ ਹੈ, ਕੀ ਧਰਮ ਹੈ, ਕੀ ਅਧਰਮ ਹੈ, ਕੀ ਪੁੰਨ ਹੈ, ਕੀ ਪਾਪ ਹੈ, ਕੀ ਆਤਮ ਹੈ, ਕੀ ਅਨਾਤਮ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਇਹਦਾ ਗਿਆਨ ਹੋਣਾ ਚਾਹੀਦਾ। ਯੂਨੀਵਰਸਲ ਟਰੁੱਥ ਦਾ ਪਤਾ ਹੋਵੇ, ਯਥਾਰਥ ਗਿਆਨ ਹੋਵੇ, ਤਾਂ ਜ਼ਿੰਦਗੀ ਠੀਕ ਹੋ ਸਕਦੀ ਹੈ। ਇਸ ਲਈ ਸਾਨੂੰ ਗਿਆਨ ਦੀ ਜ਼ਰੂਰਤ ਹੈ, ਅਕਲ ਦੀ ਲੋੜ ਹੈ। ਅਕਲ ਦਾ ਭੋਜਨ ਦਿਓ, ਗਿਆਨ ਦਾ ਭੋਜਨ ਖਾਓ। ਭੁਗਤ ਗਿਆਨ ਯਾਨੀ ਗਿਆਨ ਹੋਣਾ ਲੋੜੀਂਦਾ ਹੈ। ਦਇਆ ਭੰਡਾਰਨ, ਭੰਡਾਰਨ ਦਾ ਮਤਲਬ ਜੋ ਵਰਤਾਨ ਵਾਲੀ ਵਰਤਾਵੀ ਹੈ। ਜਿਵੇਂ ਗੁਰਦੁਆਰੇ ਸਾਹਿਬਾਨ ਵਿੱਚ ਲੰਗਰ ਨੇ, ਤਾਂ ਲੰਗਰਾਂ ਦੇ ਅੰਦਰ ਵਰਤਾਵੇ ਖਲੋਤੇ ਨੇ ਨਾ, ਸੇਵਾਦਾਰ ਹਰ ਵਕਤ ਤਿਆਰ ਨੇ। ਜਦੋਂ ਵੀ ਤੁਸੀਂ ਆਉਂਦੇ ਹੋ, ਜੋ ਕੁਛ ਮੰਗਦੇ ਹੋ ਉਹ ਤੁਹਾਨੂੰ ਮਿਲਦਾ ਹੈ। ਲੰਗਰ ਵਰਤਾ ਰਹੇ ਨੇ। ਤਾਂ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗਿਆਨ ਤੇ ਹੋਏ ਤੇ ਜ਼ਿੰਦਗੀ ਦੇ ਅੰਦਰ ਦਇਆ ਨਾ ਹੋਵੇ, ਤਾਂ ਉਹ ਗਿਆਨ ਬਹੁਤ ਖਤਰਨਾਕ ਹੋ ਜਾਏਗਾ। ਜੇ ਦਇਆ ਨਹੀਂ, ਸੱਚਾ ਗਿਆਨ ਨਹੀਂ, ਤੇ ਦਇਆ ਜੇ ਨਹੀਂ ਹੋਏਗੀ ਤਾਂ ਗਿਆਨ ਖਤਰਨਾਕ ਵੀ ਹੋ ਸਕਦਾ ਹੈ। ਦੇਖੋ, ਗਿਆਨ ਤਾਂ ਹੈ,
ਕੈਮੀਕਲ ਨਾਲ ਦੁੱਧ ਕਿਵੇਂ ਬਣਾਉਣਾ ਹੈ। ਗਿਆਨ ਹੈ ਪਰ ਅੰਦਰ ਦਇਆ ਨਹੀਂ ਬੰਦੇ ਦੇ, ਕਿ ਜਿਹੜੇ ਪੀਣਗੇ ਉਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋਏਗਾ। ਦਇਆ ਨਾ ਹੋਣ ਕਰਕੇ ਉਸ ਗਿਆਨ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਗਿਆਨ ਤਾਂ ਹੈ, ਡੁਪਲੀਕੇਟ ਦਵਾਈਆਂ ਬਣਾਈਆਂ ਨੇ, ਲੇਕਿਨ ਦਇਆ ਨਹੀਂ। ਤੇ ਡੁਪਲੀਕੇਟ ਦਵਾਈਆਂ ਦੇ ਨਾਲ ਕਿਸੇ ਦਾ ਕਿੰਨਾ ਵੱਡਾ ਨੁਕਸਾਨ ਹੋਏਗਾ। ਗਿਆਨ ਤੇ ਹੈ, ਬੰਦਾ ਲੈਬੋਰਟਰੀ ਖੋਲ ਕੇ ਬਹਿ ਗਿਆ, ਪਰ ਕੇਵਲ ਪੈਸਾ ਪ੍ਰਾਪਤ ਕਰਨ ਵਾਸਤੇ ਰਿਪੋਰਟ ਨੈਗੇਟਿਵ ਦੀ ਜਗ੍ਹਾ ਪੋਜ਼ਿਟਿਵ ਦੇ ਦਿੱਤੀ ਹੈ ਕੋਰੋਨਾ ਦੀ। ਪਿੱਛੇ ਲੈਬਾਂ ਫੜੀਆਂ ਗਈਆਂ ਨਾ ਕੁਛ, ਤਾਂ ਉਹ ਗਿਆਨ ਹੈ ਲੇਕਿਨ ਦਇਆ ਨਹੀਂ ਨਾ। ਗਿਆਨ ਹੈ, ਬੰਦਾ ਕਿਸੇ ਕੁਰਸੀ ਤੇ ਬੈਠਾ ਹੈ ਲੇਕਿਨ ਰਿਸ਼ਵਤ ਲੈ ਰਿਹਾ ਹੈ, ਦਇਆ ਨਹੀਂ। ਜੇ ਦਇਆ ਹੋਏ ਤੇ ਰਿਸ਼ਵਤ ਨਹੀਂ ਲਵੇਗਾ। ਗਿਆਨ ਹੈ, ਗਿਆਨ ਤੇ ਸਾਰਿਆਂ ਦੇ ਕੋਲ ਹੈ। ਸਾਨੂੰ ਇਸ ਚੀਜ਼ ਦਾ ਪਤਾ ਹੈ ਕਿ ਦਾਜ ਦਹੇਜ ਮਾੜੇ ਨੇ, ਪਰ ਦਇਆ ਅੰਦਰ ਨਹੀਂ, ਦਇਆ ਭਾਵਨਾ ਨਹੀਂ। ਇਸ ਵਾਸਤੇ ਅਸੀਂ ਧੀਆਂ ਵਾਲਿਆਂ ਤੋਂ ਦਹੇਜ ਲੈ ਰਹੇ ਹਾਂ ਨਾ। ਤਾਂ ਦਇਆ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਤੁਸੀਂ ਬਰਾਬਰ ਵਰਤਾ ਸਕੋਗੇ, ਤਾਂ ਦੁਨੀਆ ਦੇ ਦੁੱਖਾਂ ਨੂੰ ਵੇਖ ਸਕੋਗੇ। ਵਰਤਾਉਣ ਵਾਲੇ ਦੇ ਅੰਦਰ ਦਇਆ ਵੀ ਚਾਹੀਦੀ ਹੈ, ਗਿਆਨ ਵੀ ਚਾਹੀਦਾ ਹੈ। ਤਾਂ ਇਸ ਲਈ ਗੁਰੂ ਜੀ ਕਹਿੰਦੇ ਹਨ, ਇਹ ਯੋਗੀ ਜਨੋ, ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਹੈ, ਜ਼ਿੰਦਗੀ ਜੀਣ ਦਾ ਢੰਗ ਹੋਣਾ ਚਾਹੀਦਾ ਹੈ। ਜੀਵਨ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ, ਤਾਂ ਸਚਿਆਰ ਹੋਵੋਗੇ। ਹੁਣ ਦੇਖੋ, ਜਿਵੇਂ ਜੋਗੀ ਸਨ, ਉਹ ਸੰਸਾਰ ਨੂੰ ਛੱਡ ਗਏ, ਗ੍ਰਸਤ ਨੂੰ ਛੱਡ ਗਏ, ਤੇ ਉਹਨਾਂ ਨੇ ਬਾਹਰ ਜੰਗਲਾਂ ਵਿੱਚ ਗੁਜ਼ਾਰਾ ਕੀਤਾ। ਤੇ ਅੱਜ ਜਿਹੜੇ ਬਾਬੇ ਨੇ, ਉਹਨਾਂ ਨੇ ਵੀ ਸੰਸਾਰ ਨੂੰ ਛੱਡਿਆ ਹੀ ਹੋਇਆ ਨਾ, ਗ੍ਰਸਤ ਨੂੰ। ਵੱਡੇ ਵੱਡੇ ਡੇਰੇ ਬਣਾ ਲੈਣੇ। ਫਰਕ ਕੋਈ ਨਹੀਂ ਹੈ, ਰੂਪ ਬਦਲਿਆ। ਗੁਰੂ ਜੀ ਨੇ ਗ੍ਰਸਤੀ ਧਰਮ ਦਿੱਤਾ ਹੈ, ਕਿਰਤ ਕਰਨੀ ਹੈ ਦਸਾਂ ਨਵਾਂ ਦੀ, ਵੰਡ ਕੇ ਛਕਣਾ ਹੈ, ਪਿਆਰ ਮੁਹੱਬਤ ਦੇ ਨਾਲ ਰਹਿਣਾ ਹੈ। ਤਾਂ ਭੁਗਤ ਗਿਆਨ, ਦਇਆ ਭੰਡਾਰਨ, ਗਿਆਨ ਦਾ ਭੋਜਨ। ਔਰ ਦੂਜਾ ਗੁਣ ਹੈ ਜ਼ਿੰਦਗੀ ਦੇ ਅੰਦਰ ਦਇਆ। ਦਇਆ ਚਾਹੀਦੀ ਹੈ। ਜਿਸ ਦੇ ਅੰਦਰ ਦਇਆ ਹੋਏਗੀ, ਉਹ ਕਿਸੇ ਦੂਜੇ ਦਾ ਦੁੱਖ ਵੇਖ ਸਕੇਗਾ। ਜਿਸ ਦੇ ਅੰਦਰ ਦਇਆ ਹੋਏਗੀ, ਉਹਨੂੰ ਪੜੋਸੀ ਵੀ ਨਜ਼ਰੀ ਪਵੇਗਾ, ਉਹਨੂੰ ਆਪਣਾ ਜਿਹੜਾ ਮਾੜਾ ਰਿਸ਼ਤੇਦਾਰ ਹੈ ਉਹ ਵੀ ਨਜ਼ਰੀ ਪਵੇਗਾ, ਕੋਈ ਲੋੜਵੰਦ ਵੀ ਨਜ਼ਰੀ ਪਵੇਗਾ। ਔਰ ਉਹ ਇਸ ਦੁਨੀਆ ਤੇ ਕਦੇ ਅਤਿਆਚਾਰ ਨਹੀਂ ਕਰੇ। ਘੱਟ ਘੱਟ ਵਾਜਹਿ ਨਾਦ, ਜੋ ਕਿ ਇੱਕ ਸਿੰਘੀ ਵਜਾਉਂਦੇ ਨੇ, ਨਾਦੀ ਇੱਕ ਸਾਜ਼ ਨਿੱਕਾ ਜਿਹਾ ਉਹ ਵਜਾਉਂਦੇ ਨੇ ਫੂਕ ਮਾਰ ਕੇ ਭੰਡਾਰਾ ਛਕਣ ਦੇ ਟਾਈਮ। ਤੇ ਗੁਰੂ ਜੀ ਕਹਿੰਦੇ ਨੇ, ਜੇ ਇਹ ਨਾਦ ਵਜਾਉਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਜਾਂ ਸਚਿਆਰ ਹੁੰਦਾ ਹੋਵੇ ਬੰਦਾ, ਤਾਂ ਇਹ ਤਾਂ ਬੜਾ ਸੌਖਾ ਕੰਮ। ਜਿਹੜਾ ਮਰਜ਼ੀ ਨਾਦ ਵਜਾਣਾ ਸਿੱਖ ਲੇਗਾ, ਬੰਸਰੀ ਵਜਾਣੀ ਸਿੱਖ ਲੇਗਾ। ਹੁਣ ਸਾਨੂੰ ਵੀ ਦੱਸਿਆ ਜਾਂਦਾ ਨਾ, ਜੋਗੀ ਵੀ ਸੁਣਦੇ ਨੇ ਦਸਮ ਦੁਆਰ ਦੇ ਅੰਦਰ ਕਿ ਵਾਜੇ ਵੱਜਦੇ ਹਨ। ਸਾਡੇ ਬਾਬੇ ਵੀ ਕਹਿੰਦੇ ਨੇ ਕਿ ਦਸਮ ਦੁਆਰ ਦੇ ਅੰਦਰ ਜਦੋਂ ਪ੍ਰਾਣ ਚੜਾਓਗੇ, ਸਮਾਧੀ ਲੱਗੇਗੀ, ਤਾਂ ਤੁਹਾਨੂੰ 5 ਸ਼ਬਦ ਸੁਣਨਗੇ। ਜਿਹੜੇ ਤਾਰ ਵਾਲੇ ਸਾਜ਼ ਨੇ, ਚਮੜੇ ਨਾਲ ਵੱਜਣ ਵਾਲੇ ਸਾਜ਼ ਢੋਲਕੀ ਆਦਿਕ ਨੇ, ਹਵਾ ਦੇ ਨਾਲ ਵੱਜਣ ਵਾਲੇ ਸਾਜ਼ ਬੰਸਰੀ ਵਗੈਰਾ ਨੇ, ਚਮੜੇ ਨਾਲ ਵੱਜਣ ਵਾਲੇ ਸਾਜ਼ ਨੇ, ਔਰ ਧਾਤੂ ਨਾਲ ਵੱਜਣ ਵਾਲੇ ਸਾਜ਼ ਛੈਣੇ ਵਗੈਰਾ ਤੇ ਘੜਾ ਵਗੈਰਾ। ਹੁਣ ਦਸਮ ਦੁਆਰ ਵਿੱਚ ਪ੍ਰਾਣ ਚੜਾਓ, ਸਮਾਧੀ ਲਾਓ, ਤੇ ਤੁਹਾਨੂੰ ਅੰਦਰ ਬੰਸਰੀ ਵੱਜਦੀ ਸੁਣੇਗੀ। ਮੰਨ ਲਓ ਐਸਾ ਕੋਈ ਸਿਸਟਮ ਹੈ ਨਹੀਂ ਜਿਹਨੂੰ ਇਹ ਲੋਕ ਦਸਮ ਦੁਆਰ ਕਹਿੰਦੇ ਨੇ, ਉਹ ਦਸਮ ਦੁਆਰ ਨਹੀਂ ਹੈ। ਗੁਰਬਾਣੀ ਵਿੱਚ ਦਸਮ ਦੁਆਰ ਦਿਮਾਗ ਨੂੰ ਆਖਿਆ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਦਿਮਾਗ ਸ਼ਬਦ ਆਪ ਨੂੰ ਨਹੀਂ ਮਿਲੇਗਾ। ਦਿਮਾਗ ਸ਼ਬਦ ਵਾਸਤੇ ਦਸਮ ਦੁਆਰ ਸ਼ਬਦ ਵਰਤਿਆ ਹੈ। ਦਸਮ ਦੁਆਰ ਦਾ ਮਤਲਬ ਸਾਡਾ ਬ੍ਰੇਨ। ਤਾਂ ਹੁਣ ਜੇਕਰ ਅੰਦਰ ਮੰਨ ਲਓ ਸਪੋਜ਼ ਕਿ ਕੋਈ ਬੰਦਾ 10 ਘੰਟੇ ਜਾਂ 10 ਸਾਲ ਤੱਕ ਸਮਾਧੀ ਲਾਉਂਦਾ ਰਿਹਾ, ਰੋਜ਼ 8-8, 10-10 ਘੰਟੇ ਲਾ ਕੇ 10 ਸਾਲ ਸਮਾਧੀ ਲਾਈ, ਤੇ 10 ਸਾਲ ਬਾਅਦ ਉਹਨੂੰ ਦਿਮਾਗ ਦੇ ਅੰਦਰ ਕਿਤੇ ਟੂੰ ਟੂੰ ਦੀ ਆਵਾਜ਼ ਸੁਣ ਵੀ ਜਾਏ, ਮੰਨ ਲਓ ਸਪੋਜ਼ ਸ਼ਬਦ, ਸਪੋਜ਼ ਕਿ ਉਹਨੂੰ ਬੰਸਰੀ ਵੱਜਦੀ ਅੰਦਰ ਸੁਣ ਵੀ ਜਾਏ, ਤਾਂ ਉਹਦੇ ਨਾਲ ਕੀ ਭਲਾ ਹੋਇਆ, ਉਹਦਾ ਵੀ ਔਰ ਸਮਾਜ ਦਾ ਵੀ। ਮੈਂ ਤਾਂ ਇਹ ਕਹਾਂਗਾ ਕਿ ਉਹਨੇ 10 ਸਾਲ ਬੇਕਾਰ ਕੀਤੇ, ਆਪਣੇ ਗਵਾਏ। ਉਹ ਹੀ 10 ਸਾਲ ਕੰਮ ਕਰਦਾ, ਓਵਰ ਟਾਈਮ ਲਗਾਉਂਦਾ, 4 ਪੈਸੇ ਕਮਾਉਂਦਾ, ਆਪਣਾ ਘਰ ਬਣਾਉਂਦਾ, ਬੱਚਿਆਂ ਨੂੰ ਚੰਗਾ ਪੜ੍ਹਾਉਂਦਾ,
ਕਿਸੇ ਹੋਰ ਦੀ ਹੈਲਪ ਕਰਦਾ ਤੇ 2-3 ਪਾਉਂਡ ਦੀ ਬੰਸਰੀ ਬਾਜ਼ਾਰ ਚੋਂ ਲੈ ਕੇ ਵਜਾ ਲੈਂਦਾ। ਤੂੰ ਹੀ ਕਰਨੀ ਸੀ ਨਾ। ਬੰਸਰੀ ਵਾਸਤੇ ਇੰਨਾ ਟਾਈਮ ਬਰਬਾਦ ਕਰਨਾ। ਬੰਸਰੀ ਵਾਦਨ ਤੁਸੀਂ YouTube ਤੇ ਸੁਣ ਲਓ, ਬਹੁਤ ਚੰਗੇ ਬੰਸਰੀ ਵਾਦਨ ਨੇ, ਉਹ ਤੋਂ ਸੁਣ ਲਓ। ਸਾਨੂੰ ਕਿਹਾ ਜਾਂਦਾ ਹੈ ਤੁਹਾਡੇ ਸਮਾਧੀ ਲਾਓਗੇ ਅੰਦਰ ਚਾਨਣ ਹੋਏਗਾ, ਚਾਨਣ ਹੋਏਗਾ। ਮੰਨ ਲਓ ਸਪੋਜ਼ ਕਿ 10-20 ਸਾਲ ਲਗਾ ਕੇ ਚਾਨਣ ਤੁਹਾਡੇ ਅੰਦਰ ਕੋਈ ਝਲਕਾਰਾ ਪੈ ਵੀ ਗਿਆ, ਸਪੋਜ਼ ਮੰਨ ਲਓ, ਤੇ 10 ਸਾਲ ਬੇਕਾਰ ਲਾਏ ਨਾ। 1.5 ਪਾਉਂਡ ਦਾ ਲਿਆਈਏ ਨਾ, 2 ਪਾਉਂਡ ਦਾ ਬਲਬ 200 ਵਾਟ ਦਾ, ਸਾਰਾ ਕਮਰਾ ਪਾਟਣ ਵਾਲਾ ਕਰ ਬਲਬ ਲਿਆ ਕੇ ਲਾ ਲੈਂਦੇ। ਤਾਂ ਰੱਬ ਕੋਈ ਐਸਾ ਨਾਦ ਨਹੀਂ ਹੈ, ਰਾਗੈ ਨਾਦੈ ਬਾਹਰਾ ਇਨਾ ਹੁਕਮ ਨਾ ਬੁਝਿਆ ਜਾਏ। ਜੇ ਰੱਬ ਚਾਨਣੇ ਵਿੱਚ ਤੇ ਹਨੇਰੇ ਵਿੱਚ ਕੌਣ ਹੈ? ਹਨੇਰੇ ਵਿੱਚ ਵੀ ਤੇ ਹੈ ਨਾ। ਇਸ ਲਈ ਗੁਰੂ ਜੀ ਕਹਿੰਦੇ ਹਨ ਘਟ ਘਟ ਵਾਜਹਿ ਨਾਦ। ਨਾਦ ਦਾ ਮਤਲਬ ਜੀਵਨ ਰੋ, ਜੀਵਨ ਸੱਤਿਆ। ਹਰ ਘਟ ਦੇ ਅੰਦਰ, ਘਟ ਦਾ ਮਤਲਬ ਸਰੀਰ, ਹਰ ਸਰੀਰ ਦੇ ਅੰਦਰ ਹੀ ਨਾਦ ਵੱਜ ਰਿਹਾ ਹੈ। ਜੀਵਨ ਰੋ ਹੈ ਹਰ ਸਰੀਰ ਦੇ ਅੰਦਰ, ਤੇ ਰੱਬ ਹੈ ਨਾ, ਜਿਹਨੂੰ ਗੁਰਦੇਵ ਨੇ ਪਾਵਨ ਬਾਣੀ ਵਿੱਚ ਕਿਹਾ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰੱਬ ਤੋਂ ਬਿਨਾ ਕੌਣ ਬੋਲਦਾ ਹੈ? ਹੁਣ ਦਸਮ ਦੁਆਰ ਦੇ ਵਿੱਚ ਬੰਸਰੀਆਂ ਬੰਦਾ ਸੁਣਨਾ ਚਾਹੁੰਦਾ ਹੈ, ਲੇਕਿਨ ਜੋ ਸਾਹਮਣੇ ਰੱਬ ਬੈਠੇ ਨੇ, ਮੇਰੀਆਂ ਭੈਣਾਂ ਵੀਰ, ਜਾਂ ਸਾਡੇ ਸਮਾਜ ਦੇ ਅੰਦਰ ਲੋਕ, ਇਹਨਾਂ ਦੀ ਗੱਲ ਦੇ ਅੰਦਰ ਆਵਾਜ਼ ਵਿੱਚ ਰੱਬ ਦੀ ਆਵਾਜ਼ ਨਹੀਂ ਵਿੰਦਾ। ਗੁਰੂ ਜੀ ਕਹਿੰਦੇ ਨੇ ਬੋਲ ਹੀ ਰੱਬ ਰਿਹਾ ਸਾਰਿਆਂ ਦੇ ਅੰਦਰ, ਸਭੈ ਘਟ ਰਾਮ ਬੋਲੇ। ਮਾਂ ਪਿਓ ਦੀ ਆਵਾਜ਼ ਨਹੀਂ ਸਿਖਾਉਂਦੀ। ਮਾਂ ਪਿਓ ਦੀ ਆਵਾਜ਼ ਦੇ ਵਿੱਚੋਂ ਰੱਬ ਦੀ ਆਵਾਜ਼ ਸੁਣਦਾ ਤੈਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਾ ਪੈਂਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਮੈਂ ਸਾਂਝੇ ਕਰਦਿਆਂ। ਔਰ ਜਿੱਥੇ ਵੀ ਮੈਂ ਜਾਵਾਂ ਘੱਟ ਤੋਂ ਘੱਟ ਨੌਜਵਾਨ ਧੀਆਂ ਭੈਣਾਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਹੁੰਦਾ। ਭਾਈ ਗੁਰਦਾਸ ਜੀ ਤੋਂ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਜੀ, ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਬੇਈਮਾਨ ਬੰਦਾ ਕੌਣ ਹੈ? ਕਿਉਂਕਿ ਤੁਹਾਨੂੰ ਗੁਰਬਾਣੀ ਲਿਖਣ ਦਾ ਮਾਣ ਪ੍ਰਾਪਤ ਹੋਇਆ ਹੈ, ਤੁਸੀਂ ਗੁਰਬਾਣੀ ਪੜ੍ਹੀ ਹੈ, ਗਾਈ ਹੈ, ਸਮਝੀ ਹੈ, ਤੁਸੀਂ ਵੇਦ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ, ਗੁਰੂ ਸਾਹਿਬ ਜੀ ਦੀ ਰਹਿਮਤ ਦੇ ਪਾਤਰ ਹੋ, ਰੱਬ ਦੇ ਨਾਲ ਆਪ ਇਕਸੁਰ ਹੋਏ ਹੋ। ਜਿੰਨਾ ਉੱਤਰ ਤੁਸੀਂ ਚੰਗਾ ਦੇ ਸਕਦੇ ਹੋ, ਹੋਰ ਕਿਤੋਂ ਉੱਤਰ ਮਿਲਣਾ ਨਹੀਂ। ਬੇਈਮਾਨ ਬੰਦਾ ਕੌਣ ਹੈ ਦੁਨੀਆ ਦਾ? ਸਭ ਤੋਂ ਵੱਡਾ ਬੇਈਮਾਨ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਜਿਹੜਾ ਬੰਦਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਘਰ ਬਜ਼ੁਰਗ ਮਾਂ ਬਾਪ ਘਰ ਨੇ, ਉਹਨਾਂ ਦੀ ਸੇਵਾ ਨਹੀਂ ਕਰਦਾ, ਪਰ ਬਾਹਰ ਦਾਨ ਪੁੰਨ ਕਰਦਾ ਫਿਰਦਾ, ਦੁਨੀਆ ਦਾ ਸਭ ਤੋਂ ਵੱਡਾ ਬੇਈਮਾਨ ਬੰਦਾ। ਘਰ ਸੱਸ ਤੇ ਸਹੁਰਾ ਬਜ਼ੁਰਗ ਨੇ, ਤੇ ਨੂੰਹ ਰਾਣੀ ਉਹਨਾਂ ਨੂੰ ਮਾਣ ਸਤਿਕਾਰ ਨਹੀਂ ਦਿੰਦੀ, ਟਾਈਮ ਨਾਲ ਰੋਟੀ ਨਹੀਂ ਦਿੰਦੀ, ਤੇ ਬਾਬਿਆਂ ਨੂੰ ਪਰੌਂਠੇ ਬਣਾ ਕੇ ਖਵਾਉਂਦੀ ਫਿਰਦੀ ਹੈ। ਦੁਨੀਆ ਦੀ ਸਭ ਤੋਂ ਬੇਈਮਾਨ ਔਰਤ ਹੈ ਉਹ। ਇਸ ਲਈ ਘਰ ਦੇ ਅੰਦਰ ਨੌਜਵਾਨੋ ਬਜ਼ੁਰਗਾਂ ਦੀ ਸੇਵਾ ਕਰੋ। ਮਾਂ ਬਾਪ ਦੀ ਅਸ਼ੀਸ਼ ਜਦੋਂ ਲਓਗੇ ਨਾ, ਉਹਨਾਂ ਦੀ ਸੇਵਾ ਕਰੋਗੇ, ਉਹਨਾਂ ਦੇ ਨਾਲ ਪਿਆਰ ਨਾਲ ਬੈਠ ਕੇ ਗੱਲਬਾਤ ਕਰੋਗੇ, ਤੇ ਜਦੋਂ ਉਹ ਤੁਹਾਨੂੰ ਆਪਣੇ ਸੀਨੇ ਨਾਲ ਲਾ ਕੇ ਅਸ਼ੀਸ਼ ਦੇਣਗੇ, ਤੁਹਾਡਾ ਬੇੜਾ ਪਾਰ ਹੋ ਜਾਏਗਾ। ਕਿੰਨੀ ਸ਼ਾਂਤੀ ਮਿਲੇਗੀ ਨਾ। ਤੇ ਜੇ ਮਾਂ ਪਿਓ ਨੂੰ ਇਹ ਕਹਿਣਾ ਪੈ ਗਿਆ ਵੀ ਇਹਦੇ ਨਾਲ ਤੂੰ ਨਾ ਹੀ ਜਾਂਦਾ। ਭਾਈ ਸਾਹਿਬ ਦੂਜੀ ਗੱਲ ਕਹਿੰਦੇ ਨੇ ਮਾਂ ਪਿਓ ਪਰ ਹਰ ਤੀਰਥ ਜਾਹੇ, 68 ਤੀਰਥ ਘੁੰਮਣ ਵਾਣੀ। ਕਿ ਜਿਹੜਾ ਮਾਂ ਪਿਓ ਦੀ ਸੇਵਾ ਛੱਡ ਕੇ ਤੀਰਥਾਂ ਤੇ ਨਹਾਉਂਦਾ ਫਿਰਦਾ, ਸਮਝ ਲਓ ਉਹ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਬੰਦਾ ਹੈ। ਮਾਂ ਪਿਓ ਦੀ ਆਵਾਜ਼ ਵਿੱਚ ਜੇ ਰੱਬ ਦੀ ਆਵਾਜ਼ ਸੁਣਦਾ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭੁੱਕੇ ਹਾਕਾੜਾ ਜੀਓ। ਤੇ ਸਾਡੇ ਪਰਿਵਾਰਾਂ ਦੀ ਹਾਲਾਤ ਕੈਸੀ ਹੋਣੀ ਸੀ, ਸਾਡਾ ਇਹ ਸਮਾਜ ਕੈਸਾ ਹੋਣਾ ਸੀ। ਤੁਹਾਨੂੰ ਮੇਰੀ ਆਵਾਜ਼ ਵਿੱਚ ਔਰ ਮੈਨੂੰ ਤੁਹਾਡੀ ਆਵਾਜ਼ ਵਿੱਚ ਰੱਬ ਦੀ ਆਵਾਜ਼ ਸੁਣਾਈ ਦਿੰਦੀ ਤਾਂ ਸਾਡਾ ਮਿਲਵਰਤਨ ਕੈਸਾ ਹੋਣਾ ਸੀ। ਮੇਰੇ ਬੋਲ ਰੱਬ ਵਰਗੇ ਹੁੰਦੇ, ਸੱਚੇ ਔਰ ਪਿਆਰੇ, ਤੁਹਾਡੇ ਬੋਲ ਵੀ ਰੱਬ ਵਰਗੇ ਸੱਚੇ ਔਰ ਪਿਆਰੇ ਹੁੰਦੇ ਤਾਂ ਕੈਸੀ ਜ਼ਿੰਦਗੀ ਹੋਣੀ ਸੀ। ਲੇਕਿਨ ਅਸੀਂ ਇਹਨਾਂ ਦੇ ਭੁਲੇਖੇ ਪਾਏ ਹੋਏ, ਔਰ ਅਸੀਂ ਦਸਮ ਦੁਆਰ ਵਿੱਚ ਸਮਾਧੀਆਂ ਲਾਉਣ ਦੀ ਟਰਾਈ ਕਰ ਰਹੇ ਹਾਂ, ਪਰ ਜੋ ਗੁਰਬਾਣੀ ਦੇ ਅੰਦਰ ਸਾਫ਼ ਸੌਖੀਆਂ ਗੱਲਾਂ ਕਹੀਆਂ ਨੇ, ਉਹਨਾਂ ਨੂੰ ਅਪਣਾਇਆ ਔਰ ਸਮਝਿਆ ਨਹੀਂ।
ਜਿਨ੍ਹਾਂ ਗੱਲਾਂ ਤੋਂ ਗੁਰੂ ਜੀ ਜੋਗੀਆਂ ਨੂੰ ਵਰਜ ਰਹੇ ਨੇ, ਉਹਨਾਂ ਚੱਕਰਾਂ ਵਿੱਚ ਅਸੀਂ ਪਏ ਹੋਏ ਹਾਂ। ਔਰ ਸਾਡੇ ਬਹੁਤ ਸਾਰੇ ਬਹੁਤਾਤ ਗਿਣਤੀ ਜੋ ਪ੍ਰਚਾਰਕ ਵੀਰਾਂ ਦੀ, ਸਾਰਿਆਂ ਦੀ ਨਹੀਂ, ਬਹੁਤਾਤ ਗਿਣਤੀ ਜਿਹੜੀ ਹੈ ਸਾਨੂੰ ਇਹਨਾਂ ਚੱਕਰਾਂ ਵਿੱਚ ਪਾਇਆ ਹੈ। ਤਾਂ ਗੁਰੂ ਜੀ ਕਹਿਣ ਲੱਗੇ, ਭੁਗਤ ਗਿਆਨ ਕਿ ਜੋਗੀਓ ਚੂਰਮਾ ਖਾਓ ਗਿਆਨ ਦਾ, ਦਇਆ ਨੂੰ ਬਣਾਓ ਭੰਡਾਰਨ, ਔਰ ਹਰ ਹਿਰਦੇ ਦੇ ਅੰਦਰ ਵਸਦੇ ਰੱਬ ਨੂੰ ਵੇਖੋ। ਹਰ ਇੱਕ ਦੀ ਆਵਾਜ਼ ਵਿੱਚ ਉਹਦੀ ਆਵਾਜ਼ ਨੂੰ ਸੁਣੋ, ਮਹਿਸੂਸ ਕਰੋ। ਆਪ ਨਾਥ ਨਾਥੀ ਸਭ ਜਾਕੀ। ਨਾਥੀ ਦਾ ਮਤਲਬ ਨੱਥੀ ਹੋਈ, ਜਿਵੇਂ ਨੱਥ ਨਹੀਂ ਪਾ ਲੈਂਦੇ, ਜਿਵੇਂ ਤੁਸੀਂ ਸਾਰੇ ਇੰਡੀਆ ਚੋਂ ਆਏ, ਖੇਤੀ ਕਰਦੇ ਹੋਏ ਬੈਲਾਂ ਨੂੰ ਨੱਥ ਪਾਈ ਦੀ ਸੀ, ਝੋਟਿਆਂ ਨੂੰ ਨੱਥ ਪਾਈ ਦੀ ਸੀ ਨਾ, ਜਿਸ ਕਰਕੇ ਉਹ ਜਿੱਧਰ ਉਹਨੂੰ ਖਿੱਚਿਆ ਜਾਏ ਤੇ ਉਧਰ ਉਹ ਜਾਂਦੇ ਨੇ। ਹੁਣ ਜੋਗੀਆਂ ਦਾ ਇੱਕ ਵੱਡਾ ਨਾਥ ਹੁੰਦਾ ਹੈ, ਔਰ ਉਸ ਨਾਥ ਨੂੰ ਉਹ ਮੱਥਾ ਟੇਕਦੇ ਨੇ, ਉਹਨੂੰ ਮੰਨਦੇ ਨੇ, ਪੂਜਨੀਕ ਮੰਨਦੇ ਹਨ, ਉਹਦੀ ਆਗਿਆ ਵਿੱਚ ਸਾਰੇ ਚੱਲਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਪਿਆਰਿਓ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਮੱਥਾ ਟੇਕਣ ਦੀ ਲੋੜ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਦੇ ਹੁਕਮ ਵਿੱਚ ਤੁਰਨ ਦੀ ਲੋੜ ਨਹੀਂ ਪਵੇਗੀ। ਆਪ ਨਾਥ, ਰੱਬ ਆਪ ਸਾਰਿਆਂ ਦਾ ਮਾਲਕ ਹੈ। ਨਾਥੀ ਸਭ ਜਾਕੀ, ਸਾਰੀ ਸ੍ਰਿਸ਼ਟੀ ਜਿਹਦੀ ਨੱਥੀ ਹੋਈ ਹੈ, ਸਾਰੀ ਸ੍ਰਿਸ਼ਟੀ ਨੂੰ ਜਿਹਨੇ ਨੱਥ ਪਾਈ ਹੈ, ਜੋ ਚਲਾ ਰਿਹਾ ਹੈ। ਨੱਥ ਪਾਉਣ ਦਾ ਮਤਲਬ ਜੋ ਹੁਕਮ ਵਿੱਚ ਚਲਾ ਰਿਹਾ ਹੈ। ਇੱਕ ਸਿੱਧ ਦੇ ਆਗਿਆ ਵਿੱਚ ਤੇ 5, 10, 20, 50, 100, 200 ਬੰਦਾ ਹੋਏਗਾ, ਪਰ ਰੱਬ ਦੇ ਹੁਕਮ ਦੇ ਅੰਦਰ ਤਾਂ ਸਾਰੀ ਕਾਇਨਾਤ ਕੰਮ ਕਰ ਰਹੀ ਹੈ। ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨੇ, ਨਕਸ਼ਤਰ ਨੇ, ਤਾਰੇ ਨੇ, ਵਨਸਪਤੀ ਹੈ, ਮਨੁੱਖ ਮਾਤਰ ਹੈ, ਜੀਵ ਜੰਤ ਨੇ, ਪੌਣ ਪਾਣੀ ਬੈਸੰਤਰ ਆਦਿਕ ਹੈ। ਇਹ ਸਭ ਰੱਬੀ ਸਿਸਟਮ ਦੇ ਅੰਦਰ ਕਾਰ ਕਰ ਰਹੀ ਹੈ, ਜੋ ਸਾਰਿਆਂ ਨੂੰ ਆਪਣੇ ਹੁਕਮ ਦੇ ਅੰਦਰ ਚਲਾ ਰਿਹਾ ਹੈ। ਉਹਨੂੰ ਨਾਥ ਸਮਝੋ, ਤੇ ਉਹ ਨਾਥ ਹਰ ਇੱਕ ਦੇ ਅੰਦਰ ਬੈਠਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਅਸਲ ਦੇ ਅੰਦਰ ਗੁਰੂਦੇਵ ਪਾਤਸ਼ਾਹ ਜੀ ਮਨੁੱਖ ਦੀ ਸੋਚ ਨੂੰ ਇੰਨੀ ਮਹਾਨ ਔਰ ਵਿਸ਼ਾਲ ਬਣਾਉਣਾ ਚਾਹੁੰਦੇ ਹਨ ਕਿ ਹਰ ਬੰਦਾ ਬੰਦੇ ਦਾ ਰੱਬ ਜਿੰਨਾ ਪਿਆਰ, ਸਤਿਕਾਰ, ਆਦਰ ਕਰੇ, ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਪ੍ਰਗਟ ਕਰਕੇ ਰੱਬ ਵਰਗਾ ਹੋਵੇ। ਇਹਨਾਂ ਕਰਮ ਕਾਂਡਾਂ ਦੇ ਨਾਲ ਸਚਿਆਰ ਨਹੀਂ ਹੋਇਆ ਜਾਣਾ, ਕਿਉਂਕਿ ਸਾਡੀ ਜ਼ਿੰਦਗੀ ਦਾ ਮਕਸਦ ਸਚਿਆਰ ਹੋਣਾ ਹੈ ਨਾ। ਗੁਰੂਦੇਵ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ। ਗੁਰਬਾਣੀ ਸਾਡਾ ਆਧਾਰ ਹੈ ਜੀਵਨ ਦਾ, ਸਾਡੇ ਜੀਵਨ ਦੀ ਥੰਮੀ ਹੈ ਗੁਰਬਾਣੀ। ਗੁਰਬਾਣੀ ਹੀ ਸਾਡਾ ਗੁਰੂ ਹੈ। ਗੁਰਬਾਣੀ ਰਾਹੀਂ ਅਸੀਂ ਜ਼ਿੰਦਗੀ ਜੀਣੀ ਹੈ। ਗੁਰਬਾਣੀ ਦੇ ਪਾਵਨ ਬਚਨਾਂ ਨੂੰ ਮੰਨਣਾ ਹੈ, ਸੁਣਨਾ ਹੈ, ਪੜ੍ਹਨਾ ਹੈ, ਵਿਚਾਰਨਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਇੰਨੀ ਉੱਚੀ ਜ਼ਿੰਦਗੀ ਤੁਹਾਡੀ ਹੋ ਸਕਦੀ ਹੈ ਜੇ ਤੁਸੀਂ ਪਾਵਨ ਬਾਣੀ ਮੁਤਾਬਕ ਜੀਵੋਗੇ। ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾਂ ਸਾਧ। ਇਹਨੂੰ ਅਵਰਾ ਨਹੀਂ ਪੜ੍ਹਨਾ, ਬਿੰਦੀ ਲਗਾ ਕੇ ਪੜਾਂਗੇ, ਅਵਰਾਂ। ਅਵਰਾਂ ਦਾ ਮਤਲਬ ਹੋਰ ਹੋਰ ਪਾਸੇ ਦਾ, ਸਾਧ ਦਾ ਮਤਲਬ ਸਵਾਦ, ਰਿੱਧ ਸਿੱਧ ਦਾ ਮਤਲਬ ਜੋ ਰਿੱਧੀਆਂ ਸਿੱਧੀਆਂ ਨੇ। ਗੁਰੂ ਜੀ ਕਹਿੰਦੇ ਨੇ ਹੋਰਲੇ ਪਾਸੇ ਦਾ ਸਵਾਦ ਹੈ, ਇਹ ਰਿੱਧੀਆਂ ਸਿੱਧੀਆਂ ਸਚਿਆਰ ਨਹੀਂ ਬਣਾਉਂਦੀਆਂ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਰਿੱਧੀਆਂ ਸਿੱਧੀਆਂ ਮੋਹ ਦਾ ਕਾਰਨ ਨੇ। ਜੋ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ ਚਾਹੁੰਦੇ ਨੇ ਨਾ, ਰਿੱਧੀਆਂ ਸਿੱਧੀਆਂ ਕੀ ਨੇ ਕਿ ਕਿਸੇ ਮੰਤਰ ਨੂੰ ਬਾਰ-ਬਾਰ ਪੜੋ, ਬਾਰ-ਬਾਰ ਪੜੋ, ਤੁਹਾਡੇ ਅੱਗੇ ਦੇਵਤਾ ਪ੍ਰਗਟ ਹੋਵੇ ਤੇ ਉਹ ਤੁਹਾਨੂੰ ਆਣ ਕੇ ਵਰ ਦੇਵੇ ਵੀ ਜੋ ਤੁਸੀਂ ਕਹੋਗੇ ਉਹ ਹੋ ਜਾਏਗਾ, ਜੋ ਮੰਗੋਗੇ ਮਿਲ ਜਾਏਗਾ। ਤੇ ਉਹਦੇ ਨਾਲ ਕੀ ਹੋਏਗਾ? ਬੰਦਾ ਆਪਣੇ ਵਾਸਤੇ ਨਾ ਸਵਾਰਥੀ ਹੈ ਨਾ, ਤਾਂ ਇਹ ਮੋਹ ਔਰ ਸਵਾਰਥ ਤੋਂ ਉੱਤੇ ਕੁਛ ਨਹੀਂ ਹੈ। ਦੁਨੀਆ ਦਾ ਹੀ ਮੋਹ ਪੈਦਾ ਕਰਦੀਆਂ ਨੇ। ਇਹਨਾਂ ਰਿੱਧੀਆਂ ਸਿੱਧੀਆਂ ਦੇ ਨਾਲ ਕੋਈ ਰੱਬ ਨੂੰ ਥੋੜਾ ਪਾ ਸਕਦਾ ਹੈ। ਇਹਨਾਂ ਰਿੱਧੀਆਂ ਸਿੱਧੀਆਂ ਦੇ ਨਾਲ ਕੋਈ ਸਚਿਆਰ ਥੋੜਾ ਹੋ ਸਕਦਾ ਹੈ। ਜੇ ਹੋ ਸਕਦਾ ਹੈ ਤੇ ਦੱਸੋ ਕੋਈ ਹੋਇਆ ਰਿੱਧੀਆਂ ਸਿੱਧੀਆਂ ਦੇ ਨਾਲ? ਬਿਲਕੁਲ ਵੀ ਨਹੀਂ ਹੋਇਆ। ਔਰ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਗੁਰਮਤ ਨੇ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ। ਇਸ ਲੋਕਾਂ ਦੇ ਅੰਦਰ ਅੱਜ ਵੀ ਅਸੀਂ ਦੇਖਦੇ ਹਾਂ, ਬਹੁਤ ਸਾਰੇ ਲੋਕ ਭਰਮਾਂ ਵਹਿਮਾਂ ਦੇ ਅੰਦਰ ਪਾਉਂਦੇ ਹਨ ਕਿ ਫਲਾਣੇ ਬਾਬੇ ਕੋਲ ਤੇ ਬੜੀ ਤਾਕਤ ਹੈ, ਫਲਾਣੇ ਬਾਬੇ ਕੋਲ ਤੇ ਬੜੀ ਸ਼ਕਤੀ ਹੈ, ਉਹਦਾ ਜੀਵਨ ਬੜਾ ਉੱਚਾ ਹੈ, ਬੜੇ ਕਮਾਈ ਵਾਲੇ ਨੇ ਬਾਬਾ ਜੀ। ਹੁਣ ਕਮਾਈ ਵੀ ਕੰਮ ਤੇ ਕਦੇ ਉਹਨੇ ਕੀਤਾ ਨਹੀਂ, ਤੇ ਕਮਾਈ ਵਾਲੇ ਕੌਣ ਨੇ? ਕਮਾਈ ਵਾਲੇ ਤੇ ਕਿਸਾਨ ਨੇ, ਕਮਾਈ ਵਾਲੇ ਤੇ ਮਜ਼ਦੂਰ ਨੇ, ਵਰਕਰ ਨੇ, ਜੋ ਕਮਾਈ ਕਰਦੇ ਨੇ। ਤਾਂ ਇਹਨਾਂ ਚੀਜ਼ਾਂ ਨੇ ਸਾਨੂੰ ਭਟਕਾਇਆ। ਰਿੱਧੀਆਂ ਸਿੱਧੀਆਂ ਦੇ ਮੋਹ ਵਿੱਚ ਨਹੀਂ ਪੈਣਾ,
ਇਹ ਜੋਗੀਓ ਇਹ ਹੋਰ ਪਾਸੇ ਦਾ ਰਸ ਪੈਦਾ ਕਰਦੀਆਂ ਨੇ। ਇਹ ਸਾਨੂੰ ਸਚਿਆਰ ਨਹੀਂ ਬਣਾਉਂਦੀਆਂ, ਇਹ ਸਾਡੇ ਸਮਾਜ ਦਾ ਭਲਾ ਨਹੀਂ ਕਰਦੀਆਂ, ਇਹਨਾਂ ਦੇ ਨਾਲ ਕੁਝ ਵੀ ਮਿਲਣ ਵਾਲਾ ਨਹੀਂ ਹੈ, ਇਹ ਤੁਹਾਡਾ ਇੱਕ ਅੰਧ ਵਿਸ਼ਵਾਸ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹ ਰੱਬ ਸਾਰਿਆਂ ਦਾ ਨਾਥ ਹੈ, ਉਹਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਹੈ। ਕੋਈ ਵੀ ਰਿੱਧੀ ਸਿੱਧੀ, ਕੋਈ ਵੀ ਜਾਦੂ ਟੂਣਾ ਰੱਬ ਦੇ ਸਿਸਟਮ ਦੇ ਖਿਲਾਫ ਕੁਝ ਨਹੀਂ ਕਰ ਸਕਦਾ। ਕਿਹੜਾ ਹੈ ਬੰਦਾ ਰਿੱਧੀ ਸਿੱਧੀ ਵਾਲਾ? ਜਿਹੜਾ ਬੰਦਾ ਸੂਰਜ ਨੂੰ ਚੜ੍ਹਨ ਤੋਂ ਰੋਕ ਦੇਵੇ। ਹਾਂ, ਇਹੋ ਜਿਹੀਆਂ ਕਹਾਣੀਆਂ ਬੜੀਆਂ ਘੜੀਆਂ ਹੋ ਸਕਦੀਆਂ ਨੇ, ਜਿਵੇਂ ਵਿਸ਼ਵਕਰਮਾ ਦੇ ਨਾਲ ਇੱਕ ਜੋੜੀ ਹੈ ਨਾ ਕਹਾਣੀ, ਕਿ ਵਿਸ਼ਵਕਰਮਾ ਨੇ ਆਪਣੀ ਬੇਟੀ ਅੰਜਨਾ ਦਾ ਵਿਆਹ ਸੂਰਜ ਦੇ ਨਾਲ ਕਰ ਦਿੱਤਾ, ਤੇ ਉਹ ਫਿਰ ਸੂਰਜ ਦੀ ਤਪਸ਼ ਬਹੁਤ ਸੀ ਤੇ ਅੰਜਨਾ ਉਹਦੀ ਤਪਸ਼ ਨਾ ਸਹਾਰ ਸਕੀ, ਤਾਂ ਵਿਸ਼ਵਕਰਮਾ ਨੇ ਉਸ ਸੂਰਜ ਨੂੰ ਆਪਣੇ ਖਰਾਦ ਤੇ ਚੜਾ ਕੇ ਉਹਦਾ 8ਵਾਂ ਹਿੱਸਾ ਛਿੱਲ ਦਿੱਤਾ ਤੇ ਉਹਦੇ ਨਾਲ ਜਿਹੜੇ ਨੇ ਕੁਛ ਹਥਿਆਰ ਬਣਾ ਦਿੱਤੇ, ਵਿਸ਼ਨੂੰ ਦਾ ਚੱਕਰ ਤੇ ਹੋਰ ਬਹੁਤ ਕੁਛ। ਹੁਣ ਇਹੋ ਜਿਹੀਆਂ ਕਹਾਣੀਆਂ ਜੋੜੀਆਂ ਨੇ, ਲੋਕ ਇਹੋ ਜਿਹੇ ਮਿਥਿਆਸ ਨੂੰ ਮੰਨ ਰਹੇ ਨੇ, ਬਿਨਾਂ ਸਮਝਣ ਤੋਂ ਮੰਨੀ ਜਾਂਦੇ ਸਨ। ਲੇਕਿਨ ਅੱਜ ਲੋਕ ਪੜ੍ਹੇ ਲਿਖੇ ਨੇ, ਅੱਜ ਲੋਕ ਸਵਾਲ ਕਰਦੇ ਨੇ ਕਿ ਕਿੰਨੇ ਲੱਖ ਕਿਲੋਮੀਟਰ ਨਾ ਉੱਤੇ ਇੱਥੋਂ 8.5 ਮਿੰਟ ਟਾਈਮ ਲੱਗਦਾ ਹੈ ਸੂਰਜ ਦੇ ਪ੍ਰਕਾਸ਼ ਨੂੰ ਧਰਤੀ ਤੇ ਪਹੁੰਚਦਿਆਂ, ਤੇ ਮੇਰੇ ਖਿਆਲ ਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਮਿੰਟ ਜਾਂ ਸੈਕਿੰਡ ਦੇ ਵਿੱਚ 30 ਲੱਖ ਕਿਲੋਮੀਟਰ ਦੀ ਸਪੀਡ ਹੈ ਇਹਦੀ ਪ੍ਰਕਾਸ਼ ਦੀ, ਇੰਨਾ ਦੂਰ। ਤੇ ਕੀ ਵਿਸ਼ਵਕਰਮਾ ਦਾ ਖਰਾਦ ਇੰਨਾ ਉੱਚਾ ਸੀ? ਤੇ ਜਦੋਂ ਉਹਨੇ ਖਲੋ ਕੇ ਨਾਟ ਬੁਲਟ ਕੱਸੇ ਹੋਣਗੇ ਤੇ ਉਹ ਆਪ ਵਿਸ਼ਵਕਰਮਾ ਇੰਨਾ ਉੱਚਾ ਹੋਇਆ ਹੋਵੇਗਾ? ਜਾਂ ਉਹਨੇ ਸੂਰਜ ਨੂੰ ਥੱਲੇ ਸੱਦਿਆ ਹੋਣਾ ਵੀ ਲਿਆ ਤੈਨੂੰ ਛਿੱਲਾਂ? ਤੇ ਜੇ ਸੂਰਜ 2-4 ਕਿਲੋਮੀਟਰ ਧਰਤੀ ਦੇ ਨੇੜੇ ਆ ਜਾਏ ਤੇ ਧਰਤੀ ਤੇ ਕੱਖ ਬਚਣਾ ਵੀ ਨਹੀਂ ਹੈ। ਕਿਹੜਾ ਲੋਹਾ ਹੈ ਐਸਾ ਜਿਹੜਾ ਸੂਰਜ ਦੀ ਇੰਨੀ ਤਪਸ਼ ਨੂੰ ਝੇਲ ਸਕੇ? ਤਾਂ ਇਹ ਸਾਰੀਆਂ ਬਨਾਵਟੀ ਚੀਜ਼ਾਂ ਸਨ। ਅੱਜ ਵੀ ਲੋਕ ਕਈ ਕਰਾਮਾਤਾਂ ਵਿੱਚ ਵਿਸ਼ਵਾਸ ਰੱਖਦੇ ਹਨ, ਪਰ ਗੁਰੂ ਜੀ ਕਹਿੰਦੇ ਹਨ ਆਪ ਨਾਥ ਰੱਬ ਨੇ ਨੱਥਿਆ ਹੋਇਆ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹੂੰ ਮੈਂ ਕਹਿ ਨਾ ਕੋਈ, ਫਿਰ ਕੋਈ ਨਹੀਂ ਕਵੇਗਾ ਕਿ ਮੈਂ ਐਸਾ ਕਰ ਸਕਦਾ ਹਾਂ। ਹੁਕਮੈ ਅੰਦਰ ਸਭ ਕੋ, ਹਰ ਇਨਸਾਨ ਰੱਬੀ ਹੁਕਮ ਵਿੱਚ ਹੈ। ਐ ਸਿੱਧੋ ਜੋਗੀਓ ਇਹ ਕਰਾਮਾਤਾਂ ਤੁਹਾਡਾ ਵਹਿਮ ਨੇ। ਰੱਬ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਬੰਨਿਆ ਹੋਇਆ ਹੈ, ਸਿਸਟਮ ਦੇ ਅੰਦਰ। ਇਸ ਲਾਅ ਆਫ ਨੇਚਰ ਨੂੰ ਕੋਈ ਬਦਲ ਨਹੀਂ ਸਕਦਾ। ਕੋਈ ਐਸਾ ਬੰਦਾ ਨਹੀਂ ਜਿਹੜਾ ਆਪਣੀ ਤਾਕਤ ਦੇ ਨਾਲ ਕਣਕ ਬੀਜੀਏ ਤੇ ਕਣਕ ਤੋਂ ਜੌਂ ਪੈਦਾ ਹੋ ਜਾਣ, ਐਸਾ ਕੋਈ ਨਹੀਂ ਕਰ ਸਕਦਾ। ਕਣਕ ਤੋਂ ਕਣਕ ਹੀ ਪੈਦਾ ਹੋਏਗੀ। ਅਗਲਾ ਵਚਨ ਕਰਦੇ ਨੇ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ। ਸੰਜੋਗ ਔਰ ਵਿਜੋਗ ਨੂੰ ਸਮਝ ਲੈਣਾ ਕਿ ਇਸ ਦੁਨੀਆ ਨੂੰ ਕੌਣ ਚਲਾ ਰਿਹਾ ਹੈ। ਸੰਜੋਗ ਔਰ ਵਿਜੋਗ ਰੱਬੀ ਹੁਕਮ ਦੇ ਅੰਦਰ ਚਲਾ ਰਿਹਾ। ਸੰਜੋਗ ਦਾ ਮਤਲਬ ਰੱਬ ਦੇ ਹੁਕਮ ਦਾ ਉਹ ਅੰਸ਼ ਜਿਸ ਰਾਹੀਂ ਸਾਡਾ ਮਿਲਾਪ ਹੁੰਦਾ ਹੈ, ਤੇ ਵਿਜੋਗ ਦਾ ਮਤਲਬ ਰੱਬੀ ਨਿਯਮ ਦਾ ਉਹ ਅੰਸ਼ ਜਿਸ ਰਾਹੀਂ ਵਿਛੋੜਾ ਹੁੰਦਾ ਹੈ। ਇਹ ਸੰਜੋਗ ਔਰ ਵਿਜੋਗ ਦੋਵੇਂ ਇਸ ਜਗਤ ਦੀ ਕਾਰ ਨੂੰ ਚਲਾ ਰਹੇ। ਮਿਲਣਾ ਔਰ ਵਿਛੜਨਾ, ਜਨਮ ਔਰ ਮੌਤ। ਦੇਖੋ, ਜੇ ਇਸ ਦੁਨੀਆ ਵਿੱਚ ਕੇਵਲ ਸੰਜੋਗ ਹੋਵੇ, ਵਿਜੋਗ ਨਾ ਹੋਏ, ਸਿਰਫ ਜੀਵਨ ਹੋਏ, ਸਿਰਫ ਜੀਵਨ, ਕੱਲਾ ਜਨਮ ਹੋਵੇ, ਮੌਤ ਨਾ ਹੋਵੇ, ਹਰ ਰੋਜ਼ ਨਵੇਂ ਬੱਚੇ ਪੈਦਾ ਹੋਣ, ਪਸ਼ੂ ਪੰਛੀ ਪੈਦਾ ਹੋਣ, ਕੀੜੇ ਮਕੌੜੇ ਪੈਦਾ ਹੋਣ, ਸੱਪ ਬਿੱਛੂ ਆਦਿ ਪੈਦਾ ਹੋਣ, ਰੁੱਖ ਦਰਖਤ ਪੈਦਾ ਹੋਣ, ਇਹਨਾਂ ਵਿੱਚੋਂ ਮਰੇ ਕੋਈ ਵੀ ਨਾ, ਤਾਂ ਕੀ ਤੁਸੀਂ ਸਮਝਦੇ ਹੋ ਕਿ ਇਸ ਦੁਨੀਆ ਵਿੱਚ ਅਸੀਂ ਜ਼ਿੰਦਗੀ ਜੀ ਸਕਾਂਗੇ? ਇੱਥੇ ਖਲੋਣ ਬਹਿਣ ਲਈ ਕੀ, ਇੱਥੇ ਸਾਹ ਲੈਣ ਲਈ ਜਗ੍ਹਾ ਨਹੀਂ ਬਚਣੀ। ਕੁਰਬਲ ਕੁਰਬਲ ਕੀੜੇ ਸੱਪ ਦੂਜੇ ਤੀਜੇ ਕਰਨਗੇ, ਦੁਨੀਆ ਚੱਲ ਹੀ ਨਹੀਂ ਸਕਦੀ। ਇਸ ਲਈ ਮੌਤ ਵੀ ਜ਼ਰੂਰੀ ਹੈ। ਤੇ ਜੇ ਇਕੱਲੀ ਮੌਤ ਹੋਵੇ, ਜਨਮ ਨਾ ਹੋਏ, ਜੇ ਕੋਈ ਨਵਾਂ ਬੱਚਾ ਜਨਮ ਨਾ ਲਵੇ, ਨਵਾਂ ਪਸ਼ੂ ਪੰਛੀ ਜਾਂ ਕੋਈ ਵਨਸਪਤੀ ਨਵੀਂ ਨਾ ਜਨਮੇ, ਤੇ ਜਿਹੜੇ ਪਹਿਲਾਂ ਜਨਮੇ ਨੇ ਉਹ ਮਰਦੇ ਜਾਣ ਇੱਕ ਇੱਕ ਦੋ ਦੋ ਕਰਕੇ, ਤਾਂ 10-20-50 ਸਾਲ ਤੇ ਸ੍ਰਿਸ਼ਟੀ ਖਾਲੀ ਹੋ ਜਾਏਗੀ, ਧਰਤੀ ਖਾਲੀ ਹੋ ਜਾਏਗੀ, ਇੱਥੇ ਕੁਛ ਬਚੇਗਾ ਹੀ ਨਹੀਂ। ਇਸ ਲਈ ਜਨਮ ਵੀ ਚਾਹੀਦਾ ਹੈ ਔਰ ਮੌਤ ਵੀ ਚਾਹੀਦੀ। ਇਹ ਦੋਵੇਂ ਹੀ ਸੰਸਾਰ ਨੂੰ ਚਲਾ ਰਹੇ ਨੇ। ਸੰਜੋਗ ਔਰ ਵਿਜੋਗ, ਮਿਲਾਪ ਔਰ ਵਿਛੋੜਾ। ਅਸੀਂ ਹੁਣ ਸਾਹ ਲਿਆ ਨਾ ਅੰਦਰ, ਆਕਸੀਜਨ ਅੰਦਰ ਗਈ, ਤੇ ਜੇ ਅਸੀਂ ਕਹੀਏ ਕਿ ਹੁਣ ਇਹ ਸਾਹ ਦਾ ਵਿਜੋਗ ਹੋਵੇ ਹੀ ਨਾ, ਬਾਹਰ ਨਾ ਨਿਕਲੇ, ਤਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ। ਅੰਦਰ ਗਿਆ ਸਾਹ ਬਾਹਰ ਜਾ ਰਿਹਾ ਹੈ,
बाहर गया अंदर जा रहा है, यानी जन्म और मौत इस संसार नूं चला रहे हैं, संजोग और विजोग। और इस गल नूं समझ लेना, संजोग और विजोग दोवें ही सिस्टम दे विच ने। जन्म भी रब्बी हुक्म विच है और मौत भी रब्बी हुक्म दे विच है। दूजी गल, जो रब्बी हुक्म दी अंश जिहदे नाल मिलाप हुंदा है उहनूं असीं कहने आ संजोग। ये भी हुक्म विच है, जिवें असीं पहलां भी विचार कर चुके हां। ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਨਾਲ ਪਿਆਰ ਨਾਲ ਬੋਲਦੇ ਹਾਂ, ਪਿਆਰ ਨਾਲ ਵਰਤਦੇ ਹਾਂ, ਇੱਕ ਦੂਜੇ ਦੀ ਹੈਲਪ ਕਰਦੇ ਹਾਂ, ਤਾਂ ਇਹਦੇ ਨਾਲ ਕੀ ਹੋਏਗਾ? ਸਾਡਾ ਮਿਲਾਪ ਹੋਏਗਾ, ਮੇਲ ਮਿਲਾਪ ਬਣਿਆ ਰਹੇਗਾ। ਤੇ ਜੇ ਅਸੀਂ ਇੱਕ ਦੂਜੇ ਦੀ ਚੁਗਲੀ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਇੱਕ ਦੂਜੇ ਦੀਆਂ ਟੰਗਾਂ ਖਿੱਚਦੇ ਹਾਂ, ਵਿਰੋਧ ਵਿੱਚ ਬੋਲਦੇ ਹਾਂ, ਫਿਰ ਸਾਡਾ ਵਿਜੋਗ ਹੋਏਗਾ, ਵਿਛੋੜਾ ਹੋ ਜਾਏਗਾ। ਇਹ ਹੈ ਸਿਸਟਮ ਦੇ ਵਿੱਚ ਕਿ ਤੁਸੀਂ संजोग मिलाप वाला सिस्टम फॉलो करोगे जाके विछोड़े वाला सिस्टम फॉलो करोगे। ये हुण डिपेंड साडे ते करदा। हुण असीं सचियार बनन वाला सिस्टम फॉलो करना है जां ते कूड़ियार बनन वाला। जे असीं सचियार होना चाहते हैं तां फिर हुक्म रजाई चलना पवेगा, ज्ञान की सही वरतों करनी पवेगी, अपने अंदर दया पैदा करनी होवेगी, हर हिरदे दे अंदर वज रहे नाद नूं भाव जीवन रौह नूं समझना होवेगा, हर एक नूं रब्बी सिस्टम दे अंदर जीना होवेगा, रिधियां सिद्धियां आदिक दा त्याग करना होवेगा। और ये चीज नूं असीं समझांगे तां साडा परस्पर मिलाप भी होएगा, असीं सचियार भी होवांगे। गुरु जी कहंदे हन लेखे आवਹਿ भाग। भाग दा मतलब हिस्सा, लेखे दा मतलब लेखे विच हिस्से विच। ਹੁਣ ਜਿਵੇਂ ਜੋਗੀ ਚੂਰਮਾ ਆਦਿਕ ਤਿਆਰ ਕਰਦੇ ਨੇ ਤੇ ਫਿਰ ਛਾਂਦਾ ਵਰਤਾਈ ਜਾਂਦੇ ਨੇ ਨਾ ਹਿੱਸੇ ਸਿਰ, ਜਿਵੇਂ ਜਿਵੇਂ ਕੋਈ ਬੈਠਾ ਹੈ ਉਹਨੂੰ ਛਾਂਦਾ ਦਿੱਤਾ ਜਾਂਦਾ ਹੈ, ਵਰਤਾਇਆ ਜਾਂਦਾ ਹੈ। ਹੁਣ ਇਹ ਸੰਜੋਗ ਵਿਜੋਗ ਕਾਰ ਚਲਾ ਰਹੇ ਨੇ ਤੇ ਲੇਖੇ ਆਵੇਂ ਭਾਗ ਦਾ ਮਤਲਬ ਜੋ ਅਸੀਂ ਲਿਖਿਆ ਹੈ, ਜੋ ਸਾਡੀ ਲਿਖਤ ਹੈ, ਇਹ ਨਹੀਂ ਕਿ ਜੋ ਪਿੱਛੋਂ ਲਿਖੀ ਆਈ ਹੈ। ਜੈਸਾ ਸੁਭਾਅ ਅਸੀਂ ਇੱਥੇ ਬਣਾ ਲਿਆ, ਜਿਹੋ ਜਿਹੇ ਸੰਸਕਾਰ ਅਸੀਂ ਆਪਣੇ ਪੈਦਾ ਕਰ ਲਏ ਨੇ, ਜਿਹੋ ਜਿਹੇ ਅਸੀਂ ਕਰਮ ਕਰ ਰਹੇ ਹਾਂ, ਉਹ ਸਾਡੇ ਹਿੱਸੇ ਵਿੱਚ ਆ ਜਾਂਦਾ ਹੈ, ਸੁੱਖ ਜਾਂ ਦੁੱਖ, ਇੱਜ਼ਤ ਬੇਇੱਜ਼ਤੀ, ਪਿਆਰ ਨਫ਼ਰਤ, ਜੈਸਾ ਕਿਸੇ ਨੇ ਸੁਭਾਅ ਬਣਾ ਲਿਆ ਹੈ, ਜੈਸੇ ਕਿਸੇ ਦੇ ਕਰਮ ਨੇ। ਕਰਮ ਦਾ ਮਤਲਬ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਕੰਮ। ਜੇ ਤੁਹਾਡਾ ਸੁਭਾਅ ਬੜਾ ਅੱਖੜ ਹੈ, ਤੁਸੀਂ ਕ੍ਰੋਧੀ ਹੋ ਜਾਂ ਝੂਠ ਬੋਲਦੇ ਹੋ, ਈਰਖਾ ਕਰਦੇ ਹੋ, ਤਾਂ ਫਿਰ ਦੁਨੀਆ ਚੋਂ ਮਾਣ ਆਦਰ ਸਤਿਕਾਰ ਭਾਈ ਨਹੀਂ ਮਿਲੇਗਾ। ਤੇ ਜੇ ਤੁਹਾਡਾ ਸੁਭਾਅ ਪਿਆਰ ਵਾਲਾ ਹੈ, ਹੈਲਪਫੁਲ ਹੋ, ਕਿਸੇ ਦੇ ਸੁੱਖ ਦੁੱਖ ਵਿੱਚ ਸਾਂਝੀ ਹੁੰਦੇ ਹੋ, ਕਿਸੇ ਦੀ ਇੱਜ਼ਤ ਬੇਇੱਜ਼ਤੀ ਨੂੰ ਆਪਣੀ ਇੱਜ਼ਤ ਬੇਇੱਜ਼ਤੀ ਸਮਝਦੇ ਹੋ, ਤਾਂ ਤੁਹਾਨੂੰ ਮਾਣ ਆਦਰ ਔਰ ਸਤਿਕਾਰ ਮਿਲੇਗਾ। ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਹਾਂ, ਕਈ ਵਾਰ ਐਸੇ ਲੋਕ ਟੱਕਰ ਜਾਂਦੇ ਨੇ ਕਿ ਜਿਨ੍ਹਾਂ ਦਾ ਸੁਭਾਅ ਮਾੜਾ ਹੁੰਦਾ ਹੈ ਤਾਂ ਉਹ ਬਿਨਾਂ ਮਤਲਬ ਤੋਂ ਹੀ ਗੜਬੜ ਕਰ ਜਾਂਦੇ ਨੇ, ਪਰ ਉਹ ਹੁੰਦਾ ਸੁਭਾਅ ਕਰਕੇ ਹੀ ਹੈ। ਦੇਖੋ, ਮੇਰੀ ਬੇਇੱਜ਼ਤੀ ਹੋਈ, ਜੇ ਤੇ ਮੇਰਾ ਸੁਭਾਅ ਗਲਤ ਹੈ, ਮੇਰੇ ਕਰਮ ਗਲਤ ਨੇ, ਬੋਲ ਚਾਲ ਗਲਤ ਹੈ, ਤਾਂ ਮੇਰੇ ਗਲਤ ਸੁਭਾਅ ਕਰਕੇ ਮੇਰੀ ਬੇਇੱਜ਼ਤੀ ਹੋਈ। ਕਈ ਵਾਰ ਹੁੰਦਾ ਹੈ ਕਿ ਮੈਂ ਚੰਗਾ ਭਲਾ ਬੈਠਾ ਹਾਂ ਆਰਾਮ ਦੇ ਨਾਲ, ਤੇ ਇੱਕ ਐਸੇ ਕ੍ਰੋਧੀ ਸੁਭਾਅ ਵਾਲਾ ਆਇਆ ਜਿਹੜਾ ਬਿਨਾਂ ਮਤਲਬ ਤੋਂ ਹੀ ਮੇਰੇ ਸਿਰ ਤੇ ਚੜ ਗਿਆ ਤੇ ਮੇਰੀ ਬੇਇੱਜ਼ਤੀ ਕਰ। ਹੁਣ ਇਹ ਬੇਇੱਜ਼ਤੀ ਕਿਉਂ ਹੋਈ? ਕਿਉਂਕਿ ਉਹਦਾ ਸੁਭਾਅ ਗਲਤ ਹੈ ਨਾ। ਗਲਤ ਸੁਭਾਅ ਕਰਕੇ ਬੇਇੱਜ਼ਤੀ ਹੈ, ਚੰਗੇ ਸੁਭਾਅ ਕਰਕੇ ਇੱਜ਼ਤ, ਚਾਹੇ ਉਹ ਕਿਸੇ ਦਾ ਚੰਗਾ ਹੈ ਜਾਂ ਆਪਣਾ ਚੰਗਾ। ਇਸ ਲਈ ਜੇ ਇਸ ਸਮਾਜ ਦੇ ਅੰਦਰ ਅਸੀਂ ਇਹੋ ਜਿਹਾ ਸਮਾਜ ਪੈਦਾ ਕਰਨਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਹਰ ਇਸਤਰੀ ਪੁਰਸ਼ ਨੂੰ, ਹਰ ਧਰਮ ਵਰਗ ਦੇ ਬੰਦੇ ਨੂੰ ਆਪਣੇ ਸੁਭਾਅ ਦੇ ਅੰਦਰ ਚੇਂਜਿੰਗ ਕਰਨੀ ਪਵੇਗੀ। ਜੇ ਅਸੀਂ ਘਰ ਦੇ ਅੰਦਰ ਪਰੇਸ਼ਾਨੀਆਂ ਖਤਮ ਕਰਨਾ ਚਾਹੁੰਦੇ ਹਾਂ ਤਾਂ ਘਰ ਦੇ ਹਰ ਮੈਂਬਰ ਨੂੰ ਸਹਿਯੋਗ ਕਰਨਾ ਪਵੇਗਾ, ਨਹੀਂ ਤਾਂ ਘਰ ਨੂੰ ਬਰਬਾਦ ਕਰਨ ਵਾਸਤੇ ਇੱਕ ਬੰਦਾ ਹੀ ਕਾਫੀ ਹੁੰਦਾ। ਜੇ ਇੱਕ ਵੀ ਵਿੱਚ ਗੜਬੜ ਕਰੇਗਾ ਤੇ ਘਰ ਫੈਲੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਲੇਖੇ ਦੇ ਅੰਦਰ ਜੋ ਤੁਸੀਂ ਆਪਣਾ ਸੁਭਾਅ ਬਣਾ ਲਿਆ ਹੈ, ਜੈਸੀ ਤੁਸੀਂ ਜ਼ਿੰਦਗੀ ਜੀ ਰਹੇ ਹੋ, ਤੁਹਾਡੇ ਹਿੱਸੇ ਵਿੱਚ ਉਹ ਆਉਣਾ ਹੈ। ਚੂਰਮੇ ਖਾਣ ਨਾਲ ਕੁਛ ਨਹੀਂ ਹੋਣਾ, ਸਿਰ ਦੇ ਵਿੱਚ ਰਾਖ ਪਾਉਣ ਨਾਲ ਕੁਛ ਨਹੀਂ ਹੋਣਾ,
ਜਿਹੜਾ ਤੁਸੀਂ ਪਾ ਰਹੇ ਹੋ ਆ ਪਹਿਨਾਵੇ, ਗੋਦੜੀ ਆਦਿਕ ਪਾਈ ਹੈ, ਮੁੰਦਰਾਂ ਪਾਈਆਂ ਨੇ, ਡੰਡੇ ਫੜੇ ਨੇ, ਚਿੱਪੀ ਫੜੀ, ਇਹਨਾਂ ਨਾਲ ਤੇ ਕੁਛ ਨਹੀਂ ਹੋਣਾ। ਸੁਭਾਅ ਤੁਹਾਡਾ ਕੈਸਾ ਹੈ, ਬੋਲ ਕੈਸੇ ਨੇ, ਤੁਹਾਡਾ ਮਿਲਵਰਤਨ ਕੈਸਾ ਹੈ, ਤੁਹਾਡੀ ਮੈਂਟੈਲਿਟੀ ਕੈਸੀ ਹੈ, ਤੁਹਾਡੇ ਕੋਲ ਗਿਆਨ ਕੈਸਾ ਹੈ, ਤੁਹਾਡੇ ਅੰਦਰ ਦੂਜਿਆਂ ਵਾਸਤੇ ਆਤਮੀਅਤਾ ਕੈਸੀ ਹੈ, ਉਹਦਾ ਫਲ ਸੁੱਖ ਜਾਂ ਦੁੱਖ ਰੂਪ ਦੇ ਵਿੱਚ ਮਿਲਣਾ ਹੈ। ਅਗਲਾ ਬਚਨ ਕਰਦੇ ਨੇ, ਆਦੇਸ਼ ਤਿਸੈ ਆਦੇਸ਼, ਨਮਸਕਾਰ ਹੈ ਮੇਰੀ ਉਸ ਨੂੰ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦ ਦਾ ਮਤਲਬ ਜੋ ਸਭ ਦਾ ਮੁੱਢ ਹੈ, ਅਨੀਲ ਦਾ ਮਤਲਬ ਜਿਸ ਦੇ ਉੱਤੇ ਮਾਇਆ ਦਾ ਕੋਈ ਲੇਪ ਨਹੀਂ, ਜੋ ਕਲੰਕ ਤੋਂ ਰਹਿਤ ਹੈ। ਅਨਾਦ ਦਾ ਮਤਲਬ ਜਿਸ ਦਾ ਕੋਈ ਹੱਦ ਬੰਨਾ ਨਹੀਂ, ਤੇ ਅਨਾਹਤ ਦਾ ਮਤਲਬ ਜੋ ਲਗਾਤਾਰ ਹੈ ਔਰ ਜੋ ਜੁਗਾਂ ਪ੍ਰਯੰਤ ਇੱਕੋ ਜਿਹਾ ਹੈ, ਜਿਸ ਦੇ ਅੰਦਰ ਬਚਪਨ, ਜਵਾਨੀ, ਬੁਢੇਪਾ ਨਹੀਂ ਹੈ। ਕਿਉਂਕਿ ਵੇਸ਼ ਦੇ ਅੰਦਰ ਬਦਲਾਵ ਤਾਂ ਹੁੰਦਾ ਹੈ ਜੇਕਰ ਸਰੀਰ ਹੋਵੇ, ਆਕਾਰ ਹੋਵੇ, ਆਕਾਰ ਵਿੱਚ ਚੇਂਜਿੰਗ ਹੁੰਦੀ ਹੈ ਤੇ ਉਹ ਨਿਰਾਕਾਰ ਹੈ। ਤਾਂ ਉਹਨੂੰ ਆਦੇਸ਼ ਕਰੋ, ਉਹਨੂੰ ਵਿਆਪਕ ਸਮਝੋ, ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ ਇਹ ਜੋਗੀਓ। ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਹੈ, ਘਰ ਗ੍ਰਸਤੀ ਵਿੱਚ ਰਹੋ, ਸੰਸਾਰ ਵਿੱਚ ਰਹੋ, ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰੋ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੋ, ਗਿਆਨ ਦੀ ਵਰਤੋਂ ਕਰੋ, ਦਇਆ ਦੀ ਵਰਤੋਂ ਕਰੋ, ਹਰ ਇਨਸਾਨ ਦੇ ਅੰਦਰ ਵਸਦੇ ਹੋਏ ਰੱਬ ਨੂੰ ਵੇਖੋ। ਇਸ ਦੁਨੀਆ ਵਿੱਚ ਸੰਜੋਗ ਔਰ ਵਿਜੋਗ ਦੋ ਕਾਰਜ ਕਰ ਰਹੇ ਨੇ, ਉਹਨਾਂ ਨੂੰ ਸਮਝੋ ਔਰ ਤੁਹਾਡੇ ਹਿੱਸੇ ਦੇ ਅੰਦਰ ਤੁਹਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਪੈਣਾ। ਜਿੰਨਾ ਕਰੋਗੇ, ਜੈਸਾ ਕਰੋਗੇ ਵੈਸਾ ਮਿਲੇਗਾ। ਤੇ ਆਦੇਸ਼ ਉਹਨੂੰ ਕਰੋ, ਨਮਸਕਾਰ ਉਹਨੂੰ ਕਰੋ ਜੋ ਸਰਬ ਵਿਆਪਕ ਹੈ, ਉਹਦੇ ਅੱਗੇ ਸਮਰਪਣ ਕਰੋ। ਉਹਨੂੰ ਆਦੇਸ਼ ਕਰਨ ਦਾ ਮਤਲਬ ਹੈ ਪ੍ਰਭੂ ਦੇ ਅੱਗੇ ਸਮਰਪਣ ਕਰਨਾ, ਤੇ ਸਮਰਪਣ ਕਰਨ ਦਾ ਭਾਵ ਹੈ ਕਿ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣੀ, ਹੁਕਮ ਰਜ਼ਾਈ ਚੱਲਣਾ। ਫਿਰ ਕੀ ਹੋਏਗਾ? ਤੁਸੀਂ ਸਚਿਆਰ ਹੋ ਜਾਓ। ਅਗਲੀ ਪੌੜੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਸ ਦਾ ਅਰਥ ਕਰਨ ਲੱਗਿਆ ਵਿਦਵਾਨ ਪੁਰਸ਼ਾਂ ਨੇ ਪਹਿਲਾਂ ਇਹ ਵਿਚਾਰ ਦਿੱਤੀ ਹੈ ਕਿ ਹਿੰਦੂਇਜ਼ਮ ਦੇ ਅੰਦਰ ਇੱਕ ਚੱਲਦੀ ਆ ਰਹੀ ਵਿਚਾਰਧਾਰਾ ਮੁਤਾਬਕ ਜੋ ਮਾਇਆ ਹੈ ਉਹ ਕਿਸੇ ਤਰੀਕੇ ਨਾਲ ਪ੍ਰਸੂਤ ਹੋਈ ਤੇ ਉਹਦੇ ਤਿੰਨ ਪੁੱਤਰ ਪੈਦਾ ਹੋਏ, ਬ੍ਰਹਮਾ, ਵਿਸ਼ਨੂੰ ਔਰ ਮਹੇਸ਼। ਇੱਕ ਸੰਸਾਰ ਨੂੰ ਚਲਾਉਣ ਵਾਲਾ, ਦੂਜਾ ਪੈਦਾ ਕਰਨ ਵਾਲਾ ਤੇ ਤੀਜਾ ਦੀਵਾਨ ਲਗਾਉਣ ਵਾਲਾ ਹੋਇਆ। ਲੇਕਿਨ ਇਸ ਤਰ੍ਹਾਂ ਅਰਥ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ, ਪਰ ਇੱਥੇ ਮੈਂ ਆਪ ਦੇ ਨਾਲ ਇੱਕ ਹੋਰ ਵਿਚਾਰ ਸਾਂਝੀ ਕਰਨੀ ਚਾਹੁੰਦਾ ਜੋ ਕਿ ਗੁਰਮਤ ਦੇ ਜ਼ਿਆਦਾ ਨਜ਼ਦੀਕ ਹੈ, ਕਿਉਂਕਿ ਗੱਲ ਜੋਗੀਆਂ ਦੀ ਚੱਲ ਰਹੀ ਹੈ, ਗੱਲ ਜੋਗੀਆਂ ਦੀ ਚੱਲ ਰਹੀ ਹੈ, ਤੇ ਉਸੇ ਲੜੀ ਦੇ ਅੰਦਰ ਅਸੀਂ ਇਸ ਚੀਜ਼ ਨੂੰ ਹੁਣ ਵੇਖਣ ਦਾ ਯਤਨ ਕਰਨਾ ਹੈ। ਹੁਕਮ ਰਜ਼ਾਈ ਦੇ ਅੰਦਰ ਇਸ ਪੌੜੀ ਨੂੰ ਵੀ ਅਸੀਂ ਸਮਝਣ ਦਾ ਯਤਨ ਕਰਨਾ ਹੈ। ਏਕਾ ਮਾਈ, ਮਾਈ ਦਾ ਮਤਲਬ ਮਾਇਆ, ਤੇ ਮਾਇਆ ਕੀ ਹੈ? ਦੇਖੋ, ਮਾਇਆ ਨੂੰ ਇੱਕ ਸ਼ਕਤੀ ਮੰਨਿਆ ਗਿਆ ਹੈ ਦੂਜੇ ਧਰਮਾਂ ਦੇ ਅੰਦਰ। ਜਿਵੇਂ ਕਿਸੇ ਮਜ਼ਹਬ ਨੇ ਸ਼ੈਤਾਨ ਮੰਨ ਲਿਆ, ਕਿਸੇ ਨੇ ਮਾਇਆ ਮੰਨ ਲਈ, ਰੱਬ ਦੇ ਪੈਰਲਰ। ਪਰ ਗੁਰੂ ਸਾਹਿਬ ਮਾਇਆ ਦੇ ਪੈਰਲਰ ਕਿਸੇ ਚੀਜ਼ ਨੂੰ ਨਹੀਂ ਮੰਨ ਰਹੇ, ਇੱਕੋ ਹੀ ਰੱਬ ਸਰਵ ਵਿਆਪਕ ਹੈ। ਇਸ ਲਈ ਸਾਨੂੰ ਮਾਇਆ ਦਾ ਅਰਥ ਕਰਨ ਲੱਗਿਆਂ ਇਹਦੀ ਜੋ ਡੈਫੀਨੇਸ਼ਨ ਹੈ ਉਹ ਗੁਰਬਾਣੀ ਚੋਂ ਲੈਣੀ ਪਵੇ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਕੋਈ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਲੈਂਦੇ ਹਾਂ ਤੇ ਉਹਦਾ ਜਿਹੜਾ ਅਰਥ ਹੈ, ਉਹਦਾ ਸ਼ਬਦ ਦਾ ਮੀਨਿੰਗ ਹੈ, ਉਹ ਕਿਸੇ ਹੋਰ ਧਰਮ ਗ੍ਰੰਥ ਮੁਤਾਬਕ ਕਰ ਦਿੰਦੇ। ਸਿੱਖ ਫਿਲਾਸਫੀ ਮੁਤਾਬਕ ਉਹ ਅਰਥ ਨਹੀਂ ਹੁੰਦਾ, ਉਦੋਂ ਪ੍ਰੋਬਲਮ ਆਉਂਦੀ। ਇੱਥੇ ਮਾਈ ਦਾ ਮਤਲਬ ਮਾਇਆ, ਤੇ ਮਾਇਆ ਕੀ ਹੈ? ਮਾਇਆ ਇੱਕ ਸੋਚ ਦਾ ਨਾਮ ਹੈ। ਜੇ ਕਾਪੀ ਪੈਨ ਹੈ ਤਾਂ ਤੁਸੀਂ ਪ੍ਰਮਾਣ ਨੋਟ ਕਰ ਲਓ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਮਾਇਆ ਸਾਡੀ ਇੱਕ ਮੈਂਟੈਲਿਟੀ ਦਾ ਨਾਮ ਹੈ, ਮਾਇਆ ਮਨੁੱਖ ਦੀ ਸੋਚ ਦਾ ਨਾਮ ਹੈ। ਉਹ ਸੋਚ ਜਿਤ ਹਰ ਵਿਸਰੈ, ਜਿਹਦੇ ਕਰਕੇ ਸਾਨੂੰ ਰੱਬ ਭੁੱਲ ਜਾਂਦਾ ਹੈ। ਸਾਨੂੰ ਇਹ ਗੱਲ ਭੁੱਲ ਜਾਂਦੀ ਨਾ ਕਿ ਜੋ ਸਾਰੇ ਅਜੀਬ ਜੰਤ ਨੇ, ਮਨੁੱਖ ਮਾਤਰ ਨੇ, ਇਹਨਾਂ ਵਿੱਚ ਰੱਬ ਵਸਦਾ ਹੈ। ਅਸੀਂ ਆਪਣੇ ਭੈਣਾਂ ਭਰਾਵਾਂ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਹੈ, ਇਹ ਗੱਲ ਭੁੱਲੀ ਰਹਿੰਦੀ ਹੈ ਨਾ ਸਾਨੂੰ।
ਜਿਹੜੀ ਸੋਚ ਸਾਨੂੰ ਇਹ ਗੱਲ ਭੁਲਾਉਂਦੀ ਹੈ ਉਹ ਸੋਚ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ। ਸੋਚ ਜਿਹੜੀ ਕਰਕੇ ਅਸੀਂ ਸੈਲਫਿਸ਼ ਹੁੰਦੇ ਆ, ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਹੁੰਦੀ, ਮੋਹ ਸਵਾਰਥ ਜੋ ਸਾਨੂੰ ਸਵਾਰਥੀ ਬਣਾਉਂਦੀ ਹੈ, ਸੈਲਫਿਸ਼ ਬਣਾਉਂਦੀ ਹੈ, ਸਾਡੀ ਉਹ ਸੋਚ ਮਾਇਆ ਹੈ। ਭਾਉ ਦੂਜਾ ਲਾਇਆ ਜੋ ਸੱਚ ਨੂੰ ਛੱਡ ਕੇ ਹੋਰ ਦਾ ਪਿਆਰ ਪੈਦਾ ਕਰਦੀ, ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ, ਉਹਨੂੰ ਮਾਇਆ ਕਹਿੰਦੇ ਨੇ। ਉਹ ਮਾਇਆ ਹੈ ਸਾਡੀ, ਉਹ ਮੈਂਟੈਲਿਟੀ, ਸਾਡੀ ਉਹ ਸੋਚ। ਤਾਂ ਹੁਣ ਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਮਾਇਆ ਹੈ ਜੁਗਤ ਵਿਆਈ, ਵਿਆਈ ਦਾ ਮਤਲਬ ਆਪਣੇ ਅੰਡਰ ਕਰ ਲਈ, ਅਧੀਨ ਕਰ ਲਈ। ਜੁਗਤ ਦਾ ਮਤਲਬ ਜੁਗਤੀ। ਕਿਹੜੀ ਜੁਗਤੀ? ਜੋ ਗੁਰੂ ਜੀ ਦੱਸ ਰਹੇ ਨੇ ਹੁਕਮ ਰਜ਼ਾਈ ਚੱਲਣਾ, ਜੋ ਗੁਰੂ ਜੀ ਨੇ ਦੱਸਿਆ ਹੈ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਦਿੱਤੀ ਜੁਗਤੀ, ਗੁਰੂ ਦਾ ਦਿੱਤਾ ਗਿਆਨ, ਜਿਹਨੂੰ ਪਿਛਲੀ ਪੰਕਤੀ ਪੌੜੀ ਵਿੱਚ ਕਿਹਾ ਹੈ ਨਾ, ਭੁਗਤ ਗਿਆਨ। ਗਿਆਨ, ਗਿਆਨ ਰਾਹੀਂ ਜਿਸਨੇ ਇਸ ਮਾਇਆ ਨੂੰ ਵਸ ਵਿੱਚ ਕਰ ਲਿਆ, ਇਹ ਬਿਰਤੀ ਨੂੰ ਬਦਲ ਲਿਆ, ਇਹ ਸੋਚ ਦੇ ਉੱਤੇ ਕੰਟਰੋਲ ਕਰ ਲਿਆ। ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਉਹ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਉਹ ਸੋਚ ਜੋ ਸਾਡੇ ਮੇਰ ਤੇਰ ਦੇ ਵਿਤਕਰੇ ਸਾਡੇ ਅੰਦਰ ਪੈਦਾ ਕਰਦੀ ਹੈ, ਜਿਸਨੇ ਗਿਆਨ ਰਾਹੀਂ ਉਸ ਸੋਚ ਨੂੰ ਕਾਬੂ ਕਰ ਲਿਆ। ਤਿੰਨ ਚੇਲੇ ਪ੍ਰਵਾਨ, ਪ੍ਰਵਾਨ ਦਾ ਮਤਲਬ ਪ੍ਰਤੱਖ ਤੌਰ ਤੇ, ਜੋ ਮਾਇਆ ਦੇ ਤਿੰਨ ਗੁਣ ਮੰਨੇ ਗਏ ਨਾ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਉਹ ਇਹਦੇ ਅਧੀਨ ਹੋ ਗਏ, ਉਹਨਾਂ ਨੂੰ ਵੀ ਵਸ ਕਰ ਲਿਆ। ਤਿੰਨ ਚੇਲੇ ਪ੍ਰਵਾਨ, ਪ੍ਰਵਾਨ ਦਾ ਮਤਲਬ ਪ੍ਰਤੱਖ ਤੌਰ ਤੇ ਉਹਦੇ ਉਹ ਚੇਲੇ ਬਣ ਗਏ, ਦਾਸ ਬਣ ਗਏ। ਰਜੋ ਗੁਣ, ਤਮੋ ਗੁਣ ਔਰ ਸਤੋ ਗੁਣ। ਰਜੋ ਗੁਣ ਦਾ ਮਤਲਬ ਹੈ ਲਾਲਚ ਆਦਿਕ ਦੀ ਬਿਰਤੀ, ਛਕਣ ਛਕਾਨ, ਲਾਲਚ ਦੇ ਵਿੱਚ ਪੈ ਰਹਿਣਾ। ਤੇ ਤਮੋ ਗੁਣ ਦਾ ਮਤਲਬ ਹੈ ਅਗਿਆਨਤਾ, ਪਾਪ ਕਰਮ ਕਰਨਾ, ਪਾਪ ਕਰਮ ਕਰਨਾ। ਜੋ ਵੀ ਸਾਧਨ ਇਕੱਠੇ ਕਰਨੇ ਨੇ ਪਾਪਾਂ ਰਾਹੀਂ ਕਰਨੇ, ਖਾਣ ਪੀਣ ਦਾ ਲੱਭ ਲੋਭ ਲਾਲਚ, ਰਜੋ ਗੁਣ। ਤਮੋ ਗੁਣ ਦਾ ਮਤਲਬ ਅਗਿਆਨਤਾ ਭਰੇ ਕਰਮ, ਪਾਪ ਕਰਮ। ਤੇ ਸਤੋ ਗੁਣ ਕਹਿੰਦੇ ਨੇ ਜਿਹੜੇ ਆ ਜਪ ਤਪ ਨੇ, ਸੰਸਾਰ ਨੂੰ ਤਿਆਗ ਜਾਣਾ, ਯਾਨੀ ਉਲਾਰੂ ਜ਼ਿੰਦਗੀ ਹੈ। ਜੇ ਬੰਦਾ ਗ੍ਰਸਤੀ ਵਿੱਚ ਹੈ, ਸੰਸਾਰ ਵਿੱਚ ਹੈ, ਤਾਂ ਨਿਰੇ ਪਾਪ ਕਰਮ ਕਰ ਰਿਹਾ ਹੈ, ਯਾਨੀ ਲੱਭ ਲੋਭ ਲਾਲਚ ਵਿੱਚ ਦੂਜਿਆਂ ਦੀਆਂ ਪ੍ਰੋਪਰਟੀਆਂ ਦਬਾ ਰਿਹਾ ਹੈ, ਕੇਵਲ ਸੰਸਾਰੀ ਬਿਰਤੀ ਹੈ, ਉਲਾਰੂ ਜੀਵਨ। ਇਹ ਉਲਾਰੂ ਜੀਵਨ ਤੇ ਦੂਜਾ ਪਾਪਾਂ ਦੇ ਅੰਦਰ ਖਚਤ ਹੋ ਗਿਆ, ਗਿਆਨ ਦੀ ਵਰਤੋਂ ਕਰਨ ਤੋਂ ਬਿਨਾਂ ਦਿਨ ਰਾਤ ਪਾਪ ਕਰਮ ਕਮਾਈ ਜਾ ਰਿਹਾ ਹੈ, ਉਲਾਰੂ ਬਿਰਤੀ ਹੈ। ਤੀਜਾ ਜਿਹੜਾ ਬੰਦਾ ਹੈ ਉਹ ਸੰਸਾਰ ਨੂੰ ਛੱਡ ਕੇ ਚਲਾ ਗਿਆ, ਜਿਵੇਂ ਜੋਗੀ ਛੱਡ ਗਏ, ਤਾਂ ਇਹ ਉਲਾਰੂ ਬਿਰਤੀ ਛੱਡ ਕੇ ਭੱਜ ਗਏ, ਇਹਨੂੰ ਕਹਿੰਦੇ ਨੇ ਸਤੋ ਗੁਣ। ਲੇਕਿਨ ਜਦੋਂ ਗਿਆਨ ਹੁੰਦਾ ਹੈ ਤਾਂ ਉਹ ਇਹਨਾਂ ਤਿੰਨਾਂ ਨੂੰ ਕੰਟਰੋਲ ਕਰ ਲੈਂਦਾ ਹੈ। ਗੁਰੂ ਦਾ ਸਿੱਖ ਜਿਹੜਾ ਹੈ ਉਹ ਚੌਥੀ ਪਦਵੀ ਤੇ ਪਹੁੰਚਦਾ ਹੈ। ਚੌਥਾ ਪਦ ਕੀ ਹੈ? ਚੌਥੀ ਪਦਵੀ ਦਾ ਮਤਲਬ ਹੈ ਕਿ ਇਹਨਾਂ ਤਿੰਨਾਂ ਨੂੰ ਕੰਟਰੋਲ ਵਿੱਚ ਕਰਕੇ ਆਪਣੇ ਜੀਵਨ ਨੂੰ ਬੈਲੈਂਸ ਕਰਦਾ ਹੈ। ਗ੍ਰਸਤ ਨੂੰ ਛੱਡ ਕੇ ਨਹੀਂ ਭੱਜਦਾ, ਗ੍ਰਸਤ ਨੂੰ ਨਿਭਾਉਣ ਵਾਸਤੇ ਪਾਪ ਕਰਮ ਨਹੀਂ ਕਰਦਾ ਔਰ ਲਾਲਚ ਦੇ ਅੰਦਰ ਨਹੀਂ ਪੈਂਦਾ, ਗਿਆਨ ਦੀ ਵਰਤੋਂ ਕਰਦਾ ਹੈ, ਅਗਿਆਨਤਾ ਵਾਲੇ ਕਰਮ ਨਹੀਂ ਕਰਦਾ, ਪਾਪ ਨਹੀਂ ਕਮਾਉਂਦਾ, ਸੰਸਾਰ ਨੂੰ ਛੱਡ ਕੇ ਨਹੀਂ ਦੌੜਦਾ, ਸਗੋਂ ਇਸ ਸੰਸਾਰ ਵਿੱਚ ਇੰਝ ਰਹਿੰਦਾ ਜਿਵੇਂ ਪਾਣੀ ਦੇ ਵਿੱਚ ਮੁਰਗਾਬੀ ਰਹਿੰਦੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣ। ਜਿਵੇਂ ਚਿੱਕੜ ਦੇ ਵਿੱਚ ਕਮਲ ਹੈ, ਅਲੇਪ ਹੈ, ਚਿੱਕੜ ਵਿੱਚ ਹੈ, ਪਾਣੀ ਵਿੱਚ, ਲੇਕਿਨ ਡੁੱਬਦਾ ਨਹੀਂ ਹੈ, ਮੁਰਗਾਬੀ ਦੀ ਤਰ੍ਹਾਂ ਪਾਣੀ ਵਿੱਚ, ਲੇਕਿਨ ਉਹਦੇ ਵਿੱਚ ਭਿੱਜਦਾ ਨਹੀਂ, ਡੁੱਬਦਾ ਨਹੀਂ। ਇਸੇ ਤਰ੍ਹਾਂ ਜੋ ਗੁਰੂ ਦਾ ਸਿੱਖ ਹੈ ਉਹ ਇਸ ਸੰਸਾਰ ਨੂੰ ਛੱਡ ਕੇ ਭੱਜਦਾ ਨਹੀਂ, ਜ਼ਿੰਮੇਵਾਰੀਆਂ ਤੋਂ ਦੌੜਦਾ ਨਹੀਂ, ਲੇਕਿਨ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆ ਕਰਦਾ। ਇਹਨੂੰ ਚੌਥਾ ਪਦ ਕਹਿੰਦੇ। ਨਾ ਸੰਸਾਰ ਨੂੰ ਛੱਡ ਕੇ ਭੱਜਿਆ, ਨਾ ਹੀ ਉਹਨੇ ਪਾਪ ਕਰਮ ਕੀਤੇ, ਨਾ ਹੀ ਉਹਨੇ ਕੋਈ ਅਗਿਆਨਤਾ ਵਾਲਾ ਕੰਮ ਕੀਤਾ। ਸੰਸਾਰ ਵਿੱਚ ਰਹਿੰਦਾ ਨਿਰੰਕਾਰ ਦਾ ਰੂਪ ਹੋ ਗਿਆ, ਹੁਕਮ ਰਜ਼ਾਈ ਚੱਲਿਆ ਉਹ।
ਜਿਵੇਂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨਾ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪੈਨੰਦਿਆਂ ਵਿੱਚੇ ਹੋਵੇ ਮੁਕਤ। ਕਿ ਜਦੋਂ ਗੁਰੂ ਦੇ ਦੱਸੇ ਰਾਹ ਤੇ ਬੰਦਾ ਤੁਰਦਾ ਹੈ ਨਾ, ਪੂਰੀ ਜੀਵਨ ਜੁਗਤੀ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ ਸੰਸਾਰ ਦੀ ਜ਼ਿੰਦਗੀ ਜੀਂਦਿਆਂ ਹੀ ਵਿਕਾਰਾਂ ਤੋਂ ਖਲਾਸੀ ਪਾ। ਤਾਂ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਦਾ ਭਾਵ ਹੋਏਗਾ ਕਿ ਜਿਸਨੇ ਗੁਰੂ ਦੀ ਦਿੱਤੀ ਜੀਵਨ ਜੁਗਤ ਰਾਹੀਂ ਇੱਕ ਮਾਇਆ ਨੂੰ ਆਪਣੇ ਅਧੀਨ ਕਰ ਲਿਆ, ਔਰ ਜਿਹੜੇ ਉਹਦੇ ਤਿੰਨੇ ਪ੍ਰਤੱਖ ਚੇਲੇ ਰਜਗੁਣ ਤਮਗੁਣ ਸਤਗੁਣ ਨੇ, ਉਹਨਾਂ ਨੂੰ ਉਹਨੇ ਕੰਟਰੋਲ ਕਰ ਲਿਆ। ਫਿਰ ਗੁਰੂ ਦੀ ਜੀਵਨ ਜੁਗਤ ਰਾਹੀਂ ਗਿਆਨ ਰਾਹੀਂ ਕੀ ਪਤਾ ਲੱਗਾ? ਇੱਕ ਸੰਸਾਰੀ, ਕਿ ਉਹ ਇੱਕ ਰੱਬ ਹੀ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਇੱਕ ਭੰਡਾਰੀ, ਉਹ ਇੱਕ ਹੀ ਜਗਤ ਨੂੰ ਦੇਣ ਵਾਲਾ ਹੈ ਦਾਤਾ। ਇੱਕ ਲਾਏ ਦੀਵਾਨ, ਤੇ ਉਹ ਲੇਖਾ ਜੋਖਾ ਕਰਨ ਵਾਲਾ ਵੀ ਇੱਕੋ ਹੀ ਹੈ, ਵਿਨਾਸ਼ ਕਰਨ ਵਾਲਾ ਵੀ ਇੱਕੋ ਹੀ ਹੈ। ਤਿੰਨ ਵੱਖਰੀਆਂ ਸ਼ਕਤੀਆਂ ਨਹੀਂ ਹਨ, ਇੱਕੋ ਹੀ ਸੰਸਾਰ ਨੂੰ ਪੈਦਾ ਕਰਨ ਵਾਲਾ। ਇੱਕ ਓੰਕਾਰ ਹੈ ਨਾ, ਇੱਕ ਓੰਕਾਰ ਦਾ ਮਤਲਬ ਇੱਕੋ ਹੀ ਹੈ, ਲਗਾਤਾਰ ਕੰਟੀਨਿਊ, ਬਿਨਾਂ ਵਿੱਚ ਤੋਂ, ਇੱਕ ਹੀ ਸਮਾਇਆ ਹੋਇਆ ਹੈ, ਇੱਕ ਹੀ ਫੈਲਿਆ ਹੋਇਆ ਹੈ। ਅਵਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਦੇਖੋ ਇਸ ਦੁਨੀਆ ਵਿੱਚ ਜੋ ਸਿਸਟਮ ਹੈ, ਕਿ ਇਸ ਸਿਸਟਮ ਤੋਂ ਬਾਹਰ ਕਿਸੇ ਨੂੰ ਜੀਵਨ ਮਿਲ ਰਿਹਾ ਹੈ, ਕੋਈ ਪੈਦਾ ਹੋ ਰਿਹਾ ਹੈ ਸਿਸਟਮ ਤੋਂ ਬਾਹਰ, ਫਸਲ ਪੈਦਾ ਹੋ ਰਹੀ ਹੈ, ਜੀਵ ਜੰਤ ਪੈਦਾ ਹੋ ਰਹੇ ਨੇ, ਸਾਰੇ ਇੱਕੋ ਹੀ ਸਿਸਟਮ ਰਾਹੀਂ ਪੈਦਾ ਹੋ ਰਹੇ ਨੇ, ਇੱਕ ਕੁਦਰਤ ਦੇ ਕਾਨੂੰਨ ਮੁਤਾਬਕ ਹੋ ਰਹੇ ਨੇ। ਜੋ ਪਾਲਣਾ ਹੋ ਰਹੀ ਹੈ ਸਾਡੀ ਸਾਰਿਆਂ ਦੀ, ਇੱਕੋ ਹੀ ਸਿਸਟਮ ਹੈ। ਸਾਡਾ ਖਾਣਾ ਪੀਣਾ ਗੱਲ ਵੱਖਰੀ ਹੈ, ਕਿਸੇ ਦੀ ਖੁਰਾਕ ਵੱਖਰੀ ਹੈ। ਕੋਈ ਦਾਲ ਪਸੰਦ ਕਰਦਾ ਤੇ ਕੋਈ ਭਿੰਡੀਆਂ, ਕੋਈ ਕੜੀ ਪਸੰਦ ਕਰਦਾ ਤੇ ਕੋਈ ਹਲਵਾ, ਇਹ ਗੱਲ ਵੱਖਰੀ ਹੈ। ਲੇਕਿਨ ਪਾਲਣਾ ਤੇ ਇੱਕੋ ਤਰ੍ਹਾਂ ਹੋ ਰਹੀ ਹੈ। ਆਕਸੀਜਨ ਨਾਲ ਅਸੀਂ ਜਿੰਦਾ ਹਾਂ, ਸਾਹ ਲੈ ਰਹੇ ਹਾਂ, ਸਾਰਿਆਂ ਦੇ ਅੰਦਰ ਖੂਨ ਹੈ, ਇੱਕੋ ਹੀ ਹੈ ਪਾਲਣ ਵਾਲਾ। ਤੇ ਜੋ ਮੌਤ ਹੈ ਉਹ ਵੀ ਇੱਕੋ ਤਰ੍ਹਾਂ ਹੀ ਹੋ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਮੌਤ ਦਾ ਕਾਰਨ ਵੱਖਰਾ ਹੋ ਸਕਦਾ ਹੈ। ਕੋਈ ਐਕਸੀਡੈਂਟ ਹੋ ਕੇ ਮਰ ਗਿਆ, ਕਿਸੇ ਦੀ ਕੈਂਸਰ ਨਾਲ ਮੌਤ ਹੋ ਗਈ, ਕਿਸੇ ਦੀ ਕੋਰੋਨਾ ਨਾਲ ਹੋ ਗਈ, ਕਿਸੇ ਦੀ ਹਾਰਟ ਅਟੈਕ ਨਾਲ ਹੋ ਗਈ, ਲੇਕਿਨ ਮਰਨਾ ਤੇ ਹੈ ਨਾ, ਇੱਕ ਸਿਸਟਮ ਹੈ। ਕਾਰਨ ਵੱਖਰੇ ਵੱਖਰੇ ਹੋ ਸਕਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇੱਕੋ ਹੀ ਹੈ ਸੰਸਾਰ ਨੂੰ ਪੈਦਾ ਕਰਨ ਵਾਲਾ, ਦੂਜਾ ਨਹੀਂ ਕੋਈ। ਇੱਕੋ ਹੀ ਹੈ ਪਾਲਣ ਵਾਲਾ, ਇੱਕੋ ਹੀ ਹੈ ਮਾਰਨ ਵਾਲਾ। ਉਸ ਹੁਕਮ ਦੇ ਅੰਦਰ ਹੀ ਸਭ ਕੁਝ ਚੱਲ ਰਿਹਾ ਹੈ। ਅਗਲਾ ਬਚਨ ਕਰਦੇ ਨੇ, ਜਿਵ ਤਿਸ ਭਾਵੈ ਤਿਵੇਂ ਚਲਾਵੇ। ਜਿਵੇਂ ਉਸ ਨੂੰ ਪਾਉਂਦਾ ਹੈ ਤਿਵੇਂ ਹੀ ਇਸ ਜਗਤ ਨੂੰ ਚਲਾਉਂਦਾ ਹੈ। ਤੇ ਯਾਦ ਰੱਖਣਾ, ਉਹ ਕੋਈ ਇਸ ਦੁਨੀਆ ਤੋਂ ਵੱਖਰਾ ਬਹਿ ਕੇ ਨਹੀਂ ਚਲਾ ਰਿਹਾ ਕਿ ਉੱਤੋਂ ਆਰਡਰ ਦੇ ਰਿਹਾ ਹੋਵੇ। ਕਈ ਲੋਕ ਕਹਿ ਦਿੰਦੇ ਨੇ ਜੀ ਬ੍ਰਹਮਾ ਵਿਸ਼ਨੂੰ ਮਹੇਸ਼ ਉਹਨਾਂ ਦੀ ਲੇਬਰ ਹੈ। ਲੇਬਰ ਨਹੀਂ ਹੈ, ਕਿਉਂਕਿ ਉਹ ਚਲਾ ਹੀ ਹੁਕਮ ਨਾਲ ਰਿਹਾ ਹੈ। ਕੋਈ ਵੱਖਰੇ ਅੱਗੇ ਦਫ਼ਤਰ ਨਹੀਂ ਖੋਲੇ ਹੋਏ ਕਿ ਤੂੰ ਸੰਸਾਰ ਨੂੰ ਪੈਦਾ ਕਰ, ਤੂੰ ਇੰਝ ਕਰ। ਸਾਰਾ ਕੁਝ ਜੋ ਕੁਛ ਪਾਇਆ ਸੋ ਇੱਕ ਆਵਾਰ। ਜਿਵ ਤਿਸ ਭਾਵੈ, ਭਾਵੇ ਦਾ ਮਤਲਬ ਭਾਣਾ, ਰਜ਼ਾ, ਹੁਕਮ, ਸਿਸਟਮ। ਜਿਵੇਂ ਉਸ ਮਾਲਕ ਦਾ ਸਿਸਟਮ ਹੈ, ਉਵੇਂ ਹੀ ਇਸ ਸੰਸਾਰ ਨੂੰ ਚਲਾ ਰਿਹਾ, ਉਹ ਸਿਸਟਮ ਚਲਾ ਰਿਹਾ। ਜਿਵੇਂ ਅਸੀਂ ਪਿੱਛੇ ਪੜ੍ਹਿਆ ਨਾ, ਸੰਜੋਗ ਵਿਜੋਗ ਦੁਇਕਾਰ ਚਲਾਵੇਂ, ਲੇਖੇ ਆਵੇਂ ਭਾਗ। ਜਿਵੇਂ ਅਸੀਂ ਸ਼ੁਰੂ ਦੇ ਅੰਦਰ ਪੜ੍ਹ ਆਏ ਹਾਂ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਭ ਕੋ ਦਾ ਮਤਲਬ ਸਭ ਕੁਝ, ਹਰ ਕੁਝ, ਸਭ ਕੁਝ। ਮਨੁੱਖ ਮਾਤਰ, ਪਸ਼ੂ ਪੰਛੀ, ਜੀਵ ਜੰਤ, ਵਨਸਪਤੀ, ਗ੍ਰਹਿ ਨਕਸ਼ਤਰ ਤਾਰੇ, ਸਭ ਕੁਝ ਹੁਕਮ ਦੇ ਅੰਦਰ। ਹੁਕਮ ਦਾ ਮਤਲਬ ਸਿਸਟਮ, ਉਵੇਂ ਚਲਾਉਂਦਾ ਹੈ। ਕੋਈ ਰੱਬ ਦੇ ਉੱਤੇ ਫੁਰਮਾਨ ਨਹੀਂ ਚੜਾ ਸਕਦਾ ਕਿ ਰੱਬਾ ਇੰਜ ਨਹੀਂ ਤੇ ਇੰਜ ਕਰ। ਕੋਈ ਇਸ ਧਰਤੀ ਨੂੰ ਪੁੱਠਾ ਗੇੜਾ ਨਹੀਂ ਦੇ ਸਕਦਾ। ਕੋਈ ਸੂਰਜ ਨੂੰ ਧਰਤੀ ਦੇ ਚੁਫੇਰੇ ਨਹੀਂ ਘੁਮਾ ਸਕਦਾ। ਕੋਈ ਚੰਦਰਮਾ ਚੋਂ ਸੂਰਜ ਵਾਲੀ ਤਪਸ਼ ਪੈਦਾ ਨਹੀਂ ਕਰ ਸਕਦਾ, ਤੇ ਸੂਰਜ ਵਿੱਚੋਂ ਚੰਦਰਮਾ ਵਾਲੀ ਚਾਨਣੀ ਨਹੀਂ ਲਈ ਜਾ ਸਕਦੀ। ਕਹਿਣ ਤੋਂ ਭਾਵ ਕਿ ਕੁਦਰਤ ਦੇ ਕਾਨੂੰਨਾਂ ਨੂੰ ਨਹੀਂ ਬਦਲਿਆ ਜਾ ਸਕਦਾ। ਹਾਂ, ਕੁਦਰਤ ਦੇ ਕਾਨੂੰਨਾਂ ਨੂੰ ਸਮਝ ਕੇ ਉਹਨਾਂ ਮੁਤਾਬਕ ਜ਼ਿੰਦਗੀ ਜੀ ਕੇ ਜਿੰਨਾ ਮਰਜ਼ੀ ਵਿਕਾਸ ਕੀਤਾ ਜਾ ਸਕਦਾ ਹੈ। ਉਹ ਅਨੰਤ ਹੈ, ਜਿੰਨਾ ਮਰਜ਼ੀ ਵਿਕਾਸ ਕਰ ਲੋਗੇ, ਜਿੰਨੇ ਮਰਜ਼ੀ ਸੁੱਖ ਮਾਣ ਲਵਾਂਗੇ, ਪਰ ਨੇਮਾਂ ਤੋਂ ਉਲਟ ਕੁਛ ਨਹੀਂ। ਜਿਵ ਹੋਵੇ ਫੁਰਮਾਨ, ਜਿਵੇਂ ਉਹਦਾ ਫੁਰਮਾਨ ਹੈ। ਫੁਰਮਾਨ ਦਾ ਮਤਲਬ ਹੁਕਮ, ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ। ਜਿਵੇਂ ਉਹਦਾ ਸਿਸਟਮ ਹੈ ਉਵੇਂ ਉਵੇਂ ਹੁੰਦਾ ਹੈ। ਉਹ ਵੇਖੇ, ਉਹਨਾਂ ਨਜ਼ਰ ਨਾ ਆਵੇ। ਹੁਣ ਉਹ ਰੱਬ ਵੇਖ ਰਿਹਾ ਹੈ,
ਉਹਨਾਂ ਨਜ਼ਰ ਨਾ ਆਵੇ, ਉਹਨਾਂ ਦਾ ਮਤਲਬ ਉਹਦੇ ਪੈਦਾ ਕੀਤਾ ਹੋਇਆਂ ਨੂੰ ਨਜ਼ਰ ਹੀ ਨਹੀਂ ਪੈ ਰਿਹਾ। ਹੁਣ ਵੇਖ ਤੇ ਰਿਹਾ ਹੋ, ਹਰ ਥਾਂ ਤੇ ਵੇਖ ਰਿਹਾ ਹੈ ਨਾ, ਸਿਸਟਮ ਦੇ ਅੰਦਰ ਅਸੀਂ ਵਾਚੇ ਜਾ ਰਹੇ ਹਾਂ, ਅਸੀਂ ਆਪਣੇ ਆਪ ਨੂੰ ਵੇਖ ਰਹੇ ਹਾਂ, ਸਾਡਾ ਆਪਣਾ ਆਪਾ ਸਾਨੂੰ ਵੇਖ ਰਿਹਾ ਨਾ। ਦੇਖੋ, ਅਸੀਂ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ ਜਾਂ ਕਿਸੇ ਵੀ ਧਰਮ ਸਥਾਨ ਵਿੱਚ ਆਪੋ ਆਪਣੇ ਧਰਮ ਸਥਾਨਾਂ ਵਿੱਚ ਜਾ ਕੇ ਲੋਕੀ ਅਰਦਾਸ ਕਰਦੇ ਨੇ, ਪ੍ਰਾਰਥਨਾ ਕਰਦੇ ਨੇ, ਕਰਦੇ ਆ ਨਾ। ਤੇ ਇੰਝ ਸਮਝਦੇ ਹਾਂ ਕਿ ਗੁਰਦੁਆਰਾ ਸਾਹਿਬ ਰੱਬ ਹੈ, ਮੰਦਿਰ ਵਿੱਚ ਰੱਬ ਹੈ, ਮਸਜਿਦ ਵਿੱਚ ਰੱਬ ਹੈ, ਅਸੀਂ ਉੱਥੇ ਰੱਬ ਅੱਗੇ ਅਰਦਾਸ ਕਰ ਰਹੇ ਹਾਂ ਕਿ ਇੱਥੇ ਰੱਬ ਹੈ, ਔਰ ਵਾਸਤਵ 'ਚ ਹੈ, ਰੱਬ ਹਰ ਥਾਂ ਤੇ ਹੈ। ਲੇਕਿਨ ਜਦੋਂ ਅਸੀਂ ਪਾਪ ਕਮਾਉਂਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਵੀ ਇੱਥੇ ਰੱਬ ਨਹੀਂ ਹੈ। ਰੱਬ ਤੇ ਉੱਥੇ ਵੀ ਜਿੱਥੇ ਪਾਪ ਕਮਾ ਰਹੇ ਹੋ। ਜਦੋਂ ਕਿਸ ਤੋਂ ਰਿਸ਼ਵਤ ਲੈ ਰਹੇ ਹੋ, ਰੱਬ ਤੇ ਉੱਥੇ ਵੀ ਹੈ। ਜਦੋਂ ਕਿਸ ਤੇ ਪੈਸੇ ਮਾਰ ਰਹੇ ਹੋ, ਰੱਬ ਤੇ ਉੱਥੇ ਵੀ ਹੈ। ਜਦੋਂ ਕਿਸ ਦੇ ਹੱਕ ਖਾ ਰਹੇ ਹੋ, ਰੱਬ ਤੇ ਉੱਥੇ ਵੀ ਹੈ। ਜਦੋਂ ਈਰਖਾ ਕਰ ਰਹੇ ਹੋ, ਚੁਗਲੀ ਨਿੰਦਿਆ ਕਰ ਰਹੇ ਹੋ ਕਿਸੇ ਦੀ ਮਿੱਟੀ ਪਲੀਤ ਕਰਦੇ ਹੋ, ਰੱਬ ਤੇ ਉੱਥੇ ਵੀ ਹੈ। ਲੋਕ ਸਮਝਦੇ ਨੇ ਰੱਬ ਸਿਰਫ ਸੁਣਦਾ ਹੈ, ਰੱਬ ਦੇ ਸਿਰਫ ਕੰਨ ਨੇ, ਅੱਖਾਂ ਕੋਈ ਨਹੀਂ। ਲੋਕ ਸਮਝਦੇ ਨੇ ਰੱਬ ਅੰਨਾ ਹੈ, ਸਿਰਫ ਕੰਨ ਨੇ ਰੱਬ ਦੇ, ਅੱਖਾਂ ਕੋਈ ਨਹੀਂ। ਕਿਉਂ? ਅਸੀਂ ਗੁਰਦੁਆਰੇ, ਮੰਦਿਰ, ਮਸੀਤ ਵਿੱਚ ਜਾਂਦੇ ਹਾਂ ਨਾ, ਤੇ ਅਸੀਂ ਆਪਣੇ ਦਿੱਤੇ ਹੋਏ ਕਿਸੇ ਵੀ ਦਾਨ ਦੀ ਅਨਾਉਂਸ ਕਰਾਉਂਦੇ ਹਾਂ ਕਿ ਸਾਰੇ ਲੋਕ ਸੁਣ ਲੈਣ। ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਵੀ ਜੇ ਬਿਨਾਂ ਨਾਂ ਲੈਣ ਤੋਂ ਗੋਲਕ 'ਚ ਪੈਸੇ ਪਾ ਦਿੱਤੇ ਤੇ ਰੱਬ ਨੇ ਵੇਖਣਾ ਨਹੀਂ, ਕਿਉਂਕਿ ਉਹ ਤੇ ਅੰਨਾ ਹੈ, ਉਹਨੂੰ ਦਿਸਦਾ ਥੋੜਾ, ਉਹ ਸਿਰਫ ਸੁਣਦਾ ਹੈ। ਤੇ ਜਦੋਂ ਅਸੀਂ ਚੋਰੀ ਕਰਨੇ ਆ, ਸਾਨੂੰ ਪਤਾ ਹੁੰਦਾ ਵੀ ਰੱਬ ਅੰਨਾ, ਉਹਨੂੰ ਕੋਈ ਕਿਹੜਾ ਵਹਿੰਦਾ ਹੈ, ਵਹਿੰਦਾ ਥੋੜੀ। ਜਦੋਂ ਅਸੀਂ ਪਾਪ ਕਮਾਉਂਦੇ ਹਾਂ, ਅਸੀਂ ਪਰਾਈ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖ ਰਹੇ ਹੁੰਦੇ ਆ ਨਾ, ਇੰਝ ਜਾਪਦਾ ਵੀ ਰੱਬ ਅੰਨਾ ਹੈ, ਉਹਨੂੰ ਕਿਹੜਾ ਦਿਸਦਾ ਪਿਆ, ਉਹ ਕਿਹੜਾ ਇੱਥੇ ਹੈ। ਇਸ ਲਈ ਜ਼ਰੂਰਤ ਹੈ ਉਹ ਵੇਖ ਰਿਹਾ ਹੈ। ਮੰਨ ਲਓ ਸਪੋਜ਼ ਕਿ ਮੈਂ ਤੁਹਾਡੀ ਚੋਰੀ ਕਰਨਾ, ਤੁਹਾਡੇ ਘਰ ਵਿੱਚ ਗਿਆ, ਤੁਸੀਂ ਆਸੇ ਪਾਸੇ ਹੋਏ, ਮੈਂ ਤੁਹਾਡਾ ਕੋਈ ਪੈਨ, ਕੋਈ ਫੋਨ, ਕੋਈ ਪੈਸਾ ਚੁੱਕ ਲਿਆ, ਤੁਸੀਂ ਨਹੀਂ ਵੇਖਿਆ, ਤੁਸੀਂ ਮੇਰੇ ਤੇ ਸ਼ੱਕ ਵੀ ਨਹੀਂ ਕੀਤਾ, ਲੇਕਿਨ ਮੈਂ ਤੇ ਵੇਖ ਰਿਹਾ ਨਾ ਮੈਂ ਚੋਰੀ ਕੀਤੀ, ਮੈਂ ਆਪਣੇ ਆਪ ਤੋਂ ਕਿਵੇਂ ਮੁਕਰਾਂ? ਮੇਰਾ ਆਪਣਾ ਆਪਾ ਤੇ ਰੱਬ ਹੈ ਨਾ। ਇੱਕ ਕਹਾਣੀ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ, ਸਾਨੂੰ ਸਹਿਯੋਗ ਦੇ ਸਕਦੀ ਹੈ, ਕਿ ਕਿਸੇ ਬੰਦੇ ਨੇ ਆਪਣੇ 2 ਚੇਲਿਆਂ ਨੂੰ ਇਨਾਮ ਦੇਣਾ ਸੀ ਕਿ ਇਨਾਮ ਉਸਨੂੰ ਮਿਲੇਗਾ ਜੋ ਇਹ 2 ਕਬੂਤਰ ਨੇ, ਇਹਨਾਂ ਨੂੰ ਲੈ ਜਾਓ ਤੇ ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਵੇਖਦਾ ਨਾ ਹੋਵੇ। ਉਹ ਦੋਵੇਂ ਲੈ ਕੇ ਚਲੇ ਗਏ। ਇੱਕ ਬੰਦਾ ਮਾਰਨ ਲੱਗਾ ਝਾੜੀ ਓਲੇ, ਉਹਨੇ ਵੇਖਿਆ ਯਾਰ ਇੱਥੇ ਤੇ ਕਿਸੇ ਨੇ ਵੇਖ ਲੈਣਾ, ਉਹ ਵੇਖਦਾ। ਤੇ ਇੱਕ ਬੰਦਾ ਨਾ ਗੁਫਾ ਦੇ ਵਿੱਚ ਕਾਫੀ ਦੂਰ ਜਾ ਕੇ ਉਹਨੇ ਵੇਖਿਆ ਵੀ ਇੱਥੇ ਉਜਾੜ ਬਿਆਬਾਨ ਹੈਗਾ, ਇੱਥੇ ਕੁਛ ਨਹੀਂ। ਉੱਥੇ ਉਹਨੇ ਕਬੂਤਰ ਨੂੰ ਮਾਰਿਆ ਤੇ ਛਿਲ ਛੁਲ ਕੇ ਲਿਆਇਆ। ਦੂਜਾ ਬੰਦਾ ਬਹੁਤ ਘੁੰਮਿਆ, ਇੱਕ ਗੁਫਾ ਦੇ ਵਿੱਚ ਵੜ ਗਿਆ ਜਿੱਥੇ ਬਿਲਕੁਲ ਹਨੇਰਾ ਸੀ। ਉਹ ਕਬੂਤਰ ਨੂੰ ਮਰੋੜਨ ਲੱਗਾ ਤੇ ਫਿਰ ਵਾਪਸ ਆ ਗਿਆ। ਜਿੰਦਾ ਕਬੂਤਰ ਲਿਆ ਕੇ ਉਹਨੇ ਆਪਣੇ ਉਸ ਉਸਤਾਦ ਨੂੰ ਫੜਾ ਦਿੱਤਾ। ਪਹਿਲੇ ਤੋਂ ਪੁੱਛਿਆ, ਕਹਿੰਦਾ ਜੀ ਮੈਂ ਤੇ ਬਹੁਤ ਦੂਰ ਚਲਾ ਗਿਆ ਸਾਂ ਤੇ ਕਾਫੀ ਵੱਡਾ ਇੱਕ ਪੱਥਰ ਜਿਹਾ, ਉੱਥੇ ਕੋਈ ਨਹੀਂ ਸੀ ਹੈਗਾ, ਉਧਰ ਕੋਈ ਬੰਦਾ ਜਾਂਦਾ ਹੀ ਨਹੀਂ ਅੱਜ ਤੱਕ, ਬੜਾ ਖਤਰਨਾਕ ਜਿਹਾ ਥਾਂ ਹੈ, ਉੱਥੇ ਮਰੋੜ ਕੇ ਲਿਆਂਦਾ, ਕਿਸੇ ਦਾ ਪਿਓ ਵੀ ਨਹੀਂ ਜਾਂਦਾ। ਤੇ ਦੂਜੇ ਬੰਦੇ ਨੂੰ ਪੁੱਛਿਆ ਵੀ ਤੈਨੂੰ ਕੋਈ ਇਹੋ ਜਿਹੀ ਥਾਂ ਨਹੀਂ ਲੱਭੀ? ਕਹਿਣ ਲੱਗਾ ਨਾ। ਕਹਿੰਦਾ ਮੈਂ ਬਹੁਤ ਘੁੰਮਿਆ, ਮੈਂ ਗੁਫਾ ਦੇ ਵਿੱਚ ਵੀ ਵੜ ਗਿਆ ਜਿੱਥੇ ਕੋਈ ਬੰਦਾ ਛੱਡ ਕੇ ਪਰਿੰਦਾ ਵੀ ਨਹੀਂ ਵੜਦਾ, ਪਰ ਜਦੋਂ ਮੈਂ ਕਬੂਤਰ ਨੂੰ ਮਰੋੜਨ ਲੱਗਦਾ ਹਾਂ, ਕਬੂਤਰ ਮੇਰੇ ਵੱਲ ਵੇਖ ਰਿਹਾ ਸੀ, ਇਹ ਵੇਖ ਰਿਹਾ ਸੀ। ਔਰ ਦੂਜੇ ਨੰਬਰ ਤੇ ਜਿੱਥੇ ਵੀ ਮੈਂ ਗਿਆ ਰੱਬ ਵੇਖ ਰਿਹਾ ਸੀ। ਮੇਰਾ ਆਪਣਾ ਆਪਾ ਇਹਨੂੰ ਵੇਖ ਰਿਹਾ ਸੀ ਕਿ ਮੈਂ ਮਰੋੜਨ ਲੱਗਾ, ਮੈਂ ਵੇਖ ਰਿਹਾ ਸਾਂ। ਇਸ ਲਈ ਮੈਨੂੰ ਕੋਈ ਜਗ੍ਹਾ ਨਹੀਂ ਮਿਲੀ ਜਿੱਥੇ ਮੈਂ ਇਹਨੂੰ ਮਰੋੜ ਕੇ ਲਿਆਵਾਂ। ਹੈ ਨਾ, ਉਹ ਵੇਖਿਆ। ਗੱਲ ਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਹੈ, ਪਰ ਲੋਕਾਂ ਨੇ ਸਮਝਿਆ ਨਹੀਂ ਨਾ, ਕਿਉਂਕਿ ਰੱਬ ਨੂੰ ਉੱਤੇ ਬਿਠਾ ਲਿਆ। ਹਰ ਇੱਕ ਦੇ ਅੰਦਰ ਬੈਠਾ ਵੇਖ ਰਿਹਾ ਹੈ, ਮੇਰੇ ਅੰਦਰ ਬੈਠਾ ਮੈਨੂੰ, ਤੁਹਾਡੇ ਅੰਦਰ ਬੈਠਾ ਤੁਹਾਨੂੰ, ਜਰਰੇ ਜਰਰੇ ਵਿੱਚ ਵੀ। ਉਹਨਾਂ ਨਜ਼ਰ ਨਾ ਆਵੇ, ਪਰ ਸਾਨੂੰ ਨਜ਼ਰ ਹੀ ਨਹੀਂ ਨਾ ਪੈ ਰਿਹਾ, ਸਮਝ ਨਹੀਂ ਨਾ ਪੈ ਰਹੀ ਇਸ ਗੱਲ ਦੀ। ਆਮ ਬੰਦਾ ਇਸ ਗੱਲ ਤੋਂ ਮੁਨਕਰ ਹੈ। ਕਾਸ਼ ਬੰਦਾ ਇਸ ਚੀਜ਼ ਨੂੰ ਸਮਝ ਲਵੇ ਔਰ ਇਹ ਭਾਵਨਾ ਸਾਡੇ ਇੱਕ ਦੂਜੇ ਦੇ ਮਿਲਵਰਤਨ ਵਿੱਚ ਆ ਜਾਏ ਤਾਂ ਕੈਸੀ ਜ਼ਿੰਦਗੀ ਹੋ ਜਾਏਗੀ। ਨੂੰਹ ਨੂੰ ਵੀ ਦਿਸੇ ਵੀ ਮੈਨੂੰ ਅੰਦਰ ਰੱਬ ਵੇਖ ਰਿਹਾ ਹੈ, ਸੱਸ ਨੂੰ ਜਦੋਂ ਤੰਗ ਕਰਨੀ, ਸੱਸ ਨੂੰ ਵੀ ਦਿਖੇ, ਧੀਆਂ ਪੁੱਤਰਾਂ ਨੂੰ ਦਿਸੇ, ਭੈਣਾਂ ਭਰਾਵਾਂ ਨੂੰ ਦਿਸੇ,
ਹਿੰਦੂ, ਮੁਸਲਮਾਨ, ਸਿੱਖ, ਈਸਾਈਆਂ ਨੂੰ ਦਿਸੇ ਕਿ ਅਸੀਂ ਕੀ ਕਰ ਰਹੇ ਹਾਂ, ਸਾਡਾ ਆਪਣਾ ਆਪਾ ਸਾਨੂੰ ਵੇਖ ਰਿਹਾ ਹੈ, ਤਾਂ ਕਿੰਨਾ ਚੰਗਾ ਜੀਵਨ ਹੋ ਜਾਏਗਾ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਧਾਨ। ਗੁਰੂ ਜੀ ਕਹਿੰਦੇ ਨੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਹ, ਕਿ ਰੱਬ ਥਾਂ ਥਾਂ ਤੇ ਵੇਖ ਰਿਹਾ ਤੇ ਅਸੀਂ ਉਹਨੂੰ ਵੇਖ ਨਹੀਂ ਪਾ ਰਹੇ। ਕਿੱਡੀ ਵੱਡੀ ਹੈਰਾਨਗੀ ਵਾਲੀ ਗੱਲ ਹੈ। ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਕੀ ਹੈ? ਗੁਰੂ ਜੀ ਕਹਿੰਦੇ ਨੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਜਿਹੜਾ ਜਲ ਵਿੱਚ ਵੀ, ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਵਨਸਪਤੀ ਅੰਦਰ ਵੀ ਸਮਾਇਆ ਹੋਇਆ ਹੈ, ਸੋ ਪ੍ਰਭ ਚਿੱਤ ਨਾ ਆਵੇ, ਤੇ ਉਹ ਰੱਬ ਦੇ ਚੇਤੇ ਹੀ ਨਾ ਆਵੇ, ਉਹ ਰੱਬ ਨੂੰ ਦਿਸੇ ਹੀ ਨਾ, ਕਿਤੜਾ ਦੁੱਖ ਗਣਾ। ਕਿੱਡੀ ਵੱਡੀ ਦੁੱਖ ਦੀ ਗੱਲ ਹੈ, ਇਹਦਾ ਮੈਂ ਕਿਵੇਂ ਅੰਦਾਜ਼ਾ ਲਾਵਾਂ? ਇਸ ਤੋਂ ਵੱਡੀ ਦੁਖਦਾਈ ਗੱਲ ਕੋਈ ਹੋ ਸਕਦੀ ਹੈ? ਇਹ ਗੁਰੂ ਜੀ ਕਹਿ ਰਹੇ ਹੁਣ ਜੋ ਦਿਸੈ ਸੋ ਤੇਰਾ ਰੂਪ, ਤੇ ਸਾਨੂੰ ਇੱਕ ਦੂਜੇ ਵਿੱਚ ਰੱਬ ਦਾ ਰੂਪ ਦਿਸੇ ਹੀ ਨਾ, ਤੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ? ਗੁਰੂ ਜੀ ਕਹਿੰਦੇ ਨੇ ਬਹੁਤਾ ਇਹ ਵਿਧਾਨ, ਇਹ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ, ਅਚਰਜ ਗੱਲ ਹੈ, ਬਹੁਤ ਵੱਡਾ ਦੁਖਾਂਤ ਹੈ ਕਿ ਸਾਨੂੰ ਉਹ ਦਿਸ ਨਹੀਂ ਰਿਹਾ। ਇਹ ਜੋਗੀਓ ਜੰਗਲਾਂ ਵਿੱਚ ਨਾ ਵਿਚਰੋ, ਉਸ ਮਾਇਆ ਨੂੰ ਕਾਬੂ ਕਰੋ। ਮਾਇਆ ਦਾ ਮਤਲਬ ਮੈਂਟੈਲਿਟੀ ਨੂੰ ਆਪਣੀ ਨੂੰ ਬਦਲੋ, ਰਜਗੁਣ, ਤਮਗੁਣ, ਸਤਗੁਣ ਤੋਂ ਉਤਾਂ ਉੱਠੋ, ਜੀਵਨ ਨੂੰ ਬੈਲੈਂਸ ਕਰੋ, ਗਿਆਨ ਦੀ ਵਰਤੋਂ ਕਰੋ। ਆਦੇਸ਼ ਤਿਸੈ ਆਦੇਸ਼, ਉਹਦੇ ਅੱਗੇ ਨਮਸਕਾਰ ਕਰੋ, ਨਤਮਸਤਕ ਹੋਵੋ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਜੋ ਸਭ ਦਾ ਮੁੱਢ ਮੂਲ ਹੈ, ਜੋ ਕਲੰਕ ਤੋਂ ਰਹਿਤ ਹੈ, ਜੋ ਆਦੰਤ ਤੋਂ ਪਰੇ ਹੈ, ਜੋ ਲਗਾਤਾਰ ਸਮਾਇਆ ਹੋਇਆ ਹੈ, ਜੋ ਜੁਗਾਂ ਜੁਗਾਂ ਤੋਂ ਇੱਕੋ ਹੀ ਹੈ, ਜਿਸ ਦੇ ਅੰਦਰ ਕਦੇ ਦੁਬਦਾ ਆਦਿਕ ਹੈ ਹੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਪੌੜੀਆਂ ਰਾਹੀਂ ਸਾਨੂੰ ਸਮਝਾਇਆ ਹੈ ਕਿ ਜੇ ਇਹਨਾਂ ਗੁਣਾਂ ਦੇ ਧਾਰਨੀ ਹੋਵੋਗੇ ਤੇ ਤੁਸੀਂ ਸਚਿਆਰ ਹੋ ਜਾਓਗੇ, ਸਚਿਆਰ ਬਣ ਜਾਓਗੇ, ਸੱਚੇ ਰੱਬ ਵਿੱਚ ਸਮਾ ਜਾਓਗੇ, ਜੀਵਨ ਸਫਲ ਹੋ ਜਾਏਗਾ। ਇਸ ਲਈ ਜਿੰਨੇ ਵੀ ਆ ਤਿਆਗ ਸ਼ਿਆਗ ਨੇ, ਸਾਰੇ ਵਾਧੂ ਦੇ ਕਰਮ ਨੇ। ਅਸੀਂ ਐਵੇਂ ਇਹਨਾਂ ਲੋਕਾਂ ਨੂੰ ਮਹਾਨ ਸਮਝ ਬੈਠੇ ਹਾਂ। ਸਾਡੇ ਅੰਦਰ ਬੜੇ ਵੱਡੇ ਭਰਮ ਭੁਲੇਖੇ ਪੈਦਾ ਕਰ ਦਿੱਤੇ ਗਏ ਨੇ ਕਿ ਜਿਹੜਾ ਤਿਆਗੀ ਹੈ ਉਹ ਬੜਾ ਮਹਾਨ ਹੁੰਦਾ ਹੈ, ਕਿਉਂਕਿ ਤਿਆਗ ਕਰਨਾ ਔਖਾ ਹੈ। ਅਸੀਂ ਇਸ ਚੀਜ਼ ਨੂੰ ਮੰਨ ਲਿਆ ਕਿ ਵਾਸਤਵ 'ਚ ਔਖਾ ਹੈ। ਫਿਰ ਇਹ ਸਾਨੂੰ ਬਿਠਾਇਆ ਗਿਆ ਕਿ ਤੁਸੀਂ ਗ੍ਰਸਤੀ ਪਾਪੀ ਹੋ, ਅਸੀਂ ਇਹ ਵੀ ਮੰਨ ਲਿਆ। ਤੇ ਫਿਰ ਸਾਡੇ ਮਨ 'ਚ ਇਹ ਬਿਠਾਇਆ ਗਿਆ ਕਿ ਤੁਸੀਂ ਪਾਪੀ ਹੋ, ਤੁਸੀਂ ਨੀਵੇਂ ਹੋ, ਅਸੀਂ ਉੱਚੇ ਔਰ ਮਹਾਨ ਆ, ਸਾਡੀ ਪੂਜਾ ਕਰੋਗੇ ਤੇ ਤੁਸੀਂ ਸੁਖੀ ਹੋਵੋਗੇ। ਅਸੀਂ ਇਹ ਵੀ ਮੰਨ ਲਿਆ ਤੇ ਉਹਨਾਂ ਦੀ ਪੂਜਾ ਕਰਨ ਲੱਗੇ। ਪਰ ਗੁਰੂ ਸਾਹਿਬ ਤਾਂ ਇਹਨਾਂ ਚੀਜ਼ਾਂ ਨੂੰ ਨਕਾਰ ਰਹੇ ਨੇ ਸਾਰੀਆਂ ਨੂੰ। ਹੁਕਮ ਰਜ਼ਾਈ ਚੱਲਣਾ ਹੈ ਸਾਰਿਆਂ ਵਾਸਤੇ, ਗਿਆਨ ਦੀ ਵਰਤੋਂ ਕਰਨੀ ਹੈ, ਆਪਣੀ ਜਿਹੜੀ ਮੈਂਟੈਲਿਟੀ ਹੈ ਉਹਨੂੰ ਚੇਂਜ ਕਰਨਾ ਹੈ। ਹਰ ਇਨਸਾਨ ਮਹਾਨ ਹੋ ਸਕਦਾ ਹੈ, ਇਹ ਪੋਸੀਬਿਲਿਟੀ ਹੈ, ਇਹ ਸੰਭਾਵਨਾ ਹੈ, ਅਸੀਂ ਐਸੇ ਹੋ ਸਕਦੇ ਹਾਂ। ਤਾਂ ਮੈਂ ਇੱਥੇ ਖਿਮਾ ਦਾ ਜਾ ਚੁੱਕਾ। ਅੱਜ ਜੋ ਅਸੀਂ 2 ਪੌੜੀਆਂ ਦੀ ਵਿਚਾਰ ਕੀਤੀ ਹੈ, ਇਹਨਾਂ ਪੌੜੀਆਂ ਦੇ ਵਿੱਚੋਂ, ਇਸ ਵਿਚਾਰ ਵਿੱਚੋਂ ਜੇ ਆਪ ਕਿਸੇ ਵੀਰ ਭੈਣ ਦਾ ਸਵਾਲ ਹੋਏ, ਕੋਈ ਚੀਜ਼ ਨਹੀਂ ਸਮਝ ਆਈ, ਤਾਂ ਉਹ ਦੁਬਾਰਾ ਪੁੱਛ ਸਕਦਾ ਹੈ। ਜੇ ਕੋਈ ਆਪਣੇ ਵਿਊਜ਼ ਦੇਣੇ ਚਾਹੇ ਉਹ ਦੇ ਸਕਦਾ ਹੈ। ਜੇ ਆਪਣਾ ਕੋਈ ਸੁਜੈਸ਼ਨ ਦੇਣਾ ਚਾਹੋ ਕਿ ਵਿਚਾਰ ਕਰਨ ਦੇ ਵਿੱਚ ਕੋਈ ਬਦਲਾਵ ਜਾਂ ਕੁਛ, ਤੇ ਉਹ ਆਪ ਸੁਜੈਸ਼ਨ ਵੀ ਦੇ ਸਕਦੇ ਹੋ। ਕਿਉਂਕਿ ਅਸੀਂ ਸਾਰੇ ਵੀਰ ਭੈਣਾਂ ਹਾਂ, ਸਾਡਾ ਇੱਕ ਪਰਿਵਾਰ ਹੈ, ਪਰਿਵਾਰ ਵਿੱਚ ਬੈਠ ਕੇ ਅਸੀਂ ਵਿਚਾਰਾਂ ਕਰ ਰਹੇ ਹਾਂ। ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ। ਜੇ ਤੁਸੀਂ ਬੋਲ ਰਹੇ ਹੁੰਦੇ ਮੈਂ ਸੁਣਦੇ ਹੋਣਾ ਸੀ। ਇਹਦੇ ਵਿੱਚ ਊਚ ਨੀਚ, ਵੱਡੇ ਛੋਟੇ ਵਾਲੀ ਕੋਈ ਭਾਵਨਾ ਨਹੀਂ। ਏਕ ਪਿਤਾ ਏਕਸ ਕੇ ਹਮ ਬਾਰਿਕ ਹਾਂ, ਇਹ ਭਾਵਨਾ ਲੈ ਕੇ ਅਸੀਂ ਗੁਰਬਾਣੀ ਨੂੰ ਵਿਚਾਰਨਾ ਹੈ। ਜੇ ਸਾਡੇ ਅੰਦਰ ਕੋਈ ਦੋਸ਼ ਕਮੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨਾ ਹੈ, ਜਿਹੜੇ ਸਾਡੇ ਗੁਣ ਨੇ ਉਹਨਾਂ ਨੂੰ ਅਸੀਂ ਹੋਰ ਵਧਾਉਣਾ ਹੈ। ਹੋਈਆਂ ਭੁੱਲਾਂ ਦੀ ਖਿਮਾ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ, ਬਹੁਤ ਬਹੁਤ ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਹੈ ਜੀ ਕਿ ਤੁਸੀਂ ਆਪਣੇ ਕੋਲ ਵਿਚਾਰ ਦੇਣੇ ਆ ਤਾਂ ਵੀ, ਤੇ ਜੇ ਕੋਈ ਪੁੱਛ-ਗਿੱਛ ਕਰਨੀ ਅੱਜ ਦੇ ਕਥਾ ਦੇ ਵਿੱਚੋਂ ਉਹ ਵੀ, ਤੇ ਉਹਦੇ ਵਾਸਤੇ ਤੁਸੀਂ ਅਨਮਿਊਟ ਹੋ ਜਾਓ, ਤਾਂ ਫਿਰ ਉਹ ਤੁਹਾਨੂੰ ਆਪਣਾ ਜੋ ਵੀ ਵਿਊ ਹੈ, ਪੁਆਇੰਟ ਹੈਗਾ ਉਹ ਦੱਸ ਦਿਆਂਗੇ ਜੀ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਹਰਦੀਪ ਸਿੰਘ ਭੋਗਲ ਜੀ ਅਨਮਿਊਟ ਹੋਏ ਆ, ਤੇ ਹੋਰਨਾਂ ਨੂੰ ਵੀ ਬੇਨਤੀ ਜਿਹਨੇ ਪੁੱਛਣਾ ਤਾਂ ਉਹ ਜ਼ਰੂਰ ਅਨਮਿਊਟ ਹੋ ਜਾਣ। ਹਰਦੀਪ ਸਿੰਘ ਭੋਗਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਮੈਂ ਸਿਰਫ ਇਹ ਪੁੱਛਣਾ ਹੈਗਾ ਕਿ ਦੇਖੋ ਅੱਜ ਕੱਲ੍ਹ ਅਸੀਂ ਕਾਫੀ ਕਥਾ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ। ਜਿੰਨੇ ਚਿਰ ਅਸੀਂ ਸੁਣਦੇ ਹਾਂ ਉਹਨੇ ਚਿਰ ਸਾਡਾ ਮਨ ਕਾਫੀ ਭਤੀਜਾ ਹੁੰਦਾ ਹੈ ਤੇ
ਪਰ ਫਿਰ ਜਦ ਬਾਅਦ 'ਚ ਫਿਰ ਕੰਮਾਂ ਕਾਰਾਂ 'ਚ ਪੈ ਜਾਂਦੇ ਫਿਰ ਉੱਥੇ ਚੱਲ ਜਾਂਦਾ ਹੈ। ਫਿਰ ਤਾਂ ਸਾਡੇ ਤੇ ਅਸਰ ਇੰਨਾ ਜ਼ਿਆਦਾ ਕਿਉਂ ਨਹੀਂ ਹੁੰਦਾ ਹੈਗਾ? ਉਹਦੇ ਵਾਸਤੇ ਵੀਰ ਜੀ ਜੋ ਮੈਂ ਸਮਝਦਾ, ਜਿੰਨੀ ਕੁ ਮੈਨੂੰ ਸਮਝ ਆਉਂਦੀ ਹੈ, ਉਹ ਇੰਨੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਨਾ ਗੋਲ ਨਹੀਂ ਬਣਾਇਆ ਹੁੰਦਾ। ਅਸੀਂ ਥੋੜੇ ਸਮੇਂ ਲਈ ਸੁਣਨ ਵਾਸਤੇ ਆਉਂਦੇ ਹਾਂ, ਲੇਕਿਨ ਗੋਲ ਬਣਾ ਕੇ ਨਹੀਂ ਆਉਂਦੇ ਕਿ ਸਾਡੀ ਜ਼ਿੰਦਗੀ ਦਾ ਗੋਲ ਕੀ ਹੈ, ਜਿਹੜਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਸੀ। ਜਿਵੇਂ ਗੋਲ ਦੇ ਵਿੱਚ ਅਸੀਂ ਪੂਰੀ ਸ਼ਖਸੀਅਤ ਨੂੰ ਲਵਾਂਗੇ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਤੁਹਾਡਾ ਗੋਲ ਕੀ ਹੈ। ਜਦੋਂ ਅਸੀਂ ਉਹ ਗੋਲ ਆਪਣਾ ਨਿਸ਼ਚਿਤ ਕਰ ਲਵਾਂਗੇ ਤਾਂ ਫਿਰ ਸਾਡਾ ਧਿਆਨ ਜਿਹੜਾ ਉੱਥੇ ਜੁੜ ਸਕਦਾ ਹੈ। ਜਦੋਂ ਗੋਲ ਨਹੀਂ ਹੈ ਤਾਂ ਫਿਰ ਨਹੀਂ। ਗੋਲ ਤੋਂ ਬਿਨਾਂ ਜ਼ਿੰਦਗੀ ਐਵੇਂ ਹੋਏਗੀ ਜਿਵੇਂ ਇੱਕ ਕਿਸ਼ਤੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਜਾਏ, ਬੰਦਾ ਵਿੱਚ ਬਿਠਾ ਦੇਈਏ, ਉਸ ਕਿਸ਼ਤੀ ਵਿੱਚ ਨਾ ਚੱਪੂ ਹੋਣ, ਨਾ ਮਲਾਹ ਹੋਵੇ, ਨਾ ਇੰਜਨ, ਤਾਂ ਉਹ ਕਿਸ਼ਤੀ ਡੱਕੋ ਡੋਲੇ ਖਾਂਦੀ ਫਿਰੇਗੀ, ਦੋ ਲਹਿਰਾਂ ਇੱਧਰ ਦੋ ਲਹਿਰਾਂ ਇੱਧਰ, ਤੇ ਫਿਰ ਅਖੀਰ ਕਿਸੇ ਘੁੰਮਣ ਘੇਰ ਵਿੱਚ ਫਸ ਕੇ ਉਹ ਕਿਸ਼ਤੀ ਡੁੱਬ ਜਾਏ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਗੋਲ ਸੈੱਟ ਕਰਨਾ ਪੈਣਾ ਕਿ ਅਸੀਂ ਗੁਰਬਾਣੀ ਕਿਉਂ ਪੜ੍ਹ ਰਹੇ ਹਾਂ, ਗੁਰਬਾਣੀ ਕਿਉਂ ਸੁਣ ਰਹੇ ਹਾਂ। ਉਸ ਗੋਲ ਵਾਸਤੇ ਕੰਮ ਕਰਾਂਗੇ ਤਾਂ ਫਿਰ ਐਸਾ ਨਹੀਂ ਹੋਏਗਾ। ਗੋਲ ਤਾਂ ਹੈਗਾ, ਕਿਉਂਕਿ ਆਪਾਂ ਹੁਣ ਇਹੀ ਆਪਣਾ ਮਕਸਦ ਹੈ ਨਾ ਕਿ ਕਿਵ ਸਚਿਆਰ ਹੋਵੀਏ, ਹੈ ਨਾ, ਜੋ ਜਪਜੀ ਸਾਹਿਬ ਚ ਹਾਂਜੀ ਹਾਂ। ਹੁਣ ਦੇਖੋ ਇਹਦੇ ਵਿੱਚ ਤੁਹਾਡਾ ਉੱਤਰ ਹੈ, ਫਾਰ ਐਗਜ਼ਾਮਪਲ, ਵੀ ਹੁਣ ਤੁਹਾਡਾ ਗੋਲ ਹੈਗਾ ਸਚਿਆਰ ਹੋਣਾ। ਹਾਂਜੀ। ਤੇ ਤੁਹਾਡਾ ਜਿਹੜਾ ਮਨ ਹੈ ਉਹ ਚਲਾ ਗਿਆ, ਮੰਨ ਲਓ ਕਿ ਅੱਜ ਗਿਆਨੀ ਮੋਹਰ ਸਿੰਘ ਨਾਲ ਹੀ ਝੂਠ ਬੋਲਣਾ ਹੈ ਜਾ ਕੇ, ਤਾਂ ਇਹਦਾ ਮਤਲਬ ਵੀ ਤੁਸੀਂ ਆਪਣੇ ਗੋਲ ਤੋਂ ਦੂਰ ਚਲੇ ਗਏ। ਉਸ ਗੋਲ ਨੂੰ ਹਮੇਸ਼ਾ ਯਾਦ ਰੱਖੋ ਔਰ ਉਹਨੂੰ ਸੈਟਅਪ ਕਰ ਲਓ ਕਿਸੇ ਵੀ ਚੀਜ਼ ਦੇ ਨਾਲ ਕਿ ਸਚਿਆਰਾ ਹੋਈਏ। ਜਾਂ ਤੁਸੀਂ ਗੁਰਬਾਣੀ ਦੀ ਕੋਈ ਪੰਕਤੀ ਲੈ ਲਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਦਿਓ, ਤੇ ਉਸ ਜਦੋਂ ਵੀ ਮਨ ਕਿਤੇ ਪਾਸੇ ਜਾਂਦਾ ਹੈ ਤਾਂ ਉਦੋਂ ਤੁਸੀਂ ਉਹ ਗੁਰਬਾਣੀ ਦੀ ਪੰਕਤੀ ਪੜ੍ਹ ਲਓ, ਜਾਂ ਕਿ ਸਚਿਆਰਾ ਹੋਈਏ ਨੂੰ, ਜਾਂ ਹੁਕਮ ਰਜ਼ਾਈ ਚੱਲਣਾ, ਇਸ ਪੰਕਤੀ ਨੂੰ ਸੈਟਅਪ ਕਰ ਲਓ ਆਪਣੇ ਗੋਲ ਦੇ ਨਾਲ ਕਿ ਮੇਰਾ ਇਹ ਗੋਲ ਹੈ ਤੇ ਇਹ ਪੰਕਤੀ ਮੈਨੂੰ ਗੋਲ ਯਾਦ ਕਰਾਏਗੀ। ਹੁਕਮ ਰਜ਼ਾਈ ਚੱਲਣਾ, ਇਹ ਪੰਕਤੀ ਮੈਨੂੰ ਸਾਰਾ ਗੋਲ ਯਾਦ ਕਰਾਏਗੀ। ਜਾਂ ਮਨ ਰੇ ਥਿਰ ਰਹੋ, ਇਹ ਪੰਕਤੀ ਮੈਨੂੰ ਗੋਲ ਯਾਦ ਕਰਾਏਗੀ। ਜਾਂ ਕੋਈ ਸ਼ਬਦ, ਜਾਂ ਆਪਣੇ ਮੇਰਾ ਗੋਲ ਇਹ ਨਹੀਂ ਜਿੱਥੇ ਅਸੀਂ ਭਟਕਦੇ ਹਾਂ, ਤਾਂ ਐਵੇਂ ਕੋਈ ਅਸੀਂ ਸ਼ਬਦ ਜਿਹੜਾ ਹੈ ਕੋਈ ਵੀ ਸੈੱਟ ਕਰ ਸਕਦੇ ਹਾਂ ਤੇ ਹੋ ਸਕਦਾ ਹੈ ਸਭ। ਹਾਂਜੀ ਠੀਕ ਹੈ। ਮੰਨ ਲਓ ਜੇ ਗੁਰ ਸ਼ਬਦ ਇਹ ਮਨ ਹੋੜੀ ਗੱਲ ਤੋਂ ਠੀਕ ਹੈ। ਥੈਂਕ ਯੂ ਜੀ ਗਿਆਨੀ ਜੀ। ਧੰਨਵਾਦ। ਧੰਨਵਾਦ ਜੀ ਹਰਦੀਪ ਸਿੰਘ ਜੀ। ਹੁਣ ਸਾਡੇ ਨਾਲ ਸਿਰਫ ਸਤਨਾਮ ਸਿੰਘ ਨਾਗਰਾ ਜੀ ਅਨਮਿਊਟ ਹੋਏ ਆ ਜੀ। ਤੁਸੀਂ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਆਪ ਭਗਤ ਗਿਆਨ ਦਇਆ ਭੰਡਾਰ ਘਟ ਘਟ ਵਾਜੇ ਨਾਥ। ਆਪ ਨੇ ਦੱਸਿਆ ਗਿਆਨ ਦਾ ਚੂਰਮਾ, ਦਇਆ ਦਾ ਭੰਡਾਰਨ ਜੀਵਨ ਵਿੱਚ ਹੋਣਾ ਚਾਹੀਦਾ। ਪਰ ਅਸੀਂ ਗਿਆਨ ਲੈਣ ਹੀ ਗੁਰਦੁਆਰੇ ਜਾਂਦੇ ਹਾਂ। ਗਿਆਨ ਤਾਂ ਹੈ, ਪਰ ਅਸੀਂ ਗੁਰੂ ਘਰਾਂ 'ਚ ਜਿਹੜੇ ਭੰਡਾਰੇ ਬਣਾਉਂਦੇ ਹਾਂ ਉਹ ਜਲੇਬੀਆਂ, ਸਮੋਸੇ, ਭਟੂਰੇ ਆਦਿ ਬਣਾਉਂਦੇ ਹਾਂ। ਤੇ ਪਰ ਜੋ ਸਾਡੇ ਪ੍ਰਬੰਧਕ ਹੈ ਉਹ ਸਮਝਾਉਂਦੇ ਤਾਂ ਹੈ ਪਰਿਵਾਰ ਨੂੰ ਵੀ ਇੱਕ ਚੀਜ਼ ਬਣਾ ਲਓ, ਪਰ ਪ੍ਰਬੰਧਕ ਹੀ ਜਿਹੜੇ ਆਪਣੇ ਪਰਿਵਾਰ ਹੀ ਕਹਿੰਦੇ ਆ ਵੀ ਅਸੀਂ ਸਾਡੇ ਬੱਚੇ ਦਾ ਜਨਮ ਦਿਨ ਹੈ, 21ਵਾਂ ਜਨਮ ਦਿਨ, 18ਵਾਂ ਜਨਮ ਦਿਨ ਹੈ, ਜਾਂ ਸਾਡਾ ਕੋਈ ਇੱਦਾਂ ਦਿਨ ਸੁਧ ਹੈ ਵੀ ਅਸੀਂ ਵੀ ਬਣਾਉਣਾ ਹੀ ਬਣਾਉਣਾ ਹੈ। ਤੇ ਇਹਦੇ ਵਿੱਚ ਪ੍ਰਬੰਧਕਾਂ ਦੀ ਵੀ ਨਹੀਂ ਹੁੰਦੀ ਗੱਲ ਜੀ। ਤੇ ਇਹ ਕਾਫੀ ਜਿਹੜੇ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸਿਹਤ ਲਈ ਹਾਨੀਕਾਰਕ ਹੈ। ਹਾਂਜੀ। ਤੇ ਦੂਜਾ ਇਹ ਸਾਡੀ ਜਿਹੜੀ ਹੈ ਨਾ ਇੱਕ ਸਮਾਜਿਕ ਪ੍ਰੋਬਲਮ ਹੈਗੀ, ਔਰ ਨਾਲ ਜਿਹੜਾ ਨਾ ਇਹਦਾ ਰਿਲੇਸ਼ਨ ਉਹਦੇ ਨਾਲ ਨਹੀਂ ਹੈਗਾ, ਕਿਉਂਕਿ ਉਹ ਤਿਆਗ ਕਰਕੇ ਤੇ ਬਾਹਰ ਜਾ ਰਹੇ ਨੇ ਤੇ ਅਸੀਂ ਗ੍ਰਸਤੀ ਹੈਗੇ ਆ। ਹਾਂ, ਇਹ ਸਿਹਤ ਦਾ ਤਾਂ ਆਉਂਦਾ ਜੀ, ਸਿਹਤ ਦਾ ਆਉਂਦਾ ਜੀ, ਸਿਹਤ ਦਾ ਖਿਆਲ ਤਾਂ ਰੱਖਣਾ। ਜਿਵੇਂ ਪਰਿਵਾਰ ਹੈ ਜਾਂ ਕੋਈ ਵੀ ਅਸੀਂ ਸਾਰੇ ਹੈਗੇ ਆ ਤੇ ਸਿਹਤ ਪੱਖੋਂ ਇਹ ਤਾਂ ਮਿਲ ਬੈਠ ਕੇ ਕੀਤਾ ਜਾ ਸਕਦਾ ਹੈ। ਇਹਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਤੇ ਪ੍ਰਬੰਧਕਾਂ ਦੀ ਵੀ ਮਜਬੂਰੀ ਹੁੰਦੀ ਹੈ, ਕਿਉਂਕਿ ਜੇ ਰੋਕ ਦਿਓ ਤਾਂ ਫਿਰ ਵੀ ਠੀਕ ਨਹੀਂ ਹੈ। ਹਾਂ, ਉੱਥੇ ਕੀਤੀ ਜਾ ਸਕਦਾ ਸਲਾਹ ਮਸ਼ਵਰਾ ਹੈ ਤਾਂ ਕੋਈ। ਜਿਸ ਤਰ੍ਹਾਂ ਆਪਣੇ ਅੱਗੇ ਦੱਸਿਆ, ਰਿੱਧੀਆਂ ਸਿੱਧੀਆਂ ਜਿਹੜੀਆਂ ਹੈਗੀਆਂ ਉਹ ਜਿਹੜਾ ਕਮਾਉਂਦਾ ਉਹ ਆਪਣੇ ਸਵਾਰਥ ਲਈ ਕਮਾਉਂਦਾ। ਜਿਹੜੀ ਗੁਰਮਤ ਦੀ ਗੱਲ ਹੈ ਉਹ ਦੂਸਰੇ ਨੂੰ ਸਵਾਰਨ ਤੇ ਜੀਵਨ ਦੂਸਰੇ ਦਾ ਸਵਾਰਥੀ ਹੈ ਜੀ। ਹਾਂਜੀ, ਇਹ ਬਹੁਤ ਵਧੀਆ ਗੱਲ ਆਪਨੇ ਦੱਸੀ ਹੈ। ਇੱਕ ਹੋਰ ਯਾਨੀ ਜਿੱਦਾਂ ਹਾਂਜੀ, ਅਸਲ 'ਚ ਵੀਰ ਜੀ ਗੱਲ ਹੈ ਵੀ ਰਿੱਧੀਆਂ ਸਿੱਧੀਆਂ ਹੈ ਵੀ ਨਹੀਂ ਹੈ। ਇਹ ਸਿਰਫ ਜੋਗੀ ਮੰਨ ਰਹੇ ਸਨ, ਇਹ ਉਹਨਾਂ ਦੀ ਮਨੌਤ ਸੀ, ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਲੈ ਲਿਆ ਵਿੱਚ, ਤੇ ਉਹਨਾਂ ਦਾ ਨਾਮ ਲੈਣਾ ਹੀ ਪੈਣਾ ਸੀ। ਜਿਵੇਂ ਮੰਨ ਲਓ ਕਿ ਮੈਂ ਹੁਣ ਤੁਹਾਨੂੰ ਕੁਛ ਗੱਲ ਕਹਿਣੀ ਹੋਵੇ ਜੀ, ਤਾਂ ਮੈਨੂੰ ਕਹਿਣਾ ਹੀ ਪਵੇਗਾ ਵੀ ਸਰਦਾਰ ਸਤਨਾਮ ਸਿੰਘ ਜੀ ਨਾਗਰਾ, ਮੈਨੂੰ ਤੁਹਾਡਾ ਨਾਮ ਨਾ ਲੈਣਾ ਹੀ ਪੈਣਾ ਜੀ। ਇਸੇ ਤਰ੍ਹਾਂ ਵੀ ਜੇਕਰ ਅਸੀਂ ਕੋਈ ਗੱਲ ਕਰਨੀ ਹੈ ਤਾਂ ਗੁਰੂ ਨਾਨਕ ਦੇਵ ਦੇ ਟਾਈਮ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਉਹਨਾਂ ਦਾ ਨਾਮ ਲੈਣਾ ਹੀ ਪੈਣਾ ਸੀ। ਰਿੱਧ ਸਿੱਧ ਕਹਿਣਾ ਹੀ ਪੈਣਾ ਸੀ। ਜੇ ਰਿੱਧੀਆਂ ਸਿੱਧੀਆਂ ਨਹੀਂ ਕਹਿੰਦੇ ਤਾਂ ਫਿਰ
ਉਹਨਾਂ ਬਾਰੇ ਕਹਿ ਨਹੀਂ ਸੀ ਸਕਦੇ। ਤਾਂ ਜੇ ਰਿੱਧ ਸਿੱਧ ਆਖਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਮੰਨ ਲਈਆਂ ਨੇ। ਤਾਂ ਸਾਡੀ ਆਮ ਸੰਗਤ ਦੇ ਅੰਦਰ ਇੱਕ ਨਾ ਭੁਲੇਖਾ ਹੈ ਵੀ ਗੁਰਬਾਣੀ ਵਿੱਚ ਰਿੱਧੀਆਂ ਸਿੱਧੀਆਂ ਲਿਖੀਆਂ ਨੇ, ਇਹਦਾ ਮਤਲਬ ਹੈ ਨੇ। ਇਹ ਭੁਲੇਖਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਸ ਟਾਈਮ ਦੀ ਉਸ ਵਰਡਿੰਗ ਨੂੰ ਲੈ ਕੇ ਆਪਣੀ ਸਿੱਖਿਆ ਦਿੱਤੀ ਹੈ। ਇਹ ਚੀਜ਼ ਸਮਝਣ ਵਾਲੀ, ਤੁਸੀਂ ਠੀਕ ਕਹਿ ਰਹੇ ਹੋ। ਇੱਕ ਹੋਰ ਜੀ, ਜਿੱਦਾਂ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਹੜਾ ਇਹਦੇ ਵਿੱਚ ਕਈ ਅਰਥ ਕਰਦੇ ਆ ਵੀ ਇੱਕ ਸੰਸਾਰੀ ਬ੍ਰਹਮਾ, ਭੰਡਾਰੀ ਵਿਸ਼ਨੂੰ ਆ, ਤੇ ਜਿਹੜਾ ਦੀਵਾਨ ਲਾਉਂਦਾ ਉਹ ਸ਼ਿਵ ਆ। ਤੇ ਪਰ ਆਪ ਨੇ ਅੱਗੇ ਜਵਾਬ ਦੇ ਦਿੱਤਾ, ਜਿਸ ਤਿਸ ਭਾਵੇ ਤੇ ਵਿੱਚ ਲਾਵੇ ਜੀ ਹੋਵੇ ਫਰਮਾਨ। ਹਾਂਜੀ, ਤੇ ਉਹਦੇ ਵਿੱਚ ਆਨਸਰ ਵੀ ਮਿਲ ਗਿਆ, ਵੈਸੇ ਮਿਲ ਜਾਂਦਾ ਵੀ ਇਹ ਜਿਹੜੇ ਵਿਸ਼ਨੂੰ, ਸ਼ਿਵ ਜਾਂ ਬ੍ਰਹਮਾ, ਇਹ ਕੁਛ ਵੀ ਨਹੀਂ ਗਏ, ਜੋ ਉਹਦੇ ਰੱਬ ਦੀ ਹੁਕਮ ਹੀ ਹੈ। ਹਾਂਜੀ, ਮਿਥਿਹਾਸਕ ਦੇਵਤੇ ਨੇ। ਹੁਣ ਦੇਖੋ, ਜੇ ਅਸੀਂ ਇਹਦਾ ਅਰਥ ਇਸ ਤਰ੍ਹਾਂ ਕਰਾਂਗੇ ਨਾ, ਏਕਾ ਮਾਈ ਜੁਗਤ ਵਿਆਈ, ਜੇ ਗੁਰੂ ਦੇ ਗਿਆਨ ਰਾਹੀਂ ਤੁਸੀਂ ਰਿਐਲਿਟੀ, ਸੋਚ ਹੈ, ਉਹਨੂੰ ਤੁਸੀਂ ਕੰਟਰੋਲ ਵਿੱਚ ਕਰ ਲੈਂਦੇ ਹੋ, ਤੇ ਜਿਹੜੇ 3 ਚੇਲੇ ਰਜਗੁਣ, ਤਮਗੁਣ, ਸਤਗੁਣ ਕਹੇ ਨੇ, ਉਹ ਤੁਹਾਡੇ ਅੰਡਰ ਹੋ ਜਾਣਗੇ। ਤੇ ਫਿਰ ਤੁਹਾਨੂੰ ਸਮਝ ਆ ਜਾਏਗੀ ਗੁਰੂ ਗਿਆਨ ਰਾਹੀਂ ਵੀ ਸੰਸਾਰੀ, ਭੰਡਾਰੀ ਔਰ ਦੀਵਾਨ ਲਾਉਣ ਵਾਲਾ ਇੱਕੋ ਹੀ ਹੈ, ਉਹ ਵੱਖਰੇ ਵੱਖਰੇ ਨਹੀਂ ਹੈ, ਇੱਕ ਹੀ। ਕਿਉਂਕਿ ਗੁਰਬਾਣੀ ਨੂੰ ਸਮਝਣ ਲਈ ਵੀਰ ਜੀ ਇੱਕ ਓੰਕਾਰ ਨੂੰ ਲੈ ਕੇ ਜ਼ਰੂਰ ਚੱਲਣਾ ਪਵੇਗਾ, ਕਿਉਂਕਿ ਆਦ ਵਿੱਚ ਇੱਕ ਓੰਕਾਰ ਦਾ ਮਤਲਬ ਕਿ ਇੱਕ ਕੰਟੀਨਿਊ ਹੈਗਾ। ਜੇ ਅਸੀਂ ਇੱਥੇ ਉਹ ਅਰਥ ਕਰਦੇ ਹਾਂ ਤਾਂ ਫਿਰ ਇੱਕ ਓੰਕਾਰ ਨਾਲ ਤਾਲਮੇਲ ਨਹੀਂ ਪੈਂਦਾ। ਇਸ ਲਈ ਗੁਰਬਾਣੀ ਦੇ ਅਰਥ ਕਰਨ ਵਾਸਤੇ ਜੋ ਸਾਡੀ ਕਸਵੱਟੀ ਹੈ ਨਾ, ਉਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਮੂਲ ਮੰਤਰ ਹੈ ਉਹ ਹੋਣਾ ਚਾਹੀਦਾ ਹੈ। ਜੇ ਕੋਈ ਚੀਜ਼ ਸਾਡੀ ਮੂਲ ਮੰਤਰ ਤੇ ਪੂਰੀ ਨਹੀਂ ਉਤਰਦੀ ਤਾਂ ਇਹਦਾ ਮਤਲਬ ਸਾਡਾ ਉਹ ਕੀਤਾ ਹੋਇਆ ਅਰਥ ਗਲਤ ਹੈਗਾ। ਗੁਰਬਾਣੀ ਸਾਰੀ ਦੇ ਵਿੱਚ ਇਕਸਾਰਤਾ ਹੈ, ਸਾਡਾ ਕੀਤਾ ਹੋਇਆ ਅਰਥ ਗਲਤ। ਹਾਂਜੀ, ਧੰਨਵਾਦ ਗਿਆਨ ਜੀ। ਧੰਨਵਾਦ ਜੀ ਸਤਨਾਮ ਸਿੰਘ ਜੀ। ਹੁਣ ਸਾਡੇ ਨਾਲ 2 ਜਣੇ ਹੋਰ ਹੈ ਜੀ, ਇੱਕ ਗੁਰਸ਼ਰਨ ਸਿੰਘ ਤੇ ਆਪਣੇ ਗੁਰਮੁਖ ਸਿੰਘ। ਪਹਿਲਾਂ ਮੈਂ ਗੁਰਸ਼ਰਨ ਸਿੰਘ ਕੋਲ ਆਣਾ ਜੀ। ਗੁਰਸ਼ਰਨ ਸਿੰਘ ਜੀ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਫਤਿਹ। ਮੇਰੇ 2 ਸਿੰਪਲ ਸਵਾਲ ਸੀ। ਗਿਆਨੀ ਜੀ ਦਾ ਐਕਸਪਲੇਨੇਸ਼ਨ ਮੈਨੂੰ ਬੜਾ ਪਸੰਦ ਹੈ, ਤੇ ਮੈਂ ਸੋਚਦਾ ਸੀ ਕਿ ਇੱਕ ਤੇ ਹੈ ਕਿ ਸਾਰੇ ਜਿਹੜੇ ਪੁਰਾਣੀਆਂ ਰਿਕਾਰਡਿੰਗ ਨੇ ਉਹ ਮੈਂ ਕਿੱਥੇ ਦੇਖ ਸਕਦਾ? ਮੈਂ ਤੇ ਵੀਕਐਂਡ ਤੇ ਜੁਆਇਨ ਕਰ ਸਕਦਾ, ਵੀਕਡੇ ਕੰਮ ਕਰਦਾ ਹੁੰਦਾ। ਹਾਂਜੀ, ਜੋ ਰਿਕਾਰਡਿੰਗ ਜੀ ਸਾਹਿਬ ਦੀਆਂ ਗੁਰਦੁਆਰਾ ਸਾਹਿਬ ਵੁੱਲ ਵਿੱਚ ਪਾਓਗੇ ਨਾ ਤੁਸੀਂ YouTube ਤੇ। ਕਿਹੜੇ ਗੁਰਦੁਆਰਾ ਜੀ? ਗੁਰਦੁਆਰਾ ਸਾਹਿਬ ਵੁੱਲ ਵਿੱਚ। ਭਾਈ ਸਾਹਿਬ ਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਗੁਰਸ਼ਰਨ ਸਿੰਘ ਜੀ। ਮੈਂ ਨਾ ਪਾਰਕਿੰਗ ਲਾਟ 'ਚ ਬੈਠਾ, ਇਸ ਕਰਕੇ ਥੋੜੀ ਡਿਸਟਰਬੈਂਸ ਹੋਈ। ਨਹੀਂ, ਮੇਰਾ ਮਤਲਬ ਯੂਕੇ ਤੋਂ ਤੁਸੀਂ? ਨਹੀਂ, ਯੂਐਸਏ ਤੋਂ। ਯੂਐਸਏ ਤੋਂ, ਹਾਂਜੀ। ਜਿੱਦਾਂ ਗਿਆਨੀ ਜੀ ਨੇ ਕਿਹਾ ਨਾ ਜੀ, ਗੁਰਦੁਆਰਾ ਸਾਹਿਬ ਕਿਹੜਾ ਐਂਡ ਕੀ ਕਹਿ ਰਹੇ ਗੁਰਦੁਆਰਾ? ਮੈਂ ਤੁਹਾਨੂੰ ਦੱਸਦਾ ਜੀ। ਗੁਰਦੁਆਰਾ ਸਾਹਿਬ ਵੁਲਿਚ ਤਾਂ ਹੈਗਾ, ਵੂਲ ਵਿੱਚ WOOLWICH, ਵੂਲ ਵਿੱਚ ਇੱਕੋ ਹੀ ਵਰਡ ਹੈ ਜੀ। ਇਹ ਤੁਸੀਂ ਜਦੋਂ YouTube ਤੇ, ਹਾਂ, ਜਦੋਂ ਤੁਸੀਂ YouTube ਤੇ ਜਾਓਗੇ ਆ ਗਿਆ ਜੀ। ਹਾਂਜੀ ਹਾਂਜੀ, ਉਹ ਜਦੋਂ ਤੁਸੀਂ ਇਹਦੀ ਵੈਬਸਾਈਟ ਤੇ ਜਾਓਗੇ ਨਾ ਜੀ, ਉੱਪਰ ਪਲੇਲਿਸਟ ਆ, 3-4 ਚੀਜ਼ਾਂ ਉਹਨਾਂ 'ਚ ਇੱਕ ਪਲੇਲਿਸਟ ਆ। ਜਦੋਂ ਪਲੇਲਿਸਟ ਤੇ ਤੁਸੀਂ ਉਂਗਲੀ ਲਾਓਗੇ ਤਾਂ ਉਹ ਪਲੇਲਿਸਟ ਖੁੱਲ ਜਾਣੀ ਹੈ, ਜਿਹਦੇ ਵਿੱਚ ਵੀਡੀਓ, ਆਡੀਓ ਸਾਰਾ ਕੁਝ ਹੈਗਾ। ਉਹਦੇ ਵਿੱਚ ਕਥਾ ਦੇ ਅੰਡਰ ਮੇਰਾ 60-70 ਵੀਡੀਓ ਜਾਂ ਜੋ ਕੁਝ ਵੀ ਹੈਗਾ ਉਹ ਤੁਸੀਂ ਦੇਖ ਲਓਗੇ। ਤੇ ਉਹਦੇ ਵਿੱਚ ਕਥਾ ਦੇ ਅੰਡਰ ਆ ਜਿਹੜੀ ਕਰੰਟ ਕਥਾ ਚੱਲ ਰਹੀ ਆ ਇਹ, ਤੇ ਜਿਹੜੀਆਂ ਇਹ ਤੋਂ ਪਹਿਲਾਂ ਦੀਆਂ ਆਜ਼ਾਦੀ ਵੀ ਸ਼ੁਰੂ ਹੋਈ ਹੈ, ਉਹ ਜਿਹੜੀਆਂ ਪੁਰਾਣੀਆਂ ਕਥਾਵਾਂ ਹੈਗੀਆਂ, ਪਿਛਲੀ ਸਾਡੀ ਆਸਾਕੀਵਾਦ ਦੀਆਂ ਸੀਗੀਆਂ, ਤੇ ਆ ਹੁਣ ਸ਼ੁਰੂ ਹੋਈਆਂ ਕੁਝ ਹੋਰ ਵੀ ਹੈਗੀਆਂ, ਉਹਨਾਂ ਸਾਰੀਆਂ ਨੂੰ ਤੁਸੀਂ ਸੁਣ ਸਕਦੇ ਆ, ਦੇਖ ਸਕਦੇ ਆ। ਠੀਕ ਹੈ ਜੀ। ਆਸਾਕੀਵਾਦ ਮੈਂ ਥੋੜੀ ਸੁਣੀ ਸੀ ਜੀ। ਔਰ ਦੂਸਰਾ ਸਵਾਲ ਇਹ ਹੈ ਕਿ ਜਿਹੜਾ ਇਹਦੀ ਅਰਬਦ ਨਰਬਦ ਧੰਦੂਕਾਰਾ ਦੀ ਕਥਾ ਕਿਧਰੇ ਹੈਗੀ ਹੈ? ਤੁਹਾਨੂੰ ਕੋਈ ਆਈਡੀਆ ਹੈ ਕਿੱਥੇ ਜਾ ਕੇ ਸਰਚ ਕਰੀਏ? ਇੰਨੀ ਵੀਰ ਜੀ ਇਹਦੀ ਕਥਾ ਮੈਂ ਤਾਂ ਨਹੀਂ ਕੀਤੀ ਹੈ, ਤੇ ਲੇਕਿਨ ਜੇ ਤੁਸੀਂ YouTube ਤੇ ਸਰਚ ਕਰੋਗੇ ਤਾਂ ਮਿਲ ਜਾਏਗਾ, ਨਹੀਂ ਤਾਂ ਤੁਸੀਂ ਭਾਈ ਸਾਹਿਬ ਸਿੰਘ ਦਾ ਟੀਕਾ ਵੀ ਦੇਖ ਸਕਦੇ ਹੋ। ਕਿਉਂਕਿ YouTube ਤੇ ਸਰਚ ਕੀਤਾ, ਉੱਥੇ ਇੱਕ ਮਸਕੀਨ ਜੀ ਦੀ ਕਥਾ ਹੈ, ਪਰ ਉਹ ਵੀ ਥੋੜਾ ਜਿਹਾ ਐਕਸਪਲੇਨ ਕਰਦੇ ਨੇ ਉਹ ਸ਼ਬਦ ਬਾਰੇ, ਫਿਰ ਬਾਕੀ ਦੇ ਨਾਲ ਜੋੜ ਦਿੰਦੇ ਨੇ। ਤੇ ਇੱਕ ਹੈਗੀ ਹੈ ਗੁਰੂ ਗਿਆਨੀ, ਗੁਰੂ ਗਿਆਨ ਦੇ ਘਰ ਵਿੱਚ ਹੈਗੀ ਇੱਕ ਜਗ੍ਹਾ, ਤੇ ਉੱਥੇ ਵੀ ਕੋਈ ਖਾਸ 5 ਮਿੰਟ ਦੀ ਉਹਨਾਂ ਨੇ ਦੱਸਿਆ ਹੀ ਹੈ, ਇੰਗਲਿਸ਼ ਬੋਲੇ ਨੇ, ਉਹ ਹੋਰ ਮੈਨੂੰ ਲੱਭਿਆ ਨਹੀਂ ਕੁਛ। ਨਹੀਂ, ਕੋਈ ਨਾ, ਅਸੀਂ ਕਿਸੇ ਦਿਨ ਨਾ ਇਹ ਸ਼ਬਦ ਨੂੰ ਉਚੇਚੇ ਤੌਰ ਤੇ ਆਪਾਂ ਇੱਥੇ ਕਲਾਸ ਵਿੱਚ ਵਿਚਾਰ ਲਾਂਗੇ। ਵੰਡਰਫੁਲ ਵੰਡਰਫੁਲ। ਮੈਂ ਇਹੀ ਕਹਿਣ ਲੱਗਾ ਸੀ, ਜਿਹੜੀ ਇਹ ਕਥਾ ਜਿਹੜੀ ਕਰੰਟ ਚੱਲ ਰਹੀ ਹੈ ਜਪਜੀ ਸਾਹਿਬ ਦੀ, ਤੁਸੀਂ ਮੇਰੇ ਫੇਸਬੁੱਕ ਤੇ ਵੀ ਸੁਣ ਸਕਦੇ ਹੋ, ਮੋਹਰ ਸਿੰਘ ਨਾਮ ਦੇ। ਠੀਕ ਹੈ ਜੀ, ਥੈਂਕ ਯੂ ਜੀ। ਧੰਨਵਾਦ ਜੀ ਗੁਰਸ਼ਰਨ ਸਿੰਘ ਜੀ, ਬਹੁਤ ਮਿਹਰਬਾਨੀ। ਤੇ ਹੁਣ ਆਪਣੇ ਨਾਲ ਗੁਰਮੁਖ ਸਿੰਘ ਹੈ ਜੀ। ਗੁਰਮੁਖ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ ਵੀਰ ਜੀ।
ਸਤਿ ਜੀ। ਅੱਛਾ ਜੀ, ਆਪਣੇ ਮੈਂ ਇੱਕ ਕੁਐਸਚਨ ਹੈ ਜੀ, ਪਰ ਪਹਿਲਾਂ ਮੈਂ ਥੋੜਾ ਜਿਹਾ ਜਿਹੜੀ ਆਪਣੇ ਹਰਦੀਪ ਸਿੰਘ ਭੋਗਲ ਹੋਣੀ ਸਰੰਸ ਨੇ ਗੱਲ ਕੀਤੀ ਇਹਦੇ ਬਾਰੇ। ਹਾਂਜੀ, ਇੱਕ ਆਪਣੇ ਹਰਦੀਪ ਸਿੰਘ ਨੇ ਗੱਲ ਕੀਤੀ ਧਿਆਨ ਦੀ, ਹਾਂਜੀ, ਗੋਲ ਦੀ। ਹਾਂਜੀ, ਜਦੋਂ ਗੁਰਦੁਆਰਾ ਜਾਣਾ ਜੀ, ਮੇਰਾ ਤਾਂ ਕਈ ਵਾਰੀ ਧਿਆਨ ਹੁੰਦਾ ਆ ਜਲੇਬੀਆਂ ਦੇ ਵਿੱਚ। ਓ ਵੈਰੀ ਗੁੱਡ। ਸਤਨਾਮ ਸਿੰਘ ਬਰਸਲ ਨੇ ਸਾਨੂੰ ਸਤਨਾਮ ਸਿੰਘ ਨੇ ਕੰਮ ਵਿਗਾੜਤਾ ਵੀ ਉਹਨੇ ਜਲੇਬੀਆਂ ਵੀ ਬੰਦ ਕਰਾ ਦੇਣੀਆਂ। ਮੇਰਾ ਧਿਆਨ ਕਿੱਧਰ ਜਾਊਗਾ ਜੀ? ਨਹੀਂ ਜੀ, ਨਹੀਂ, ਜਲੇਬੀਆਂ ਅਸੀਂ ਬੰਦ ਨਹੀਂ ਹੋਣ ਦੇਣੀਆਂ, ਤੇ ਬੇਸ਼ੱਕ ਆਪਾਂ ਥੋੜੀਆਂ ਬਹੁਤੀਆਂ ਲੈ ਆਵਾਂ ਕਰਾਂਗੇ ਦੁਕਾਨ ਤੋਂ, ਚਿੰਤਾ ਨਾ ਕਰ। ਥੈਂਕ ਯੂ ਜੀ, ਥੈਂਕ ਯੂ। ਅੱਛਾ, ਮੈਂ ਕੁਐਸਚਨ ਤੇ ਜਾਵਾਂ ਜੀ। ਕੁਐਸਚਨ ਮੇਰੇ ਇਹ ਹੈ ਜੀ, ਵੀ ਇਹ ਆਪਣੇ ਜਿਹੜੀ ਆਪਣੇ ਅਸੀਂ ਆਪਣੇ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਹਾਂਜੀ, ਤੁਸੀਂ ਥੋੜਾ ਜਿਹਾ ਕੀਤਾ ਸੀ, ਮੈਂ ਉਹਦੇ ਬਾਰੇ ਫੇਰ ਥੋੜਾ ਜਿਹਾ ਪੁੱਛ ਲੈਣਾ ਜੀ। ਜਿੱਥੇ ਲਿਖਿਆ ਵੀ ਉਹ, ਹਾਂਜੀ, ਉਹ ਵੇਖੇ, ਉਹ ਕੌਣ ਆ ਜੀ? ਉਹ ਜਿਹੜਾ ਸਾਡੇ ਅੰਦਰ ਹੀ ਬੈਠਾ ਹੋਇਆ, ਕਿਉਂਕਿ ਇਹ ਨਾ ਵਰਡਿੰਗ ਸਾਨੂੰ ਵਰਤਣੀ ਪੈਣੀ ਹੈ ਕੁਛ ਨਾ ਕੁਛ। ਜਾਂ ਤਾਂ ਇਹ ਵੇਖੇ ਕਹਿਣਗੇ, ਜਾਂ ਤੂੰ ਵੇਖੇ, ਕੋਈ ਨਾ ਕੋਈ ਸ਼ਬਦ ਤਾਂ ਵਰਤਣਾ ਹੀ ਪੈਣਾ ਨਾ ਉਹਨੂੰ ਬੋਲਣ ਵਾਸਤੇ। ਉਹਦਾ ਮਤਲਬ ਜਿਹੜਾ ਸਾਡੇ ਅੰਦਰ ਬੈਠਾ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਵਿਆਪਕ, ਉਹ ਸ਼ਕਤੀ। ਠੀਕ ਹੈ ਜੀ, ਪਰ ਉਹਦੇ ਨਾਲ ਫਿਰ ਜੀ ਜਿਹੜਾ ਲਿਖਿਆ ਉਹ ਵੇਖੇ, ਜਿਹੜਾ ਫਿਰ ਗਾਹਾਂ ਆਉਂਦਾ ਹੈ ਵੀ ਉਹਨਾਂ ਨਜ਼ਰ ਨਾ ਆਵੇ। ਉਹਨਾਂ ਦਾ ਮਤਲਬ ਜਿਹੜੇ ਉਹਨੇ ਕੀਤੇ ਨੇ ਪੈਦਾ, ਜਿਵੇਂ ਅਸੀਂ ਪੈਦਾ ਕੀਤੇ ਹੋਏ ਆ ਉਹਦੇ ਤੋਂ, ਸਾਨੂੰ ਨਜ਼ਰ ਨਹੀਂ ਪੈ ਰਿਹਾ। ਅੱਛਾ ਜੀ, ਉਹ ਸਾਨੂੰ ਹੀ। ਅੱਛਾ ਜੀ, ਹਾਂਜੀ, ਜਿਨ੍ਹਾਂ ਨੇ ਮਤਲਬ ਆਪਣੀ ਗੁਰੂ ਦੀ ਗਿਆਨ ਦੀ ਜੁਗਤੀ ਦੇ ਨਾਲ ਉਸ ਮਾਇਆ ਨੂੰ, ਯਾਨੀ ਮੈਂਟੈਲਿਟੀ ਨੂੰ ਚੇਂਜ ਨਹੀਂ ਕੀਤਾ, ਹਾਂਜੀ, ਉਹਨਾਂ ਨੂੰ ਨਜ਼ਰ ਹੀ ਨਹੀਂ ਪੈ ਰਿਹਾ। ਜਿਵੇਂ ਨਾ ਏਕਮਾਈ ਜੁਗਤ ਵੀ ਆਈ, ਵੀ ਗੁਰੂ ਦੇ ਗਿਆਨ ਰਾਹੀਂ ਜਿਨ੍ਹਾਂ ਨੇ ਉਸ ਮੈਂਟੈਲਿਟੀ ਨੂੰ ਚੇਂਜ ਕਰ ਰਿਹਾ, ਉਹਨਾਂ ਨੂੰ ਤਾਂ ਦਿਸ ਰਿਹਾ ਹੈ, ਤੇ ਜਿਨ੍ਹਾਂ ਨੇ ਉਸ ਮੈਂਟੈਲਿਟੀ ਨੂੰ ਚੇਂਜ ਨਹੀਂ ਕੀਤਾ, ਉਹਨਾਂ ਨੂੰ ਨਜ਼ਰ ਹੀ ਨਹੀਂ ਪੈ ਰਿਹਾ, ਪਰ ਉਹ ਵੇਖ ਰਿਹਾ ਅੰਦਰ। ਅੱਛਾ ਜੀ, ਥੈਂਕ ਯੂ। ਹਾਂਜੀ, ਮੇਰਾ ਇੱਕ ਹੋਰ ਕੁਐਸਚਨ ਹੈ ਜੀ, ਤੁਲਨ ਸਿੰਘ ਜੀ, ਇੱਕ ਹੋਰ ਕਰ ਲਵਾਂ ਜੀ? ਹਾਂਜੀ, ਬਿਲਕੁਲ। ਅੱਛਾ ਜੀ, ਮੇਰਾ ਦੂਜਾ ਕੁਐਸਚਨ ਇਹ ਹੈ ਜੀ, ਵੀ ਆਪਾਂ ਜਿਹੜੇ ਤੁਸੀਂ ਕੱਲ ਵੀ ਕਥਾ ਕੀਤੀ ਸੀ, ਬਾਕੀ ਅੱਜ ਵੀ ਆਉਂਦਾ, ਵੀ ਇਹਦੇ ਵਿੱਚ ਕਈ ਜਿਹੜੇ ਐਗਜ਼ਾਮਪਲ ਆਉਂਦੇ ਆ ਜਿਹੜੇ ਹੈਗੇ ਆਪਣੇ ਹਿੰਦੂ ਸਮਾਜ ਦੇ। ਹਾਂਜੀ, ਆਪਣੇ ਕੱਲ ਹੋਇਆ ਸੀ ਆਪਣੇ ਚਿੱਤਰਗੁਪਤ ਦਾ, ਅੱਜ ਵੀ ਤੁਸੀਂ ਜੋਗੀਆਂ ਦੀ ਗੱਲ ਕੀਤੀ ਆ। ਹਾਂਜੀ, ਹੁਣ ਜੀ ਆਪਣੇ ਜਿਹੜੇ ਤਾਂ ਉਸ ਸਮੇਂ ਤੇ, ਜਾਂ ਜਿਹੜੇ ਆਪਣੇ ਪੰਜਾਬ ਤੋਂ ਆਏ ਹੋਏ ਆ, ਜਿਨ੍ਹਾਂ ਦੀ ਐਕਸਪੀਰੀਅੰਸ ਜਾਂ ਨੌਲੇਜ ਹੈਗੀ ਆ, ਹਾਂਜੀ, ਹਾਂਜੀ, ਉਹ ਤਾਂ ਇਹਨਾਂ ਨੂੰ ਗੱਲਾਂ ਨੂੰ ਸਮਝ ਲਊਗੇ। ਹਾਂਜੀ, ਪਰ ਜੇ ਆਪਾਂ ਬਾਕੀ ਦੇ ਮੁਲਕਾਂ ਦੇ ਵਿੱਚ ਦੇਖੀਏ, ਜਿਹਦੇ ਵਿੱਚ ਇਹਨਾਂ ਗੱਲਾਂ ਦੀ ਕੋਈ ਮੀਨਿੰਗ ਨਹੀਂ ਆਉਂਦੀ, ਹਾਂਜੀ, ਤਾਂ ਉਹਦੇ ਨਾਲ ਫਿਰ ਦੇਖੀ ਕਰਕੇ ਆਪਾਂ ਕਹਿ ਦਿੰਦੇ ਵੀ ਆਪਣੇ ਸਾਡੀ ਜਿਹੜੀ ਗੁਰਬਾਣੀ ਆ ਸਾਰੇ ਸੰਸਾਰ ਦੇ ਵਿੱਚ ਸਾਰਿਆਂ ਨੂੰ, ਸਾਰਿਆਂ ਲਈ ਆ। ਪਰ ਜਿਹੜੇ ਐਗਜ਼ਾਮਪਲ ਆ ਜਿੱਥੇ ਆਪਣੇ ਖਾਸ ਕਰਕੇ ਹਿੰਦੂਆਂ ਦੇ ਆਪਣੇ ਚਿੱਤਰਗੁਪਤ ਜਾਂ ਹੋਰ ਦਿੱਤੇ ਹੋਏ ਆ, ਤਾਂ ਮੈਨੂੰ ਇਹ ਸਮਝ ਵੀ ਇਹਦੇ ਨਾਲ ਫਿਰ ਇਹਨਾਂ ਕਰਕੇ ਇਹਨਾਂ ਦਾ ਗਾਹਾਂ ਹੋਰਨਾਂ ਸੁਸਾਇਟੀਆਂ ਦੇ ਵਿੱਚ, ਹੋਰਨਾਂ ਮੁਲਕ ਦੇ ਵਿੱਚ ਕੋਈ ਲਿੰਕ ਹੈ ਨਹੀਂ। ਇਹ ਫਿਰ ਸਾਨੂੰ ਇਗਨੋਰ ਕਰਨੀ ਚਾਹੀਦੀ, ਜਾਂ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਗਾਹਾਂ ਚਲਾ ਸਕਦੇ ਜੀ? ਇਸ ਜਿਹੜੀ ਸਮਝ ਹੈ, ਉਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਵੇਂ ਗੁਰੂ ਨਾਨਕ ਦੇਵ ਜੀ, ਕਿਉਂਕਿ ਹਿੰਦੂਇਜ਼ਮ ਤੋਂ ਜਾਂ ਇਸਲਾਮ ਤੋਂ ਜਾਂ ਈਸਾਈਅਤ ਤੋਂ, ਬੁੱਧ ਤੋਂ, ਇਹਨਾਂ ਤੋਂ ਬਾਅਦ ਵਿੱਚ ਆ ਰਹੇ ਨੇ, ਤੇ ਉਸ ਟਾਈਮ ਇਹ ਮਨੌਤ ਚੱਲ ਰਹੀ ਸੀ। ਲੇਕਿਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਹੈਗੀ ਹੈ, ਜਿਹੜੀ ਵਿਚਾਰਧਾਰਾ ਅਸਲੀ ਹੈ ਉਹ ਸਾਡੀ ਇਹ ਹੈਗੀ। ਜਿਵੇਂ ਨਾ ਅਸੀਂ ਆਸਾ ਦੀ ਵਾਰ ਵਿੱਚ ਲੈਂਦੇ ਹਾਂ, ਆਪਣਾ ਹੈਗਾ ਜੋਗੀ ਦਾ ਗਿਆਨ ਜਿਹੜਾ ਹੈ, ਉਹ ਗਿਆਨ ਉਹਦਾ ਧਰਮ ਹੈਗਾ, ਜਾਂ ਮੁਸਲਮਾਨਾਂ ਪੜ੍ਹੇ ਸ਼ਰੀਅਤ, ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਵੀ ਮੁਸਲਮਾਨ ਇਹ ਕਹਿ ਰਹੇ ਨੇ, ਹਿੰਦੂ ਸਾਲਾ ਹੀ ਸਾਲਾਹਨ, ਹਿੰਦੂ ਵੀਰ ਇਹ ਕਹਿ ਰਹੇ ਨੇ, ਜੋਗੀ ਇਹ ਕਹਿ ਰਹੇ ਨੇ। ਤੇ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਨਾਨਕ ਭਗਤਾਂ ਭੁੱਖ ਸਲਾਹਨ, ਸੱਚ ਨਾਮ ਆਧਾਰ, ਸਦਾ ਆਨੰਦ ਰਹਿਣ ਦਿਨ ਰਾਤੀ ਗੁਣਵੰਤਿਆਂ ਪਾਛਾਰ। ਵੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਹੈ, ਔਰ ਇਸ ਵਿਚਾਰਧਾਰਾ ਜਿਹੜੀ ਇਹ ਯੂਨੀਵਰਸਲ ਹੈ। ਹੁਣ ਉਹਨੂੰ ਅਸੀਂ ਐਵੇਂ ਐਕਸਪਲੇਨ ਕਰ ਸਕਦੇ ਹਾਂ ਕਿ ਇਹ ਯੂਨੀਵਰਸਲ ਵਿਚਾਰਧਾਰਾ ਇਹ ਹੈਗੀ ਵੀ ਜ਼ਿੰਦਗੀ ਇਹ ਹੈਗੀ ਅਸਲ ਦੇ ਵਿੱਚ, ਵੀ ਸੱਚ ਨੂੰ ਆਧਾਰ ਬਣਾ ਕੇ ਅਸੀਂ ਮਨੁੱਖੀ ਫਰਜ਼ਾਂ ਨੂੰ ਪੂਰਾ। ਹਾਂਜੀ, ਥੈਂਕ ਯੂ ਜੀ। ਧੰਨਵਾਦ। ਠੀਕ ਹੈ, ਥੈਂਕ ਯੂ ਜੀ। ਸਾਡੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਹੋਏ ਜੀ, ਸਰੀ ਤੋਂ, ਕੈਨੇਡਾ ਤੋਂ। ਤੁਸੀਂ ਕਰ ਲਓ ਸਵਾਲ ਜੀ। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਵੀਰ ਜੀ। ਹਾਂਜੀ, ਭਾਈ ਸਾਹਿਬ ਆਪ ਜੀ ਦੇ ਜਿਹੜੇ ਵਿਚਾਰ ਨਵੇਂ ਰੱਖੇ, ਏਕਾ ਮੈਂ ਜੋਤ ਵੇ ਤਿੰਨ ਚੱਲੇ ਪ੍ਰਵਾਨ, ਇਹ ਬਹੁਤ ਵਧੀਆ ਲੱਗੇ। ਜਿੱਦਾਂ ਬਹੁਤ ਢੁੱਕਦੇ ਹੈਗੇ ਸ਼ਬਦ ਦੇ ਨਾਲ। ਤੇ ਜਿਹੜੀ ਆਪਣੀ ਵਿਚਾਰ ਸੀ 27 ਨੰਬਰ ਪੌੜੀ ਜਿਹੜੀ ਆਪਨੇ ਵਿਚਾਰ ਰੱਖੀ, ਉਹਦੇ ਨਾਲ ਵੀ ਬਹੁਤ ਜਿਹੜਾ ਭਰਮ ਵਹਿਮ ਬਹੁਤ ਦੂਰ ਹੋਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਵੀਰ ਜੀ, ਧੰਨਵਾਦ। ਥੈਂਕ ਯੂ ਜੀ। ਕੁਲਦੀਪ ਕੌਰ ਜੀ। ਹਾਂਜੀ, ਗਿਆਨੀ ਜੀ। ਹਾਂਜੀ ਭੈਣ। ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਸਾਰਾ ਹਿੰਦੂ ਜਿੰਨਾ ਵੀ ਇਤਿਹਾਸ ਲਿਖਿਆ ਸਾਰਾ ਮਿਥਿਹਾਸ ਹੈਗਾ,
ਇਹ ਇਹਨਾਂ ਨੇ ਕਿਸ ਤਰ੍ਹਾਂ ਪਹਿਲਾਂ ਸੋਚ ਲਿਆ ਕਿ ਪਹਿਲਾਂ ਉੱਪਰੋਂ ਕੋਈ ਅਵਤਾਰ ਡਿੱਗੇਗਾ, ਫਿਰ ਉਹ ਥੱਲੇ ਆ ਕੇ ਹਿਊਮਨ ਦੇ ਵਿੱਚ ਜਿੱਦਾਂ ਪੈਦਾ ਹੋਏਗਾ ਜਾਂ ਬਣਾ ਲਓ ਜੋ ਵੀ ਹੈਗਾ, ਇਹ ਇਹਨਾਂ ਨੇ ਪਹਿਲਾਂ ਕਿੱਦਾਂ ਸੋਚ ਲਿਆ? ਅਸਲ ਦੇ ਵਿੱਚ ਨਾ ਇੱਕ ਪੈਨ ਪੁਸਤਕ ਹੈਗੀ ਧਰਮ ਦੀ ਉਤਪਤੀ ਅਤੇ ਵਿਕਾਸ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ, ਇਹਦੇ ਵਿੱਚੋਂ ਸਾਨੂੰ ਕਾਫੀ ਕੁਝ ਮਿਲ ਜਾਂਦਾ ਹੈ। ਅਸਲ ਦੇ ਵਿੱਚ ਜਿਹੜੇ ਨਾ ਟੈਬੂਜ਼ਇਜ਼ਮ ਔਰ ਟੋਟਮਇਜ਼ਮ, ਸਾਨੂੰ ਇਹ ਪੜ੍ਹਨ ਦੀ ਲੋੜ ਹੈ। ਇਹਦੇ ਵਾਸਤੇ ਨਾ ਸਾਨੂੰ ਬੈਕ ਵਿੱਚ ਜਾਣਾ ਪਵੇਗਾ। ਚਲੋ ਆਪਣੇ ਕੋਲ 5-7 ਮਿੰਟ ਦੇ ਹੈ ਨੇ। ਜਦੋਂ ਬੰਦਾ ਹਾਲੀ ਬੋਲਦਾ ਨਹੀਂ ਸੀ, ਇਹਨੂੰ ਬੋਲਣ ਦਾ ਵੀ ਨਹੀਂ ਸੀ ਪਤਾ, ਔਰ ਜਦੋਂ ਬੰਦਾ ਪਸ਼ੂਆਂ ਦੀ ਤਰ੍ਹਾਂ ਹੀ ਜ਼ਿੰਦਗੀ ਜੀਂਦਾ ਸੀ, 4 ਪੈਰਾਂ ਨਾਲ ਹੀ ਤੁਰਦਾ ਸੀ, ਬਾਅਦ ਦੇ ਵਿੱਚ ਇਹਨੇ ਖੜਾ ਹੋਣਾ ਸਿੱਖ ਲਿਆ, ਫਿਰ ਇਹਨਾਂ ਨੂੰ ਹੱਥਾਂ ਦਾ ਕੰਮ ਸ਼ੁਰੂ ਕਰ ਲਿਆ, ਤੁਹਾਨੂੰ ਪਤਾ ਹੀ ਨਾ। ਤੇ ਸ਼ੁਰੂ ਦੇ ਵਿੱਚ ਮਤਲਬ ਜਦੋਂ ਬਿਜਲੀ ਚਮਕੀ ਕਿਤੇ ਤੇ ਇਹਨੂੰ ਡਰ ਲੱਗਿਆ, ਇਹਨੂੰ ਨੌਲੇਜ ਨਹੀਂ ਸੀ, ਤਾਂ ਇਹਨੇ ਸਮਝ ਲਿਆ ਵੀ ਇਹ ਕੋਈ ਸ਼ਕਤੀ ਹੈ ਜਿਹੜੀ ਮੈਨੂੰ ਡਰਾ ਰਹੀ ਹੈ। ਇਹਨੇ ਉਹਨੂੰ ਇੰਦਰ ਦੇਵਤਾ ਕਹਿ ਲਿਆ, ਪਾਣੀ ਦੇਵਤਾ ਕਹਿ ਲਿਆ, ਜਾਂ ਹਵਾ ਦੇਵਤਾ ਕਹਿ ਲਿਆ। ਇਹਨਾਂ ਚੀਜ਼ਾਂ ਨੂੰ ਹਨੇਰੀ ਆਈ, ਸੁੱਤਾ ਸੀ, ਕੋਈ ਫਲ ਡਿੱਗ ਗਿਆ ਸਿਰ ਦੇ ਵਿੱਚ ਤੇ ਸਿਰ ਪਾਟ ਗਿਆ, ਤੇ ਇਹਨੇ ਕਿਹਾ ਵੀ ਕੋਈ ਸ਼ਕਤੀ ਹੈਗੀ, ਨਾਰਾਜ਼ ਹੋ ਗਈ ਤੇ ਇਹਨੂੰ ਰੁੱਖ ਨੂੰ ਦੇਵਤਾ ਮੰਨ ਲਿਆ। ਐਵੇਂ ਹੌਲੀ ਹੌਲੀ ਇਹ ਚੀਜ਼ਾਂ ਨਾ ਆਉਂਦੀਆਂ ਗਈਆਂ। ਬਹੁਤ ਦੇਵਵਾਦ ਜਿਹੜੇ 33 ਕਰੋੜ ਦੇਵਤੇ, ਉਹਨਾਂ ਨੂੰ ਟੈਬੂਜ਼ ਜਾਂ ਟੋਟਮ ਕਹਿੰਦੇ ਨੇ। ਮੇਰੇ ਕੋਲ ਟਾਈਮ ਥੋੜਾ ਆਪਣਾ ਜ਼ਿਆਦਾ ਹੋ ਜਾਣਾ ਹੈ, ਵਿਸਥਾਰ ਵਾਲੀ ਗੱਲ। ਤੇ ਇਸ ਤਰ੍ਹਾਂ ਆਉਂਦਿਆਂ ਫਿਰ ਅੱਗੇ ਨਾ ਹੌਲੀ ਹੌਲੀ ਵਿਕਾਸ ਹੋ ਗਿਆ, ਤੇ ਫਿਰ ਪਿੰਡ ਦੀਆਂ ਜਿਵੇਂ ਪੰਚਾਇਤਾਂ ਬਣੀਆਂ, ਕੋਈ 5 ਬੰਦੇ ਸੱਦ ਲਓ ਇਕੱਠੇ ਕਰਕੇ ਤੇ ਫੈਸਲਾ ਕਰ ਦੇਣਗੇ। ਐਵੇਂ ਫਿਰ ਉਹਨਾਂ ਲੋਕਾਂ ਨੇ ਨਾ ਇਹਨਾਂ ਜਿਹੜੇ 33 ਕਰੋੜ ਦੇਵਤੇ ਸਨ, ਉਹਨਾਂ ਦੇ ਵਿੱਚੋਂ ਕੁਛ ਨੂੰ ਵੱਡਾ ਮੰਨ ਲਿਆ ਵੀ ਇਹ ਜ਼ਿਆਦਾ ਤਾਕਤਵਰ ਹੈ, ਇਹ ਜ਼ਿਆਦਾ ਤਾਕਤਵਰ ਹੈ। ਫਿਰ ਜਦੋਂ ਹੋਰ ਅੱਗੇ ਵਿਕਾਸ ਹੋਇਆ ਤੇ ਇਹਨਾਂ ਨੇ ਸੋਚਿਆ ਵੀ ਇਸ ਦੁਨੀਆ ਨੂੰ ਕੋਈ ਪੈਦਾ ਕਰਨ ਵਾਲਾ ਹੈ, ਤਾਂ ਉਹਦਾ ਨਾਮ ਬ੍ਰਹਮਾ ਰੱਖ ਲਿਆ। ਦੁਨੀਆ ਨੂੰ ਕੋਈ ਪਾਲਣ ਵਾਲਾ ਵੀ ਹੈ, ਉਹਦਾ ਨਾਮ ਰੱਖ ਲਿਆ ਵਿਸ਼ਨੂੰ। ਔਰ ਦੁਨੀਆ ਨੂੰ ਕੋਈ ਮਾਰਨ ਵਾਲਾ ਸ਼ਿਵ ਰੱਖ ਲਿਆ। ਇਹ 3 ਦੇਵਤੇ ਹੋ ਗਏ ਵੀ 3 ਕਰਦੇ ਨੇ ਸੰਚਾਲਨ। ਫਿਰ ਅੱਗੋਂ ਵਿਕਾਸ ਹੋਇਆ ਤੇ ਫਿਰ ਕਿਸੇ ਨੇ ਸਮਝਿਆ ਵੀ ਇਹਨਾਂ ਨੂੰ ਵੀ ਤੇ ਕੋਈ ਪੈਦਾ ਕਰਨ ਵਾਲਾ ਹੋਣਾ। ਫਿਰ ਇੱਕ ਈਸ਼ਵਰਵਾਦ ਦਾ ਸਿਧਾਂਤ ਆ ਜਾਂਦਾ ਹੈ, ਲੇਕਿਨ ਉਹ ਜਿਹੜਾ ਇੱਕ ਈਸ਼ਵਰ ਸੀ ਉਹ ਵੀ ਉੱਤੇ ਬੈਠਾ ਹੈ ਕਿਤੇ, ਇਹਨਾਂ 3 ਤੋਂ ਉੱਤੇ। ਜਿਵੇਂ ਇਸਲਾਮ ਨੇ ਖੁਦਾ ਨੂੰ ਮੰਨ ਲਿਆ ਤੇ ਹਿੰਦੂਇਜ਼ਮ ਨੇ ਮਤਲਬ ਜਾਂ ਦੂਜਿਆਂ ਨੇ ਵੀ ਰੱਬ ਜਿਹੜਾ ਉੱਤੇ ਕਿਤੇ ਸੱਚਖੰਡ ਵਿੱਚ ਬੈਠਾ, ਜਿਵੇਂ ਅਸੀਂ ਵੀ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਸੰਤਵਾਦ, ਜਿਵੇਂ ਭਗਤ ਕਬੀਰ ਜੀ, ਬਾਬਾ ਫਰੀਦ ਜੀ, ਇਹਨਾਂ ਨੇ ਫਿਰ ਉਸ ਚੀਜ਼ ਨੂੰ ਖੰਡਨ ਕੀਤਾ। ਉਹ ਕਹਿਣ ਲੱਗੇ ਵੀ ਇਹੋ ਜਿਹਾ ਕੋਈ ਰੱਬ ਨਹੀਂ ਜਿਹੜਾ ਵੱਖਰਾ ਬੈਠਾ ਹੈ, ਰੱਬ ਸਾਰੇ ਸਮਾਇਆ ਹੋਇਆ ਹੈ, ਸਾਰਾ ਜਗਤ ਉਸ ਰੱਬ ਦਾ ਹੀ ਰੂਪ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ, ਭਗਤ ਕਬੀਰ ਜੀ ਨੇ, ਜਾਂ ਜਿਹੜੇ 35 ਮਹਾਂਪੁਰਸ਼ ਨੇ, ਇਹਨਾਂ ਨੇ ਇਹ ਵਿਚਾਰ ਸੰਸਾਰ ਦੇ ਸਾਹਮਣੇ ਰੱਖੀ, ਤਾਂ ਉਹ ਦੇਵੀ ਦੇਵਤੇ ਐਵੇਂ ਪੈਦਾ ਹੋਏ। ਤੇ ਜ਼ਿਆਦਾ ਡਿਟੇਲ ਵਿੱਚ ਪੜ੍ਹਨਾ ਹੋਏ ਤੇ ਇੱਕ ਨਾ ਕਿਤਾਬ ਹੈਗੀ ਹੈ, ਭਾਰਤੀ ਲੋਕ ਨੀਚ ਕਿਵੇਂ ਬਣੇ, ਗੁਰੂ ਨਾਨਕ ਸਿੰਘ ਦੀ ਲਿਖੀ ਹੋਈ ਹੈ। ਉਹਦੇ ਵਿੱਚ ਇਹਨਾਂ ਦਾ ਕਾਫੀ ਵਿਸਥਾਰ ਹੈ। ਥੈਂਕ ਯੂ ਜੀ ਕੁਲਦੀਪ ਕੌਰ ਜੀ, ਥੈਂਕ ਯੂ। ਤੇ ਇੱਕ ਹੋਰ ਤਾਂ ਕੋਈ ਨਹੀਂ ਜੀ, ਸੋਰੀ ਅਨਮਿਊਟ। ਮੈਂ ਇੱਕ ਕੁਐਸਚਨ ਮੈਂ ਪੁੱਛਣਾ ਜੀ। ਹਾਂਜੀ। ਉਹ ਜਿੱਦਾਂ ਵੈਸੇ ਤਾਂ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਹੈ, ਪਹਿਲਾਂ ਜਿਹੜੀ ਇੱਕ ਗੱਲ ਆਈ ਸੀ ਨਾ, ਰਿੱਧ ਸਿੱਧ ਅਬਰਾ ਸਾਧ, ਉਹਦੇ ਵਿੱਚ ਤੁਸੀਂ ਰਿੱਧੀਆਂ ਸਿੱਧੀਆਂ ਦਾ ਦੱਸ ਦਿੱਤਾ ਹੈ ਸੀਗਾ, ਪੂਰੀ ਐਕਸਪਲੇਨ ਵੀ ਕੀਤਾ ਪੂਰੀ ਤਰ੍ਹਾਂ। ਤੇ ਇਹੀ ਗੱਲ ਫਿਰ ਇੱਕ ਹੋਰ ਜਗ੍ਹਾ ਤੇ ਵੀ ਆਉਂਦੀ ਹੈ ਜੀ, ਜਿੱਥੇ ਲਿਖਿਆ ਹੈ ਵੀ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਹਾਂਜੀ, ਜਗ੍ਹਾ ਜਗ੍ਹਾ ਤੇ ਇਹਨਾਂ ਚੀਜ਼ਾਂ ਦੀ ਜਾਣੀ ਮਹੱਤਤਾ ਆਉਂਦੀ ਹੈ। ਹੁਣ ਜਦੋਂ ਤੁਸੀਂ ਇਸ ਤੁਕ ਦੀ ਜਾਂ ਇਸ ਪੰਕਤੀ ਦੀ ਵਿਆਖਿਆ ਕਰੋਗੇ ਸ਼ੁਰੂ ਦੇ ਵਿੱਚ, ਤਾਂ ਨਵ ਨਿਧੀ 18 ਸਿੱਧੀ, ਤੇ 9 ਨਿਧੀਆਂ ਤੇ 18 ਸਿੱਧੀਆਂ ਤੁਹਾਡੇ ਪਿੱਛੇ ਲੱਗੀਆਂ ਫਿਰਦੀਆਂ, ਜੋ ਵੀ ਇਹਦਾ ਗਾਹਾਂ ਮਤਲਬ ਹੈਗਾ ਜੀ। ਹਾਂਜੀ, ਤੇ ਇਹ ਮਤਲਬ ਐਗਜ਼ਿਸਟ ਕਰਦੀਆਂ, ਇਹ ਸਾਡੇ ਸਿਰਫ ਸਮਝਾਉਣ ਕਰਕੇ ਹੀ ਆ, ਜਾਂ ਇਹ ਐਕਚੁਅਲੀ ਐਗਜ਼ਿਸਟ ਕਰਦੀਆਂ? ਕਿਉਂਕਿ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਕੁਝ ਮੰਤਰ ਪੜ੍ਹਨ ਦੇ ਨਾਲ ਉਹ ਅਚੀਵ ਕਰ ਸਕਦੇ ਸੀਗੇ। ਕਿਆ ਫਿਰ ਇਹ ਜਿਹੜੀਆਂ 9 ਨਿਧੀਆਂ ਤੇ 18 ਸਿੱਧੀਆਂ, ਉਹ ਵੀ ਤੁਹਾਡੇ ਮੰਤਰਾਂ ਦੇ ਨਾਲ ਅਚੀਵ ਕਰਕੇ ਤੁਹਾਡੇ ਅੱਗੇ ਪਿੱਛੇ ਲੱਗੀਆਂ ਫਿਰ ਸਕਦੀਆਂ, ਜਾਂ ਸਿਰਫ ਇਹ ਕੁਝ ਹੋਰ ਆ? ਅਸਲ ਦੇ ਵਿੱਚ ਨਾ ਉਹ ਜਿਹੜੀ ਮੰਤਰਾਂ ਵਾਲੀ ਨਾ, ਤੰਤਰ ਸ਼ਾਸਤਰ ਇੱਕ ਹੈਗਾ, ਇੱਕ ਸ਼ਾਸਤਰ ਹੈਗਾ ਜਿਹਦਾ ਨਾਂ ਤੰਤਰ ਸ਼ਾਸਤਰ ਹੈ। ਉਹਦੇ ਵਿੱਚ ਚੀਜ਼ਾਂ ਦਿੱਤੀਆਂ ਨੇ ਕਿ ਇਸ ਮੰਤਰ ਨੂੰ ਪੜ੍ਹੋਗੇ ਤੇ ਇਹ ਦੇਵਤਾ ਪ੍ਰਗਟ ਹੋਏਗਾ ਤੇ ਉਹ ਤੁਹਾਨੂੰ ਮੰਗ ਦੇਵੇਗਾ, ਪਰ ਐਸਾ ਹੈ ਕੁਛ ਨਹੀਂ ਹੈ, ਸਿਰਫ ਉਹ ਮਨੌਤ ਹੈ ਉਹਨਾਂ ਦੀ। ਅੱਜ ਤੱਕ ਮੰਤਰ ਨਾਲ ਕੋਈ ਦੇਵਤਾ ਪ੍ਰਗਟ ਨਹੀਂ ਹੋਇਆ। ਗੁਰੂ ਜੀ ਨੇ ਬਚਨ ਕੀਤਾ ਹੈ, ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ। ਇਸੇ ਤਰ੍ਹਾਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਦਾ ਮਤਲਬ ਹੈਗਾ ਕਿ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਫਲਾਂ ਬੰਦਾ ਬੜਾ ਵੱਡਾ ਹੈ ਤੇ ਦੂਜਾ ਬੰਦਾ ਕਹਿੰਦਾ ਯਾਰ ਉਹਦੇ ਵਰਗੇ ਤੇ ਉਹਦੇ ਪਿੱਛੇ 36 ਤੁਰੇ ਫਿਰਦੇ ਨੇ, ਮਤਲਬ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਇੱਥੇ ਕਹਿਣ ਦਾ ਭਾਵ ਇਹੀ ਹੈਗਾ
ਤੇ 9 ਨਿਦਾਂ ਔਰ 18 ਸਿੱਧਾਂ ਨੂੰ ਮੰਨਣ ਵਾਲੇ ਜਿਹੜੇ ਬੰਦੇ ਨੇ ਉਹ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰਨਗੇ ਜੇਕਰ ਤੁਹਾਡਾ ਜੀਵਨ ਉੱਚਾ ਸੱਚਾ। ਉਹਨਾਂ ਰਿੱਧੀਆਂ ਸਿੱਧੀਆਂ ਦੀ ਕੋਈ ਵੈਲਿਊ ਨਹੀਂ ਹੈ। ਮਤਲਬ ਜਿਹੜੇ ਰਿੱਧੀਆਂ ਸਿੱਧੀਆਂ ਨੂੰ ਮੰਨਣ ਵਾਲੇ ਨੇ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰਨਗੇ, ਔਰ ਹੈ ਵੀ ਹੈ। ਦੇਖ ਲਓ ਤੁਸੀਂ ਆਪਣੇ ਬਾਬੇ ਦੇਖ ਲਓ ਜਿਹੜੇ ਆ ਕਰ ਰਹੇ ਨੇ, ਉਹ ਡੇਰਿਆਂ ਵਾਲੇ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ, ਬੋਰੀਆਂ ਤੁਹਾਡੇ ਤੋਂ ਮੰਗਣ ਆਉਂਦੇ ਨੇ। ਇਸ ਤਰ੍ਹਾਂ ਜਿਹੜੇ ਜੋਗੀ ਨੇ ਉਹ ਪਿਆਲਾ ਲੈ ਕੇ ਤੁਹਾਡੇ ਘਰ ਫਿਰਦੇ ਨੇ ਪਏ। ਮੈਂ ਨਾ ਇੱਥੇ ਆਪਣਾ ਬੈਰਸਾਲ ਸੀ ਪਿੰਡ ਗੁਰਦੁਆਰੇ, ਤੇ ਮੈਂ ਦੁੱਧ ਲਿਆਉਂਦਾ ਹੁੰਦਾ ਸੀ ਇਕੱਠਾ ਕਰਕੇ। ਪਿੰਡ ਵਿੱਚ ਜਾਈਦਾ ਪਏ ਦੁੱਧ ਇਕੱਠਾ ਕਰਨ ਵਾਸਤੇ, ਡਰਮੀ ਤੇ ਕੱਪੜਾ ਬੰਨਿਆ ਹੁੰਦਾ ਸੀ ਤੇ ਜਾ ਕੇ ਵਾਹਿਗੁਰੂ ਕਰਕੇ ਤੇ ਉੱਥੇ ਇੱਕ ਦੀ ਮਰ ਗਈ ਸੀ ਮੱਝ। ਜਿਹੜੇ ਆਪਣੇ ਆ ਨੀ ਬਿਰਖ ਜੀ ਆਉਂਦੇ ਨੇ ਅਮਰੀਕਾ ਤੋਂ, ਇਹਨਾਂ ਦੇ ਤਾਏ ਦੀ ਮੱਝ ਮਰ ਗਈ ਤੇ ਤਾਈ ਇਹਨਾਂ ਦੀ ਆਂਦੀ ਕਹਿੰਦੀ ਸਾਡੀ ਵੀ ਕੋਈ ਕਰੋ ਕਿਰਪਾ ਵੀ ਸਾਡੀ ਮੱਝ ਆ ਜਾਏ। ਮਰ ਗਈ ਮੱਝ। ਮੈਂ ਕਿਹਾ ਬੀਬੀ ਮੇਰੀ ਕਿਰਪਾ ਨਾਲ ਮੱਝ ਆਉਂਦੀ ਤੇ ਮੇਰੀ ਮੱਝਾਂ ਵਾਲੀ ਡੇਅਰੀ ਹੋਣੀ ਸੀ, ਮੈਂ ਤੇ ਆਪ ਗਲਾਸੀ ਮੰਗਦਾ ਫਿਰਨਾ। ਮੈਂ ਕਿਹਾ ਮੈਨੂੰ 20,000 ਦਿਓ ਤੇ ਸ਼ਾਮ ਨੂੰ ਤੁਹਾਡੀ ਮੱਝ ਆ ਜਾਏਗੀ। ਮਤਲਬ ਇਹ ਮੰਨੀਆਂ ਗਈਆਂ ਚੀਜ਼ਾਂ, ਮਨੌਤਾਂ ਲੋਕਾਂ ਦੇ ਵਿੱਚ ਖਿਲਾਰੀਆਂ ਗਈਆਂ। ਐਵੇਂ ਕੁਛ ਹੈ ਨਹੀਂ। ਜੇ ਐਵੇਂ ਹੁੰਦਾ ਤਾਂ ਦੇਖੋ ਕਿੰਨੀ ਸਾਫ਼ ਸਪਸ਼ਟ ਗੱਲ ਹੈ ਕਿ ਜਿੰਨੇ ਵੀ ਆ ਪੁਜਾਰੀ ਨੇ, ਜਿਨ੍ਹਾਂ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ, ਸਾਡੇ ਬੱਚੇ ਸਭ ਤੋਂ ਅਮੀਰ ਔਰ ਪੜ੍ਹੇ ਲਿਖੇ ਹੋਣੇ ਚਾਹੀਦੇ ਸੀ ਨਾ। ਜੇ ਸਾਡੇ ਕਰਨ ਨਾਲ ਕੁਝ ਹੋ ਸਕਦਾ ਹੁੰਦਾ ਤਾਂ ਸਾਡੇ ਬੱਚੇ ਸਭ ਤੋਂ ਅਮੀਰ ਹੁੰਦੇ, ਜਾਂ ਜੋਤਸ਼ੀ ਜਿਹੜੇ ਨੇ ਉਹਨਾਂ ਦੇ ਬੱਚੇ ਸਭ ਤੋਂ ਅਮੀਰ ਹੁੰਦੇ, ਜਾਂ ਜਿਹੜੇ ਬਾਬੇ ਰਿੱਧੀਆਂ ਸਿੱਧੀਆਂ ਵਾਲੇ ਨੇ ਇਹਨਾਂ ਨੂੰ ਮੰਗਣ ਦੀ ਕੀ ਲੋੜ ਸੀ। ਤਾਂ ਇਹ ਸਾਰਾ ਇੱਕ ਭਰਮਜਾਲ ਹੈਗਾ ਬਹੁਤ ਵੱਡਾ, ਜਿਹੜਾ ਬਾਣੀ ਪੜ੍ਹਨ ਦੇ ਨਾਲ ਸਾਡੇ ਅੰਦਰੋਂ ਨਿਕਲ ਜਾਂਦਾ। ਠੀਕ ਹੈ ਜੀ, ਮਿਹਰਬਾਨੀ। ਠੀਕ ਹੈ ਜੀ, ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਗਿਆਨੀ ਜੀ, ਤੇ ਬਾਕੀ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੀ ਸਵਾਲ ਪੁੱਛੇ ਆ। ਮੈਨੂੰ ਬੜੀ ਉਮੀਦ ਹੈ ਕਿ ਸਾਰੇ ਤੁਸੀਂ ਇਹ ਤਸੱਲੀ ਬਖਸ਼ ਤੁਹਾਨੂੰ ਹੋਇਆ ਹੋਊਗਾ ਜੀ ਸਵਾਲ। ਸਵਿੰਦਰ ਜੀ ਅਨਮਿਊਟ ਹੋਏ ਆ ਜੀ, ਤੁਸੀਂ ਗੱਲ ਕਰਨੀ ਜੀ ਕੋਈ? ਹਾਂਜੀ ਹਾਂਜੀ ਗਿਆਨੀ ਜੀ। ਹਾਂਜੀ ਭੈਣ, ਮੈਨੂੰ ਇਹ ਦੱਸਿਓ ਜੀ, ਤੁਸੀਂ ਕਿਹਾ ਸੀ ਨਾ ਸੈਮਸੰਗ ਟੈਲੀਫੋਨ ਦੇ ਉੱਤੇ ਗੁਰਬਾਣੀ ਵਿਚਾਰ ਐਕਸਪਲੋਰ ਕਰਨਾ ਹੈਗਾ। ਹਾਂਜੀ। ਤੇ ਜੇ ਆਈਫੋਨ ਹੈਗਾ ਤਾਂ ਫੇਰ ਕੀ ਮਾਈਕਰੋਮੀਡੀਆ ਕੀ ਦੱਸਿਆ ਸੀ ਨਾਮ ਤੁਸੀਂ? ਈਸ਼ਰ ਮਾਈਕਰੋਮੀਡੀਆ। ਈਸ਼ਰ ਮਾਈਕਰੋਮੀਡੀਆ। ਮਾਈਕਰੋਮੀਡੀਆ ਜਾਂ ਆਈ ਗੁਰਬਾਣੀ ਕਰ ਲਓ ਜਾਂ ਈਸ਼ਰ ਮਾਈਕਰੋਮੀਡੀਆ ਕਰ ਲਓ, ਇੱਕੋ ਹੀ ਚੀਜ਼ ਹੈ। ਅੱਛਾ ਜੀ, ਥੈਂਕ ਯੂ ਜੀ। ਧੰਨਵਾਦ। ਧੰਨਵਾਦ ਜੀ। ਥੈਂਕ ਯੂ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਇੱਥੇ ਹੁਣ ਮਤਲਬ ਸਮਾਪਤੀ ਕਰਦੇ ਹਾਂ ਜੀ ਅੱਜ, ਤੇ ਕੱਲ ਨੂੰ ਐਤਵਾਰ ਹੈ ਜੀ, ਤੇ ਕੱਲ ਨੂੰ ਤੁਸੀਂ ਛੁੱਟੀ ਮਨਾਇਓ ਤੇ ਆਪਾਂ ਸੋਮਵਾਰ ਨੂੰ ਮੁੜ ਕੇ ਸਾਰੇ ਜਣੇ ਇੱਦਾਂ ਹੀ ਆਵਾਂਗੇ ਜੀ 2 ਵਜੇ ਇੱਥੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।